हाँ जी दोस्तों, मीडिया प्रवास वालों ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਆਪਾਂ ਲਗਭਗ ਪਿਛਲੇ 3 ਮਹੀਨਿਆਂ ਤੋਂ ਮੀਡੀਆ ਪ੍ਰਵਾਸ ਰਾਹੀਂ ਇਹ ਪ੍ਰੋਗਰਾਮ ਲਗਾਤਾਰ ਕਰ ਰਹੇ ਹਾਂ, ਜਿਹਦਾ ਨਾਮ ਹੈ ਸੰਵਾਦ ਹੈਡ ਟੂ ਹੈਡ। ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਕਿਸਾਨ ਸੰਘਰਸ਼ ਪਹਿਲਾਂ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਦਿੱਲੀ ਤੱਕ ਪਹੁੰਚਿਆ, ਅਸੀਂ ਇਸ ਪ੍ਰੋਗਰਾਮ ਰਾਹੀਂ ਲਗਾਤਾਰ ਇਸ ਮਸਲੇ ਨਾਲ ਜੁੜੇ ਹੋਏ ਚਿੰਤਕਾਂ ਦੇ ਨਾਲ ਸੰਵਾਦ ਰਚਾਉਂਦੇ ਰਹੇ ਹਾਂ ਤੇ ਉਸੇ ਲੜੀ ਦੇ ਵਿੱਚ ਅੱਜ ਸਾਡੇ ਨਾਲ ਪੰਜਾਬ ਦੇ ਦੋ ਪ੍ਰਸਿੱਧ ਚਿੰਤਕ ਨੇ, ਜਿਨ੍ਹਾਂ ਚੋਂ ਪਹਿਲੇ ਹਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ, ਪ੍ਰੋਫੈਸਰ ਆਫ ਐਮੀਨੈਂਸ ਪੰਜਾਬ ਸਕੂਲ ਆਫ ਇਕਨੋਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰੋਫੈਸਰ ਆਫ ਇਕਨੋਮਿਕਸ CRRID ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ। ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ। ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਇਸ ਸੰਵਾਦ ਦੇ ਵਿੱਚ ਸਾਡੇ ਨਾਲ ਦੂਜੇ ਚਿੰਤਕ ਨੇ ਪ੍ਰੋਫੈਸਰ ਅਜੈਬ ਸਿੰਘ ਟਿਵਾਣਾ, ਜਿਨ੍ਹਾਂ ਤੁਸੀਂ ਬਹੁਤ ਭਲੀ ਭਾਂਤ ਵਾਕਿਫ ਹੋ। ਜਦੋਂ ਤੋਂ ਜੰਮੇ ਨੇ ਉਦੋਂ ਤੋਂ ਸੰਘਰਸ਼ਾਂ ਦੇ ਨਾਲ ਜੁੜੇ ਹੋਏ ਨੇ। ਪੰਜਾਬ ਸਟੂਡੈਂਟ ਯੂਨੀਅਨ ਦੇ ਫਰੰਟ ਤੋਂ ਬਹੁਤ ਲੰਮਾ ਸਮਾਂ ਸਰਗਰਮੀਆਂ ਕੀਤੀਆਂ ਤੇ ਅੱਜ ਕੱਲ ਚਿੰਤਨ ਦੇ ਵੀ ਪੱਧਰ ਤੇ ਵਿਹਾਰ ਦੀ ਪੱਧਰ ਤੇ ਵੀ ਕਿਸਾਨ ਸੰਘਰਸ਼ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਲਗਾਤਾਰ ਦਿੱਲੀ ਦੇ ਵਿੱਚ ਕਿਸਾਨਾਂ ਦਾ ਸਾਥ ਦੇ ਰਹੇ ਨੇ ਤੇ ਲਗਾਤਾਰ ਬੌਧਿਕ ਪੱਧਰ ਤੇ ਇਸ ਮਸਲੇ ਦੀਆਂ ਤਹਿਾਂ ਫਰੋਲਣ ਦੇ ਵਿੱਚ ਕੰਮ ਕਰ ਰਹੇ ਨੇ। ਤੇ ਦੋਸਤੋ, ਤੁਹਾਨੂੰ ਇਹ ਵੀ ਪਤਾ ਹੈ ਕਿ ਅੱਜ ਕੱਲ ਕਿਸਾਨ ਸੰਘਰਸ਼ ਹਰ ਪਲ ਬਦਲ ਰਿਹਾ ਹੈ, ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਿਹਾ ਹੈ, ਬਹੁਤ ਚੁਣੌਤੀਪੂਰਨ ਦੌਰ ਦੇ ਵਿੱਚੋਂ ਲੰਘ ਰਿਹਾ ਹੈ। ਕਿਤੇ ਲੱਗਦਾ ਹੈ ਕਿ ਅਸੀਂ ਕੁਝ ਪਿਛਾਂਹ ਨੂੰ ਹਟੇ ਹਾਂ, ਕਿਤੇ ਲੱਗਦਾ ਹੈ ਕਿ ਬਹੁਤ ਅਗਾਂਹ ਨੂੰ ਗਏ ਹਾਂ, ਕਿਤੇ ਸੱਤਾ ਦੇ ਹਮਲੇ ਬਹੁਤ ਤੇਜ਼ ਹੋ ਰਹੇ ਨੇ ਤੇ ਕਿਤੇ ਆਪਣੇ ਅੰਦਰੋਂ ਹੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਇਦ ਇਹ ਇਸ ਧਰਤੀ ਦਾ ਆਮ ਲੋਕਾਂ ਦੁਆਰਾ ਸਿਰਜਿਆ ਸਭ ਤੋਂ ਵੱਡਾ ਸੰਘਰਸ਼ ਹੋਣਾ, ਜਿਹੜਾ 8 ਦਿਨਾਂ ਤੋਂ ਵੀ ਵੱਧ ਸਮਾਂ ਕਿਸੇ ਦੇਸ਼ ਦੀ ਰਾਜਧਾਨੀ ਦੇ ਬਾਰਡਰਾਂ ਤੇ ਲਗਾਤਾਰ ਹੋ ਰਿਹਾ ਹੋਵੇ। ਆਮ ਤੌਰ ਤੇ ਤੁਸੀਂ ਫੌਜਾਂ ਦੇ ਹਮਲੇ ਤਾਂ ਸੁਣੇ ਨੇ ਕਿ ਕਈ ਮਹੀਨੇ ਜਾਂ ਸਾਲਾਂ ਬੱਧੀ ਫੌਜਾਂ ਮੋਰਚਿਆਂ ਤੇ ਲੜਦੀਆਂ ਨੇ, ਪਰ ਕਿਸੇ ਦੇਸ਼ ਦੇ ਸਿਵਲੀਅਨ ਲੋਕ, ਕਿਸੇ ਦੇਸ਼ ਦੇ ਆਮ ਸ਼ਹਿਰੀ, ਆਮ ਲੋਕ, ਕਿਰਤੀ ਕਿਸਾਨ ਇਸ ਪੱਧਰ ਤੇ ਜੁੜ ਕੇ ਸੰਘਰਸ਼ ਕਰ ਰਹੇ ਹੋਣ, ਇਹਦੀ ਮਿਸਾਲ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ। ਤੇ ਇਹ ਮਾਣ ਸਾਨੂੰ ਸਾਰਿਆਂ ਨੂੰ ਜਾਂਦਾ ਹੈ ਕਿ ਅਸੀਂ ਆਪਣੇ ਉਸ ਸੰਘਰਸ਼ੀਲ ਵਿਰਸੇ ਨੂੰ ਕਾਇਮ ਰੱਖਦੇ ਹੋਏ ਸੱਤਾ ਦੀਆਂ ਵਧੀਕੀਆਂ ਦੇ ਖਿਲਾਫ, ਸੱਤਾ ਦੇ ਜ਼ਬਰ ਦੇ ਖਿਲਾਫ, ਸੱਤਾ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਹ ਜੋ ਲੜਾਈ ਵਿੱਢੀ ਹੈ, ਇਸ ਵੇਲੇ ਦੇਸ਼ ਵਿਆਪੀ ਬਣ ਚੁੱਕੀ ਹੈ ਤੇ ਇਸ ਦੀਆਂ ਬਹੁਤ ਸਾਰੀਆਂ ਤਹਿਾਂ ਫਰੋਲਣ ਲਈ ਅੱਜ ਦੋਨੇ ਚਿੰਤਕ ਸਾਡੇ ਨਾਲ ਨੇ। ਤੇ ਮੈਂ ਬਾਕੀ ਸਾਰੇ ਦੋਸਤਾਂ ਦਾ ਵੀ ਸਵਾਗਤ ਕਰਦਾ ਜਿਹੜੇ ਸਾਡੇ ਨਾਲ ਜ਼ੂਮ ਰਾਹੀਂ ਜੁੜੇ ਨੇ, ਕੁਝ ਲੋਕ, ਤੇ ਬਾਕੀ ਫੇਸਬੁੱਕ ਤੇ ਲਾਈਵ ਸਾਡੇ ਨਾਲ ਜੁੜ ਰਹੇ ਨੇ ਲਗਾਤਾਰ। ਤੁਸੀਂ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਤੇ ਆਪਾਂ ਚਿੰਤਨ ਦੀ ਪੱਧਰ ਤੇ ਇਹਨਾਂ ਮਸਲਿਆਂ ਦੀ ਇਸੇ ਤਰ੍ਹਾਂ ਘੋਖ ਪੜਤਾਲ ਕਰਦੇ ਰਹੀਏ। ਸੋ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਹੋਰਾਂ ਤੋਂ ਪੁੱਛਦੇ ਹਾਂ। ਘੁੰਮਣ ਸਾਹਿਬ, 26 ਜਨਵਰੀ ਦਾ ਐਕਸ਼ਨ ਜਿਹੜਾ ਬਹੁਤ ਮਹੱਤਵਪੂਰਨ ਐਕਸ਼ਨ ਸੀ ਕਿਸਾਨ ਪਰੇਡ ਦੇ ਰੂਪ ਦੇ ਵਿੱਚ, ਜਿਹਦੀਆਂ ਬਹੁਤ ਲੰਬੇ ਸਮੇਂ ਤੋਂ ਤਿਆਰੀਆਂ ਕੀਤੀਆਂ ਗਈਆਂ ਸੀਆਂ, ਪਰ ਜਿਸ ਤਰ੍ਹਾਂ ਹੋਇਆ, ਜਿਸ ਰੂਪ ਦੇ ਵਿੱਚ ਹੋਇਆ, ਉਸ ਤੋਂ ਬਾਅਦ ਬੜੇ ਸਾਰੇ ਸਵਾਲ ਪੈਦਾ ਹੋਏ। ਉਹਨਾਂ 'ਚ ਇੱਕ ਸਵਾਲ ਇਹ ਵੀ ਪੈਦਾ ਹੋਇਆ ਕਿ ਇਹ ਐਕਸ਼ਨ 26 ਨੂੰ ਹੀ ਕਿਉਂ ਕੀਤਾ ਗਿਆ। ਬਹੁਤ ਸਾਰੀਆਂ ਧਿਰਾਂ ਇਹ ਤੇ ਉਜ਼ਰ ਕਰ ਰਹੀਆਂ ਨੇ ਤੇ ਇਤਰਾਜ਼ ਕਰ ਰਹੀਆਂ ਨੇ ਕਿ ਇਹ ਪਹਿਲਾਂ ਪਿੱਛੋਂ ਕਰ ਲਿਆ ਜਾਂਦਾ ਤਾਂ ਸ਼ਾਇਦ ਜਿਹੜੇ ਹੁਣ ਹਾਲਾਤ ਵਾਪਰੇ ਨੇ ਇਹ ਨਾ ਵਾਪਰਦੇ। ਤੁਹਾਡਾ ਕੀ ਨਜ਼ਰੀਆ ਇਸ ਐਂਗਲ ਤੋਂ, ਜਿਹੜਾ ਇਹ 26 ਜਨਵਰੀ ਵਾਲਾ ਕਿਸਾਨ ਪਰੇਡ ਵਾਲਾ ਐਕਸ਼ਨ ਹੋਇਆ? ਡਾਕਟਰ ਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣੀ ਚਾਹਾਂਗਾ ਕਿ ਤੁਸੀਂ ਲਗਾਤਾਰ ਨਾ ਕੇਵਲ ਇਹ ਸੰਘਰਸ਼ ਨੂੰ ਕਵਰ ਕਰਦੇ ਰਹੇ, ਡਿਬੇਟ ਕਰਾਉਂਦੇ ਰਹੇ, ਸਗੋਂ ਸਮਾਜਿਕ ਜੀਵਨ ਵਿੱਚ ਵੀ ਬਹੁਤ ਸਾਰੇ ਸਮਾਜਿਕ ਪਹਿਲੂਆਂ ਤੇ ਸਮਾਜਿਕ ਵਿਸ਼ਿਆਂ ਨਾਲ ਜੁੜੇ ਹੋਏ ਹੋ ਜੀ। ਇਸ ਗੱਲ ਦੀ ਮੈਂ ਵਧਾਈ ਦੇਣਾ ਤੁਹਾਨੂੰ। ਦੂਜਾ, ਜਿਹੜਾ ਤੁਸੀਂ ਕਿਹਾ ਕਿ ਦੇਖੋ, ਇੱਕ
ਅਕਸਰ ਹੀ ਹਿਸਟਰੀ ਜਿਹੜੀ ਹੈ ਨਾ ਉਹ ਬਾਅਦ ਵਿੱਚ ਲਿਖੀ ਜਾਂਦੀ ਹੈ। ਕਿਸਾਨਾਂ ਨੇ ਕਾਫੀ ਦਿਨ, ਬਹੁਤ ਦਿਨ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ 26 ਜਨਵਰੀ ਨੂੰ ਰਿੰਗ ਰੋਡ ਤੇ ਪਰੇਡ ਕੱਢਾਂਗੇ, ਪਰ ਪੁਲਿਸ ਪ੍ਰਸ਼ਾਸਨ ਤੇ ਦਿੱਲੀ ਪੁਲਿਸ ਜਿਹੜੀ ਹੈ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਇੱਕ ਰੂਟ ਤੈਅ ਕੀਤਾ ਜੀ। ਇਹਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਨੇ ਨਾ ਕੇਵਲ ਇਨ ਪ੍ਰਿੰਸੀਪਲ ਸਗੋਂ ਅਮਲੀ ਰੂਪ ਚ ਵੀ ਕਿਸਾਨਾਂ ਨੂੰ ਉਹ ਜਿਹੜੀ ਹੈ ਆਪਣੀ ਪਰੇਡ 26 ਜਨਵਰੀ ਨੂੰ ਕੱਢਣ ਵਾਸਤੇ ਪਰਮਿਸ਼ਨ ਦੇ ਦਿੱਤੀ। ਇੱਕ ਤਾਂ ਇਹ ਪਹਿਲੂ ਆ ਜੀ। ਦੂਜਾ ਸਵਾਲ ਜਿਹੜਾ ਲੋਕ ਹੁਣ ਕਿੰਤੂ ਪਰੰਤੂ ਕਰਦੇ ਨੇ ਕਿ 26 ਜਨਵਰੀ ਨੂੰ ਹੀ ਕਿਉਂ? 26 ਜਨਵਰੀ ਗਣਤੰਤਰ ਦਿਵਸ ਹੈ। 1949 26 ਨਵੰਬਰ ਨੂੰ ਜਦੋਂ ਸੰਵਿਧਾਨ ਬਣਿਆ ਤੇ 26 ਜਨਵਰੀ 1950 ਨੂੰ ਲਾਗੂ ਹੋਇਆ ਤੇ ਲਗਾਤਾਰ 26 ਜਨਵਰੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਜੀ। 26 ਜਨਵਰੀ ਨਾ ਕੇਵਲ ਸਰਕਾਰ ਦੀ ਹੈ ਸਗੋਂ ਲੋਕਾਂ ਦੀ ਵੀ ਹੈ। ਹਰ ਹਿੰਦੁਸਤਾਨੀ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਗਣਤੰਤਰ ਦਿਵਸ ਇੱਕ ਰਾਜ ਹਾਂ ਤੇ ਨਾਲ ਹੀ ਸਾਡਾ ਇੱਕ ਸੰਵਿਧਾਨ ਹੈ ਜਿਸ ਦੇ ਦਾਇਰੇ ਦੇ ਅੰਦਰ ਰਹਿ ਕੇ ਐਗਜ਼ੈਕਟਿਵ ਨੇ, ਜੁਡੀਸ਼ਰੀ ਨੇ ਤੇ ਲੈਜਿਸਲੇਚਰ ਨੇ ਕੰਮ ਕਰਨਾ ਹੁੰਦਾ ਹੈ। ਸੋ 26 ਜਨਵਰੀ ਦੀ ਇੱਕ ਮਹੱਤਤਾ ਹੈ ਔਰ ਮੈਂ ਸਮਝਦਾ ਕਿ ਕਿਸਾਨਾਂ ਨੇ ਜੋ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਫੈਸਲਾ ਕੀਤਾ ਸੀ ਉਹ ਬਿਲਕੁਲ ਜਾਇਜ਼ ਸੀ। ਉਹਨਾਂ ਨੇ ਆਪਣੇ ਦੁੱਖੜੇ ਜਿਹੜੇ ਆ ਆਪਣੀ ਸ਼ਾਂਤਮਈ ਪਰੇਡ ਰਾਹੀਂ ਲੋਕਾਂ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਰੱਖਣੇ ਸਨ। ਉਹਨਾਂ ਨੇ ਵਾਰ-ਵਾਰ ਇਹ ਕਿਹਾ ਸੀ, ਉਹਨਾਂ ਨੇ ਆਪਣੀਆਂ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀਆਂ ਸਨ, ਪਰ ਲਗਾਤਾਰ ਸਰਕਾਰ ਵੱਲੋਂ ਇੱਕ ਨਰੇਟਿਵ ਜਿਹੜਾ ਉਹ ਬਣਾਇਆ ਜਾ ਰਿਹਾ ਸੀ ਕਿ ਦੇਖੋ ਇਹ ਪੰਜਾਬ ਦਾ ਘੋਲ ਹੈ, ਇਹਦੇ ਵਿੱਚ ਖਾਲਿਸਤਾਨੀ ਇਹਨੂੰ ਲੀਡ ਕਰ ਰਹੇ ਨੇ, ਖਾਲਿਸਤਾਨ ਫੋਰਸਿਸ ਇਹਨੂੰ ਸਪੋਰਟ ਕਰ ਰਹੀਆਂ ਨੇ, ਜਿਹੜਾ ਕਿ ਬੇਬੁਨਿਆਦ ਸੀ। ਓਵਰ ਦਾ ਪੀਰੀਅਡ ਆਫ ਟਾਈਮ ਇਹ 2 ਮਹੀਨਿਆਂ ਤੱਕ ਉਦੋਂ 26 ਜਨਵਰੀ ਨੂੰ ਹੋ ਗਏ ਸੀਗੇ, ਤੀਜਾ ਮਹੀਨਾ ਸ਼ੁਰੂ ਹੋ ਗਿਆ ਸੀ, ਪਰ ਸਰਕਾਰ ਨੇ ਕੋਈ ਉਹਦੇ ਵਿੱਚ ਬਹੁਤ ਸੰਜੀਦਗੀ ਨਾਲ ਰੋਲ ਪਲੇ ਨਹੀਂ ਕੀਤਾ ਤੇ ਸਰਕਾਰ ਦਾ ਇੱਕ ਨਰੇਟਿਵ ਬਣ ਗਿਆ ਕਿ ਇਹ ਖਾਲਿਸਤਾਨੀ ਫੋਰਸਿਸ ਇਹਦੇ ਵਿੱਚ ਨੇ। ਤੇ ਉਸ ਨਰੇਟਿਵ ਨੂੰ ਸਿੱਧ ਕਰਨ ਲਈ ਸਰਕਾਰ ਨੇ ਜੋ ਹੱਥਕੰਡੇ ਵਰਤੇ, ਹੁਣ ਤਾਂ ਐਕਸਪੋਜ਼ ਹੀ ਹੋ ਗਈ ਹੈ ਸਰਕਾਰ, ਕਿ ਹਰ ਬੱਚਾ ਜਾਣਦਾ ਹੈ ਕਿ ਉਸ ਵੇਲੇ ਕਿਉਂ 7:30-8 ਵਜੇ ਕਿਸਾਨ ਤੇ ਜਿਹੜਾ ਦੀਪ ਸਿੱਧੂ ਹੈ ਇਹਨਾਂ ਨੂੰ ਕਿਉਂ ਅਲਾਉ ਕੀਤਾ ਗਿਆ ਜਦੋਂ ਕਿ ਕਿਸਾਨਾਂ ਨੇ ਟਾਈਮ ਤੈਅ ਕੀਤਾ ਸੀ 11 ਵਜੇ। ਇੱਕ ਵੱਡਾ ਸਵਾਲ ਹੈ। ਦੂਜਾ ਵੱਡਾ ਸਵਾਲ ਹੈ ਕਿ ਲਾਲ ਕਿਲਾ ਜਿੱਥੇ ਨਾਰਮਲ ਡੇਜ਼ ਵਿੱਚ ਵੀ ਚਿੜੀ ਨਹੀਂ ਫੜਕਦੀ, ਉੱਥੇ ਉਸ ਮੌਕੇ ਕਿਉਂ ਏਦਾਂ ਦਾ ਮਾਹੌਲ ਕੀਤਾ ਗਿਆ ਕਿ ਉਹਨਾਂ ਨੂੰ ਫ੍ਰੀ ਜਾਣ ਦਿੱਤਾ ਗਿਆ ਤੇ ਉਹ ਸਾਰਾ ਕੁਝ ਕਰਨ ਦਿੱਤਾ ਗਿਆ। ਇਹ ਸਟੇਜ ਮੈਨੇਜ ਤੇ ਸਟੇਟ ਮੈਨੇਜ ਸੀ। ਇਸੇ ਲਈ ਜਿਹੜਾ ਲੋਕ ਹੁਣ ਕਿੰਤੂ ਪਰੰਤੂ ਕਰਦੇ ਨੇ ਕਿ ਹੋਣਾ ਜੇ 26 ਜਨਵਰੀ ਤੋਂ ਪਹਿਲਾਂ ਕਰਦੇ ਤਾਂ ਵੀ ਇਹ ਕੁਝ ਹੋਣਾ ਸੀ, 27 ਜਨਵਰੀ ਨੂੰ ਕਰਦੇ ਤਾਂ ਵੀ, ਜਾਂ ਬਾਅਦ ਵਿੱਚ ਕਦੋਂ ਵੀ ਕਰਦੇ ਤਾਂ ਵੀ ਇਹੀ ਕੁਝ, ਕਿਉਂਕਿ ਜੋ ਕੁਝ 25 ਜਨਵਰੀ ਦੀ ਰਾਤ ਨੂੰ ਜਿਵੇਂ ਸਟੇਜ ਕਾਬੂ ਕਰਕੇ ਪ੍ਰੋਵੋਕੇਟਿਵ ਜਿਹੜੇ ਆ ਭਾਸ਼ਣ ਕੀਤੇ ਗਏ, ਉਸ ਮੌਕੇ ਜਿਹੜਾ ਬਾਕੀ ਦੀ ਕਿਸਾਨ ਲੀਡਰਸ਼ਿਪ ਹੈ ਸ਼ਾਇਦ ਉਹਨਾਂ ਨੂੰ ਇਹ ਮੌਕਾ ਹੀ ਨਹੀਂ ਮਿਲਿਆ ਕਿ ਸੰਭਾਲਿਆ ਜਾਵੇ, ਪਰ ਉਸ ਤੋਂ ਪਹਿਲਾਂ ਗਾਹੇ ਬਗਾਏ ਹਰ ਵਾਰ ਉਹ ਇਸ ਗੱਲ ਦੀ ਚੇਤਾਵਨੀ ਦਿੰਦੇ ਰਹੇ ਨੇ। ਜੀ ਬਿਲਕੁਲ ਸਰ। 26 ਜਨਵਰੀ ਸਾਡੇ ਸੰਵਿਧਾਨ ਦਾ ਜਿਹੜਾ ਦਿਨ ਹੈ ਤੇ ਸੰਵਿਧਾਨ ਦਾ ਜਿਹੜਾ ਪਹਿਲਾ ਵਾਕ ਹੀ ਇਹ ਹੈ ਕਿ ਵੀ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ, ਤੇ ਅਸੀਂ ਭਾਰਤ ਦੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਸ ਦਿਨ ਵੀ ਕਹਿਣ ਦਾ ਹੱਕ ਹੈ, ਚਾਹੇ ਉਸ ਦਿਨ 26 ਜਨਵਰੀ ਸੀ, ਕਿਉਂਕਿ ਇਹ ਲੋਕਾਂ ਦਾ ਦਿਨ ਹੀ ਸੀ। ਆਪਾਂ ਪ੍ਰੋਫੈਸਰ ਜੈਪ ਸਿੰਘ ਹੋਰਾਂ ਨੂੰ ਨਾਲ ਸ਼ਾਮਿਲ ਕਰਦੇ ਹਾਂ। ਸਾਹਿਬ, ਜਿਹੜਾ 26 ਜਨਵਰੀ ਦਾ ਐਕਸ਼ਨ ਹੋਇਆ ਤੇ ਉਸ ਦਿਨ ਜਿਹੜਾ ਕੁਝ ਵਾਪਰਿਆ ਉਹਦੇ ਬਾਰੇ ਵੀ 2 ਧਾਰਨਾਵਾਂ ਨੇ। ਇੱਕ ਧਿਰ ਇਹ ਕਹਿੰਦੀ ਹੈ ਕਿ ਇਹ ਸਰਕਾਰ ਦੁਆਰਾ ਪ੍ਰੀ ਪਲਾਨਡ ਸੀ, ਦੂਜੀ ਧਿਰ ਇਹ ਕਹਿੰਦੀ ਹੈ ਕਿ ਇਹ ਜਥੇਬੰਦੀਆਂ ਦੁਆਰਾ ਪ੍ਰੀ ਪਲਾਨਡ ਏਜੰਡਾ ਸੀ। ਇਹਨਾਂ ਦੋਨੇ ਧਾਰਨਾਵਾਂ ਦੇ ਵਿਚਕਾਰ ਤੁਹਾਡੀ ਆਪਣੀ ਧਾਰਨਾ ਕੀ ਹੈ ਕਿ ਇਹ ਪ੍ਰੀ ਪਲਾਨਡ ਸੀ, ਸਰਕਾਰ ਵੱਲੋਂ ਪ੍ਰੀ ਪਲਾਨਡ ਸੀ, ਜਾਂ ਜਥੇਬੰਦੀਆਂ ਵੱਲੋਂ ਪ੍ਰੀ ਪਲਾਨਡ ਸੀ, ਜਾਂ ਕਿਸੇ ਵੱਲੋਂ ਵੀ ਪ੍ਰੀ ਪਲਾਨਡ ਨਹੀਂ ਸੀ? ਦੇਖੋ, ਇਹਦੇ ਵਿੱਚ ਜਿੱਥੋਂ ਤੱਕ ਤਾਂ ਜਥੇਬੰਦੀਆਂ ਦਾ ਹੈਗਾ ਉਹਦੇ ਬਾਰੇ ਕਾਫੀ ਇੰਡੀਕੇਸ਼ਨਸ ਆਈਆਂ ਨੇ, ਪਰ ਸੈਂਟਰਲ ਪੁਆਇੰਟ ਇਹ ਸੀਗਾ ਕਿ ਐਕਚੁਅਲੀ ਜਿਹੜਾ ਹੈਗਾ ਸਰਕਾਰ ਕੋਲੇ ਕਿਸੇ ਵੀ ਕਿਸਮ ਦਾ
ਇਹ ਬਹਾਨਾ ਨਹੀਂ ਮਿਲ ਰਿਹਾ ਸੀਗਾ, ਪੀਸਫੁਲ ਜਿਹੜਾ ਪ੍ਰੋਟੈਸਟ ਚੱਲ ਰਿਹਾ ਸੀਗਾ, ਕਿ ਇਹਦੇ ਉੱਤੇ ਫੋਰਸ ਵਰਤਣ ਦੀ ਮਤਲਬ ਵਜ੍ਹਾ ਕੋਈ ਬਣੇ, ਉਹ ਮੌਕਾ ਆਵੇ, ਉਹ ਮੌਕੇ ਦੇ ਆਧਾਰ ਦੇ ਉੱਤੇ ਉਸਨੂੰ ਵਰਤ ਕੇ ਤਾਂ ਇਸ ਕਿਸਾਨ ਸੰਘਰਸ਼ ਨੂੰ ਮਤਲਬ ਖੁਦੇੜਿਆ ਜਾਵੇ। ਖਾਸ ਕਰਕੇ ਜਦੋਂ ਸੁਪਰੀਮ ਕੋਰਟ ਨੇ ਮਤਲਬ ਇਹ ਫਤਵਾ ਦੇ ਦਿੱਤਾ ਕਿ ਇਹ ਕਿਸਾਨਾਂ ਦਾ ਪੀਸਫੁਲ ਪ੍ਰੋਟੈਸਟ ਹੈਗਾ, ਇਸ ਦੇ ਵਿੱਚ ਇਹਨੂੰ ਅਸੀਂ ਵੀ ਕਿਸੇ ਢੰਗ ਨਾਲ ਆਦੇਸ਼ ਨਹੀਂ ਜਾਰੀ ਕਰ ਸਕਦੇ, ਇਹਨਾਂ ਦਾ ਰਾਈਟ ਹੈਗਾ। ਉਸ ਤੋਂ ਬਾਅਦ ਜਾਣੀ ਇਹ ਗੱਲ ਕਨਫਰਮ ਕਰ ਦਿੱਤੀ ਗਈ ਕਿ ਹਿੰਦੁਸਤਾਨ ਦੀ ਸਭ ਤੋਂ ਉੱਪਰਲੀ ਅਦਾਲਤ ਵੱਲੋਂ ਕਿ ਇਹਨੂੰ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਕਿਸਾਨਾਂ ਦਾ ਸੰਘਰਸ਼ ਹੈ ਜਿਹੜਾ ਇਹ ਬਿਲਕੁਲ ਪੀਸਫੁਲ ਹੈ, ਇਸ ਦੇ ਉੱਤੇ ਕਿਸੇ ਕਿਸਮ ਦੀ ਤਾਕਤ ਦੀ ਵਰਤੋਂ ਕਰਨੀ ਗੈਰ ਵਾਜਬ ਹੈ ਜੀ। ਤਾਂ ਹੁਣ ਇਸ ਪ੍ਰਸੰਗ ਦੇ ਵਿੱਚ ਜਿਹੜੀ ਸੈਕੰਡ ਪਲਾਨ ਇਹਨਾਂ ਨੇ ਕੀਤੀ, ਜਿਵੇਂ ਪ੍ਰੋਫੈਸਰ ਘੁੰਮਣ ਜੀਆਂ ਨੇ ਦੱਸਿਆ ਹੈਗਾ, ਪਹਿਲਾਂ ਸਾਰੇ ਐਲੀਗੇਸ਼ਨ ਲਾਏ, ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਸਕੀਮਾਂ ਸਾਰੀਆਂ ਸਿਰੇ ਨਹੀਂ ਚੜੀਆਂ। ਤਾਂ ਫਿਰ ਕੀ ਕੀਤਾ ਕਿ ਜਿਹੜੇ ਵਿਅਕਤੀ, ਮੈਨੂੰ ਲੱਗਦਾ ਇਹ ਲੰਬੇ ਸਮੇਂ ਤੋਂ ਇਹਨਾਂ ਨੇ ਇੰਪਲਾਂਟ ਕੀਤੇ ਹੋਏ ਸੀ ਔਰ ਉਹਦੀ ਬੈਕਗਰਾਉਂਡ ਸਾਫ਼ ਦਿਸਦੀ ਹੈ, ਭਾਵੇਂ ਹੁਣ ਅੱਜ ਲੱਖ ਇਹ ਸੰਨੀ ਦਿਓਲ ਕਹੀ ਜਾਵੇ ਕਿ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ, ਬੀਜੇਪੀ ਦਾ ਬੰਦਾ ਸੀ, ਬੀਜੇਪੀ ਦੇ ਉਹ ਸਿੱਧੂ ਨੇ ਜਿਹੜੀ ਹੈਗੀ ਆ, ਦੀਪ ਸਿੱਧੂ ਨੇ ਉਹਦੀ ਕੰਪੇਨ ਚਲਾਈ, ਸਾਰੀ ਇਲੈਕਸ਼ਨ ਕੰਪੇਨ ਦੇ ਦੌਰਾਨ ਰਿਹਾ। ਤੇ ਇੱਥੋਂ ਤੱਕ ਪਤਾ ਲੱਗਿਆ ਕਿ ਜਿਹੜਾ ਮਤਲਬ ਆਪਣਾ ਫਿਲਮਾਂ ਦੇ ਵਿੱਚ ਵੀ ਜਿਹੜੀਆਂ ਉਹਨੇ ਫਿਲਮਾਂ ਕੀਤੀਆਂ ਨੇ ਉਹਦੇ ਵਿੱਚ ਵੀ ਉਹਨਾਂ ਦੀ ਕੋਲੈਬੋਰੇਸ਼ਨ ਹੈਗੀ ਆ ਪੂਰੀ ਤਰ੍ਹਾਂ, ਤੇ ਉਹਦਾ ਕਰੀਅਰ ਬਣਾਉਣ ਦੇ ਵਿੱਚ ਵੀ ਉਹਨਾਂ ਦਾ ਹੱਥ ਹੈ। ਇਹ ਇੰਨੇ ਲੰਬੇ ਸਮੇਂ ਦੀ ਜਿਹੜੀ ਨੇੜਤਾ ਹੈਗੀ ਆ ਉਹ ਇੱਕ ਸਟੇਟਮੈਂਟ ਨਾਲ ਨਹੀਂ ਟੁੱਟ ਸਕਦੀ, ਇਹ ਜੱਗ ਜ਼ਾਹਰ ਹੈਗੀ ਹੈ। ਦੂਜੀ ਗੱਲ, ਜਿੱਥੋਂ ਤੱਕ ਇਹ ਉਸ ਤੋਂ ਬਾਅਦ ਵੀ ਹੁਣ ਜਿੰਨੀਆਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਪਰਿਵਾਰ ਦੀ ਬੈਕਗਰਾਉਂਡ ਵੀ ਆਈ ਹੈ, ਭਾਵੇਂ ਆਪਾਂ ਇਹ ਗੱਲ ਨੂੰ ਆਟੋਮੈਟਿਕਲੀ ਨਹੀਂ ਸਮਝਦੇ ਕਿ ਕਿਸੇ ਦਾ ਪਰਿਵਾਰ ਮਾੜਾ ਜਾਂ ਉਹਦਾ ਪਿਤਾ ਮਾੜਾ ਹੈਗਾ ਤੇ ਵੀ ਉਹ ਆਟੋਮੈਟਿਕਲੀ ਉਹਦੀ ਜਨਰੇਸ਼ਨ ਹੈ ਜਿਹੜੀ ਉਹਦੀ ਔਲਾਦ ਵੀ ਉਸੇ ਰਾਹ ਤੇ ਚੱਲੀ। ਪਰ ਇਸ ਦੇ ਪਿਤਾ ਦਾ ਜੋ ਵੇਰਵਾ ਮਿਲ ਰਿਹਾ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਉਹ ਬਿਲਕੁਲ ਜਿਹੜਾ ਹੈਗਾ ਸਮਾਜ ਦੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਜਿਹਨੂੰ ਕਹਿੰਦੇ ਆ, ਲੋਕ ਵਿਰੋਧੀ ਵਿਅਕਤੀ ਸੀਗਾ ਇਹਦਾ ਪਿਤਾ, ਤੇ ਉਹਦੀ ਡਿਟੇਲ 'ਚ ਵੀਡੀਓ ਜਾਰੀ ਹੋ ਚੁੱਕੀਆਂ ਨੇਗੀਆਂ ਜੀ। ਤਾਂ ਹੁਣ ਜਿਹੜੀ ਗੱਲ ਮਤਲਬ ਇੱਥੋਂ ਤੱਕ ਕਿ ਬਾਕੀ ਇੰਟਰਨੈਸ਼ਨਲ ਲੈਵਲ ਦੇ ਮੀਡੀਆ ਦੇ ਵਿੱਚ ਵੀ ਨਹੀਂ ਆ ਸਕੀ, ਉਹ ਇਹ ਹੈ ਕਿ ਉਹ ਬੰਦਾ ਉੱਥੇ ਜਾਂਦਾ ਹੈ, ਬਕਾਇਦਾ ਪਹਿਲਾਂ ਪਹੁੰਚਦਾ, ਉਹ ਕਿਸੇ ਉਹ ਜਿਹੜਾ ਹੈਗਾ ਟਰੈਕਟਰ ਮਾਰਚ ਦੇ ਵਿੱਚ ਦਿਖਾਈ ਨਹੀਂ ਦਿੰਦਾ, ਲਾਲ ਕਿਲੇ ਦੇ ਵਿੱਚ ਹੀ ਉਹ ਦਿਖਾਈ ਦਿੱਤਾ ਜਾਂਦਾ, ਉੱਥੇ ਹੀ ਉਹ ਐਪਰੀਸ਼ੀਏਟ ਕਰ ਰਿਹਾ, ਉੱਥੇ ਹੀ ਉਹ ਸਾਰਾ ਕੁਝ ਕਰਦਾ। ਉਸ ਤੋਂ ਬਾਅਦ ਉਹ ਵੀਡੀਓ ਦੇ ਉੱਤੇ ਮਤਲਬ ਆ ਕੇ ਮੋਟਰਸਾਈਕਲ ਦੇ ਰਾਹੀਂ ਉੱਥੋਂ ਫਰਾਰ ਹੋ ਜਾਂਦਾ, ਤੇ ਉਸਨੂੰ ਉਦੋਂ ਤੱਕ ਜਦੋਂ ਤੱਕ ਕਿ ਸੋਸ਼ਲ ਮੀਡੀਆ 'ਚ ਉਹਦਾ ਕ੍ਰਿਟਿਸਿਜ਼ਮ ਨਹੀਂ ਹੋ ਜਾਂਦਾ, ਹਾਈਲਾਈਟ ਨਹੀਂ ਹੋ ਜਾਂਦਾ, ਪੂਰੀ ਤਰ੍ਹਾਂ ਸਰਕਾਰ ਐਕਸਪੋਜ਼ ਨਹੀਂ ਹੋ ਜਾਂਦੀ, ਉਦੋਂ ਤੱਕ ਉਹਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਕਰਨ ਦਾ ਐਲਾਨ ਨਹੀਂ ਕੀਤਾ। ਜਦੋਂ ਕਿ ਵੱਡੀ ਪੱਧਰ ਦੇ ਉੱਤੇ ਨੌਜਵਾਨਾਂ ਨੂੰ, ਜਿਹੜੇ ਹੁਣ ਵੀ ਆ ਰਹੀ ਹੈ, ਜਿਨ੍ਹਾਂ ਦੀ ਗਿਣਤੀ ਵੱਖ-ਵੱਖ ਪਿੰਡਾਂ ਦੀ, ਭਾਵੇਂ ਉਹ ਤਲਵੰਡੀ ਸਾਬੋ ਦੇ ਨੇ, ਭਾਵੇਂ ਉਹ ਜਲੰਧਰ ਡਿਸਟ੍ਰਿਕਟ ਦੇ ਨੇ, ਭਾਵੇਂ ਉਹ ਤਰਨਤਾਰਨ ਦੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਮੋਗੇ ਦੇ ਨੇਗੇ, ਜਿਹੜੇ 200 ਦੇ ਕਰੀਬ ਇਹਨਾਂ ਨੇ ਮਤਲਬ ਜਿਹੜੇ ਹੈਗਾ ਅਰੈਸਟ ਕੀਤੇ ਆ, ਤਿਹਾੜ ਜੇਲ੍ਹ ਦੇ ਵਿੱਚ ਨੇਗੇ, ਬਹੁਤ ਸਾਰੀਆਂ ਜੇਲ੍ਹਾਂ ਦੇ ਵਿੱਚ ਭੇਜੇ। ਉਸ ਤੋਂ ਇਹ ਸਾਰਾ ਕੁਝ ਹੋਣ ਤੋਂ ਬਾਅਦ ਉਹਨਾਂ ਨੇ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਇੰਪਲੀਕੇਟ ਕੀਤਾ ਕਿ ਅਸੀਂ ਇਹਦੇ ਤੇ ਵੀ ਕਾਰਵਾਈ ਕਰਾਂਗੇ, ਜਦੋਂ ਬਾਰ-ਬਾਰ ਜਿਹੜਾ ਹੈਗਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਸੋ ਦੂਸਰੀ ਗੱਲ, ਜਿਹੜੇ ਮਤਲਬ ਇੱਕ ਕਿਸਾਨ ਜਥੇਬੰਦੀ ਹੈਗੀ ਆ, ਉਹ ਤਾਂ ਪਹਿਲਾਂ ਤੋਂ ਹੀ ਵੱਖਰਾ ਚੱਲ ਰਹੀ ਹੈ, ਉਹਦਾ ਐਲਾਨ ਉਹਨਾਂ ਨੇ ਕੀਤਾ ਕਿ ਅਸੀਂ ਰਿੰਗ ਰੋਡ ਦੇ ਉੱਤੇ ਹੀ ਕਰਾਂਗੇ, ਕਿਉਂਕਿ ਪਹਿਲਾਂ ਜਿਹੜਾ ਰਿੰਗ ਰੋਡ ਵਾਲੀ ਗੱਲ ਸਥਾਪਿਤ ਕੀਤੀ ਹੋਈ ਹੈ। ਪਰ ਉਹਦੇ ਬਾਰੇ ਜਿਹੜਾ ਸੰਯੁਕਤ ਮੋਰਚੇ ਨੇ ਸਟੈਂਡ ਲਿਆ, ਜਿੱਥੋਂ ਕੁਝ ਐਵੀਡੈਂਸ ਦੇ ਤੌਰ ਦੇ ਉੱਤੇ ਆਪਾਂ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ, ਉਹਨਾਂ ਨੇ ਇਹ ਤਾਂ ਜ਼ਰੂਰ ਕੀਤਾ, ਉਹਨਾਂ ਨੂੰ ਗਦਾਰ ਤੱਕ ਡਿਕਲੇਅਰ ਕੀਤਾ ਹੈਗਾ, ਜਿਹੜੀ ਪੰਧੇਰ ਵਾਲੀ ਆਰਗੇਨਾਈਜੇਸ਼ਨ ਹੈਗੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੀ, ਪਰ ਉਹਦੇ ਖਿਲਾਫ ਇਹ ਵੀ ਕਿਹਾ ਕਿ ਇਹਨਾਂ ਦਾ ਸਰਕਾਰ ਨਾਲ ਸੌਦਾ ਹੋਇਆ। ਪਰ ਮੇਰਾ ਖਿਆਲ ਹੈ ਇਹ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋ, ਜਦੋਂ ਤੱਕ ਪੂਰੀ ਐਵੀਡੈਂਸ ਨਹੀਂ ਮਿਲ ਜਾਂਦੀ। ਉਹਨਾਂ ਦਾ ਜਿਹੜਾ ਵਰਸ਼ਨ ਇਹ ਹੈ ਕਿ ਅਸੀਂ ਉੱਥੇ ਲੈ ਬੈਠੇ ਤੇ ਜਾਣੀ ਕਿ ਅਸੀਂ ਉਸ ਟਰੈਕ ਦਾ ਸਵਾਰ ਹੋ ਗਏ, ਸਾਡੀ ਜਿਹੜੀ ਜਨਤਾ ਹੈਗੀ ਉਹ ਵੀ ਉੱਧਰ ਚਲੀ ਗਈ, ਵਿਚਕਾਰ ਚਲੀ ਗਈ। ਤੇ ਕੱਲ ਦਾ ਜਿਹੜਾ ਅਟੈਕ ਹੈ ਉਹਨਾਂ ਦੇ ਸਟੇਜ ਦੇ ਉੱਤੇ ਹੋਇਆ, ਜਿਹੜਾ ਮਤਲਬ ਉਹਨਾਂ ਨੂੰ ਲਿਆ ਕੇ, ਉਹਦੇ ਵਿੱਚ ਵੀ ਜਿਹੜਾ ਹੈਗਾ ਦੋ ਤਰ੍ਹਾਂ ਦੇ ਵਰਸ਼ਨ ਆ ਰਹੇ। ਸੰਯੁਕਤ ਮੋਰਚੇ ਦੀ ਸਟੇਜ ਤੋਂ ਜਿਹੜਾ ਐਲਾਨ ਕੀਤਾ ਗਿਆ ਉਹ ਇਹ ਕੀਤਾ ਗਿਆ ਕਿ ਇਹ ਮੋਦੀ ਦੀ ਸਟੇਜ ਹੈ, ਜਦੋਂ ਮੋਦੀ ਨੇ ਚਾਹਿਆ ਉਦੋਂ ਲਵਾਈ ਹੈ, ਜਦੋਂ ਮੋਦੀ ਚਾਹੂਗਾ ਇਹ ਉਖਾੜ ਦਿੱਤੀ ਜਾਊਗੀ ਜਾਂ ਹਟਾ ਦਿੱਤੀ ਜਾਊਗੀ, ਇਹ ਮੋਦੀ ਮੁਤਾਬਕ ਚੱਲਣ ਵਾਲੀ ਸਟੇਜ ਹੈ। ਤੇ ਸੰਯੁਕਤ ਮੋਰਚੇ ਦੀ ਸਟੇਜ ਤੋਂ ਵੀ
ਮਤਲਬ ਜਿਹੜਾ ਬਕਾਇਦਾ ਜ਼ਿੰਮੇਵਾਰ ਆਗੂਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਤੁਸੀਂ ਉਹਨਾਂ ਦੀ ਮਦਦ ਤੇ ਬਿਲਕੁਲ ਨਹੀਂ ਜਾਣਾ, ਜਿਹੜਾ ਜਾਊਗਾ ਉਹ ਮੋਦੀ ਦਾ ਸਪੋਰਟਰ ਹੋਊਗਾ। ਤਾਂ ਹੁਣ ਇਹ ਗੱਲ ਜੇ ਸੰਯੁਕਤ ਮੋਰਚਾ ਦੇ ਐਂਗਲ ਤੋਂ ਦੇਖਿਆ ਜਾਵੇ ਫਿਰ ਤੇ ਉਹ ਬਿਲਕੁਲ ਜਿਹੜੀ ਹੈਗੀ ਆ ਉਹਨਾਂ ਦੀ ਸਰਕਾਰ ਦੇ ਨਾਲ ਕੋਈ ਸਾਂਠ-ਗਾਂਠ ਹੈ ਜੀ, ਪਰ ਉਹਦੇ ਵਿੱਚ ਅਜੇ ਤੱਕ ਕੰਕਰੀਟ ਦੇਖੋ ਇਹਦੇ ਨਾਲ ਜਿਹੜਾ ਸਟਰਗਲ ਨੂੰ ਡੈਮੇਜ ਕੀਤਾ ਉਹਨਾਂ ਨੇ, ਇਹਦੇ ਵਿੱਚੋਂ ਤਾਂ ਇਹ ਬਣਦਾ ਹੈਗਾ ਕਿ ਬਾਕੀ ਉਹਨਾਂ ਦੀ ਵੀ ਕੋਈ ਸਾਂਠ-ਗਾਂਠ ਹੋ ਸਕਦੀ ਹੈ। ਇਸ ਪੋਸੀਬਿਲਿਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ, ਪਰ ਹਜੇ ਸਮਾਂ ਮਤਲਬ ਜਿਹੜਾ ਹੈਗਾ ਆਪਾਂ ਇਹ ਪ੍ਰੀਮੈਚੁਰ ਸਟੇਟਮੈਂਟ ਹੋਊ ਮੇਰੇ ਖਿਆਲ ਮੁਤਾਬਿਕ ਆਪਾਂ ਇਹ ਗੱਲ ਨੂੰ ਕਨਫਰਮ ਕਰਦੇ ਹਾਂ ਕਿ ਬਾਕੀ ਉਹਨਾਂ ਨੇ ਵੀ ਕੰਸਪੀਰੇਸੀ ਕੀਤੀ ਹੈ, ਜਿਵੇਂ ਕਿ ਦੀਪ ਸਿੱਧੂ ਜਾਂ ਉਹਦੇ ਨਾਲ ਦੇ ਕੁਝ ਹੋਰ ਲੱਖਾ ਸਿਧਾਣਾ ਵਗੈਰਾ ਜਿਹੜਾ ਤਬਕਾ ਸੀਗਾ ਜਿਹੜਾ ਪਹਿਲਾਂ ਤੋਂ ਇਸ ਤਰ੍ਹਾਂ ਦੇ ਟਰੈਕ ਤੇ ਚੱਲਦਾ ਜੀ। ਬਿਲਕੁਲ ਕੁਝ ਗੱਲਾਂ ਦਾ ਨਤਾਰਾ ਬਿਲਕੁਲ ਸਮੇਂ ਨੇ ਕਰਨਾ, ਕੁਝ ਐਵੀਡੈਂਸ ਆ ਰਹੇ ਨੇ, ਕੁਝ ਸੰਕੇਤ ਮਿਲ ਰਹੇ ਨੇ ਤੇ ਕੁਝ ਸੰਭਾਵਨਾਵਾਂ ਦੇਖੀਆਂ ਜਾ ਰਹੀਆਂ ਨੇ। ਪ੍ਰੋਫੈਸਰ ਘੁੰਮਣ ਸਾਹਿਬ, ਜਿਨ੍ਹਾਂ ਐਲੀਮੈਂਟਸ ਦੀ ਆਪਾਂ ਹੁਣ ਪਛਾਣ ਕਰ ਰਹੇ ਹਾਂ ਕਿ ਇਹਨਾਂ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾਂ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਜਾਂ ਸੰਘਰਸ਼ ਨੂੰ ਪੁੱਠੇ ਪੈਰੀ ਕਰਤਾ, ਕਿ ਇਹਨਾਂ ਦੇ ਸੰਕੇਤ ਕੋਈ ਪਹਿਲਾਂ ਨਹੀਂ ਸੀ? ਇਹਨਾਂ ਦਾ ਨਿਖੇੜਾ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਨਹੀਂ ਕਰ ਸਕਦਾ ਸੀ ਜੇ ਇਸ ਅਣਹੋਣੀ ਤੋਂ ਕੋਈ ਬਚਿਆ ਜਾ ਸਕਦਾ ਜਿਹੜੀ ਬਾਅਦ ਦੇ ਵਿੱਚ ਵਾਪਰਨ ਤੋਂ ਬਾਅਦ ਅਸੀਂ ਡਿਸਕਸ ਕਰ ਰਹੇ ਹਾਂ? ਦੇਖੋ, 32 ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ, 40 ਹੋ ਗਈਆਂ, ਫਿਰ ਹੋਰ ਹਿੰਦੁਸਤਾਨ ਦੀਆਂ ਜਥੇਬੰਦੀਆਂ ਰਲ ਗਈਆਂ ਜੀ। ਇੱਕ ਜਥੇਬੰਦੀ ਜਿਵੇਂ ਪ੍ਰੋਫੈਸਰ ਜੈਬ ਸਿੰਘ ਹੋਰਾਂ ਵੀ ਕਿਹਾ, ਪੰਧੇਰ ਵਾਲੀ, ਰਾਮ ਪੰਨੂ ਵਾਲੀ, ਉਹ ਇਹਨਾਂ ਸੰਯੁਕਤ ਮੋਰਚੇ ਦਾ ਹਿੱਸਾ ਸੀ ਜੀ, ਪਰ ਉਹ ਇੱਕ ਵੱਖਰੀ ਲਾਈਨ ਵੀ ਲੈ ਰਹੇ ਸਨ। ਦੂਜੇ ਪਾਸੇ ਜਿਹੜੇ ਤੁਸੀਂ ਐਲੀਮੈਂਟ ਕਹੇ ਨੇ ਜਿਨ੍ਹਾਂ ਨੇ ਵਾਇਲੈਂਸ ਨੂੰ ਉਕਸਾਇਆ ਜਾਂ ਲੀਡ ਕੀਤੀ ਜਾਂ ਉੱਥੇ ਲਾਲ ਕਿਲੇ ਤੇ ਜਾ ਕੇ ਝੰਡਾ ਲਹਿਰਾਇਆ, ਉਹ ਇੱਕ ਦੂਸਰਾ ਹਿੱਸਾ ਹੈ। ਜਿੰਨੀ ਕੁ ਮੀਡੀਆ ਰਾਹੀਂ ਜਾਣਕਾਰੀ ਹੁਣ ਤੱਕ ਮਿਲੀ ਹੈ ਜਾਂ ਇੱਧਰੋਂ ਉੱਧਰੋਂ ਜਾਣਕਾਰੀ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਸੀਗੀ ਉਹ ਔਨ ਐਂਡ ਆਫ ਅਕਸਰ ਹੀ ਇਸ ਬਾਰੇ ਆਪਣੇ ਕਾਡਰ ਨੂੰ ਤੇ ਲੀਡਰਸ਼ਿਪ ਨੂੰ ਚੇਤਨ ਕਰਦੀ ਰਹੀ ਹੈ, ਚੇਤਾਵਨੀ ਵੀ ਦਿੰਦੀ ਰਹੀ ਹੈ, ਔਰ ਜਿਹੜੇ ਦੋ ਨਾਂ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਸਟੇਜ ਵੀ ਸਾਂਝੀ ਕਰਨ ਦੀ ਇਜਾਜ਼ਤ ਉਹ ਨਹੀਂ ਸੀ ਦਿੰਦੇ, ਪਰ ਉਹਨਾਂ ਨੇ ਵੱਖਰੀ ਸਟੇਜ ਵੀ ਲਾਈ। ਸੋ ਇਹ ਤਾਂ ਇੱਕ ਹਿੱਸਾ ਹੈ। ਦੂਜਾ ਹੈ ਕਿ ਸ਼ਾਇਦ ਸੰਯੁਕਤ ਮੋਰਚਾ ਜਿਹੜਾ ਜੇ 25 ਤਰੀਕ ਨੂੰ ਜਿਹੜੀ ਇਨਫੋਰਮੇਸ਼ਨ ਛਾਇਆ ਹੋਈ ਜੋ ਨੇ ਜਿਵੇਂ ਸਟੇਜ ਕੀਤੀ, ਤਾਂ ਜੇ ਉਹ ਚੀਫ ਜਸਟਿਸ ਆਫ ਇੰਡੀਆ ਨੂੰ, ਪ੍ਰਾਈਮ ਮਿਨਿਸਟਰ ਨੂੰ, ਦਿੱਲੀ ਪੁਲਿਸ ਕਮਿਸ਼ਨਰ ਨੂੰ, ਹੋਮ ਮਿਨਿਸਟਰ ਨੂੰ ਇੱਕ ਮੈਸੇਜ ਫਲੈਸ਼ ਕਰਦੇ ਕਿ ਆਹ ਬੰਦੇ ਨੇ, ਸਾਨੂੰ ਖਦਸ਼ਾ ਹੈ ਕਿ ਇਹ ਆਪਣੇ ਬਲਬੂਤੇ ਤੇ ਜਾਂ ਸਰਕਾਰ ਦੀ ਸ਼ਹਿ ਤੇ ਸਾਨੂੰ ਇਹ ਸਾਡੀ ਪੀਸਫੁਲ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ 2 ਮਹੀਨਿਆਂ ਤੋਂ, ਉਹਨੂੰ ਇੱਕ ਵਾਇਲੈਂਸ ਦਾ ਰੂਪ ਦੇ ਸਕਦੀ ਹੈ, ਤਾਂ ਉਹ ਇੱਕ ਰਿਕਾਰਡ ਦਾ ਹਿੱਸਾ ਬਣਦੀ। ਪਰ ਕਿਉਂਕਿ ਉਸ ਮੌਕੇ 25 ਦੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਵੀ ਬਹੁਤ ਪ੍ਰੈਸ਼ਰ ਹੋਏਗਾ, ਉਹਨਾਂ ਨੇ ਸਾਰਾ ਕੁਝ ਤੈਅ ਵੀ ਕੀਤਾ ਸੀ, ਆਪਣੇ ਵਲੰਟੀਅਰਸ ਵੀ ਖੜੇ ਸੀ, ਪਰ ਵਲੰਟੀਅਰਸ ਤਾਂ ਇਹਨਾਂ ਦੀ ਮੂਵ 11 ਵਜੇ ਸ਼ੁਰੂ ਹੋਣੀ ਸੀ, ਵਲੰਟੀਅਰਸ ਘੰਟਾ ਪਹਿਲਾਂ ਉੱਥੇ ਚਲੇ ਜਾਂਦੇ, ਪਰ ਸਾਰਾ ਕੁਝ ਤਾਂ ਉਸ ਤੋਂ ਪਹਿਲਾਂ ਹੋ ਚੁੱਕਿਆ ਸੀ। ਸੋ ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ। ਜਿਵੇਂ ਤੁਸੀਂ ਕਿਹਾ ਕਿ ਕੁਝ ਚੀਜ਼ਾਂ ਤਾਂ ਸਮੇਂ ਨਾਲ ਆਉਣੀਆਂ ਨੇ, ਕੁਝ ਆ ਰਹੀਆਂ ਨੇ, ਪਰ ਜਿਹੜਾ ਇੱਕ ਪ੍ਰਾਈਮਾ ਫੇਸੀ ਐਵੀਡੈਂਸ ਹੁੰਦਾ ਹੈ ਉਹ ਜ਼ਰੂਰ ਹੈ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਤਾਂ ਜਿਹੜੇ ਲੱਖਾਂ ਕਿਸਾਨ ਆਪਣੇ ਤੈਅਸ਼ੁਦਾ ਰੂਟ ਤੇ ਸ਼ਾਂਤਮਈ ਤਰੀਕੇ ਨਾਲ ਜਾਂਦੇ ਨੇ ਔਰ ਉਹਨਾਂ ਦੇ ਸਿੰਪੈਥਾਈਜ਼ਰ ਦਿੱਲੀ ਚੋਂ ਫੁੱਲਾਂ ਦੀ ਵਰਖਾ ਵੀ ਕਰਦੇ ਨੇ, ਪਰ ਉਹਨਾਂ ਨੂੰ ਕੋਈ ਕਵਰੇਜ ਜਿਹੜੀ ਹੈ ਉਹ ਨਹੀਂ ਦਿੱਤੀ ਜਾਂਦੀ। ਉਹ ਆਮ ਤੌਰ ਤੇ ਕਿਹਾ ਜਾਂਦਾ ਗੋਦੀ ਮੀਡੀਆ, ਇਹ ਮੈਨੂੰ ਟਰਮ ਲੱਗੀ ਹੈ ਕਿ ਅਸਲ ਵਿੱਚ ਇਹ ਨਾ ਗੋਦੀ ਮੀਡੀਆ ਤੋਂ ਅੱਗੇ ਹੈ, ਸਾਰਾ ਮੀਡੀਆ ਕਾਰਪੋਰੇਟਸ ਦਾ ਹੈ ਔਰ ਸਰਕਾਰ ਨੂੰ ਦਿਸ਼ਾ ਨਿਰਦੇਸ਼ ਵੀ ਕਾਰਪੋਰੇਟਸ ਦਿੰਦੀਆਂ ਨੇ, ਇਹ ਵੀ ਕੋਈ ਬਹੁਤੀ ਉਹ ਅਤਕਥਨੀ ਨਹੀਂ ਹੈ। ਸੋ ਇਸ ਕਰਕੇ ਉਹ ਮੀਡੀਆ ਗੋਦੀ ਮੀਡੀਆ ਨਹੀਂ ਹੈ, ਉਹ ਕਾਰਪੋਰੇਟ ਮੀਡੀਆ ਤੇ ਕਾਰਪੋਰੇਟ ਸਰਕਾਰ ਹੈ। ਸੋ ਇਸ ਕਰਕੇ ਇਹਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਹੈ। ਤੀਜੀ ਗੱਲ ਜਿਹੜੀ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ ਕਿ 7:30 ਵਜੇ ਜਾਂ 8 ਵਜੇ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਹੈ ਜਾਂ ਉਹ ਬੈਰੀਕੇਡ ਤੋੜ ਦਿੰਦੇ ਨੇ, ਉਸ ਮੌਕੇ ਕਿਉਂ ਨਹੀਂ ਰਜਿਸਟੈਂਸ ਹੋਈ? ਔਰ ਜਿਹੜਾ ਕਿ ਲਾਲ ਕਿਲਾ ਹੈ ਇਹ ਇੱਕ ਸਿੰਬਲ ਹੈ ਹਿੰਦੁਸਤਾਨ ਦੇ ਪਾਵਰ ਦਾ ਜਾਂ ਇੱਕ ਬਹੁਤ ਰਿਸਪੈਕਟਫੁਲ ਹੈ, ਉਹ
ਉਸ ਦੀ ਸਰਕਾਰ ਨੂੰ ਉਸ ਦੀ ਰਾਖੀ ਕਰਨੀ ਬਣਦੀ ਹੈ। ਔਰ ਅੱਜ ਮੈਂ ਇੱਕ ਪੜ੍ਹ ਰਿਹਾ ਸੀ ਕਿ ਲੈਫਟੀਨੈਂਟ ਜਨਰਲ ਮਹਾਰਾਸ਼ਟਰ ਦਾ ਕੋਈ ਰਿਟਾਇਰ ਹੋਇਆ, ਉਹਨਾਂ ਨੇ ਓਪਨ ਲੈਟਰ ਵੀ ਲਿਖੀ ਹੈ ਕਿ ਆਮ ਤੌਰ ਤੇ ਤਾਂ ਉੱਥੇ ਆਰਮੀ ਦੀ ਬਟਾਲੀਅਨ ਵੀ ਹੁੰਦੀ ਹੈ ਕਿਲੇ 'ਚ, ਤਾਂ ਉਸ ਮੌਕੇ ਏਦਾਂ ਦੀ ਸਿਕਿਉਰਿਟੀ ਕਿਉਂ ਨਹੀਂ ਸੀ? ਇਹ ਸਾਰਾ ਕੁਛ। ਔਰ ਇਸ ਤੋਂ ਉੱਪਰ ਜਿਹੜਾ 24 ਘੰਟੇ ਤੁਸੀਂ ਇੰਟਰਨੈਟ ਬੰਦ ਕਰਨਾ ਤਾਂ ਕਿ ਦੂਜਾ ਵਰਸ਼ਨ ਕੋਈ ਜਾ ਹੀ ਨਾ ਸਕੇ, ਕਿਉਂਕਿ ਗੋਦੀ ਮੀਡੀਆ ਉਹਨਾਂ ਨੂੰ ਤਾਂ ਕਵਰ ਹੀ ਨਹੀਂ ਕਰਦਾ, ਔਰ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀ ਕਵਰੇਜ ਦੇਣੀ ਸੀ, ਪਰ ਉਹ ਜਿਹੜਾ ਇੰਟਰਨੈਟ ਜੈਮ ਕਰ ਦਿੱਤਾ। ਔਰ ਹੁਣ ਵੀ ਜਦੋਂ ਇੱਕ ਵਾਰੀ ਇਲਜ਼ਾਮ ਲੱਗ ਗਿਆ ਤਾਂ ਉਸ ਤੋਂ ਬਾਅਦ ਹੁਣ ਫੇਰ 17 ਜ਼ਿਲ੍ਹਿਆਂ 'ਚ ਹਰਿਆਣੇ ਦੇ ਔਰ 3 ਬਾਰਡਰਸ ਤੇ ਜਿਹੜਾ ਉਹ ਇੰਟਰਨੈਟ ਜਾਮ ਕੀਤਾ ਹੋਇਆ, ਇੰਟਰਨੈਟ ਨਹੀਂ ਚੱਲ ਰਿਹਾ। ਸੋ ਇਹ ਆਪਣੇ ਆਪ 'ਚ ਸੰਕੇਤ ਨੇ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਜਾਂ ਮੀਡੀਆ ਜਿਹੜਾ ਸੋ ਕਾਲਡ, ਜਿਹਨੂੰ ਕਾਰਪੋਰੇਟ ਮੀਡੀਆ ਕਹਿ ਲਓ, ਗੋਦੀ ਮੀਡੀਆ ਕਹਿ ਲਓ, ਉਹ ਇੱਕੋ ਵਰਸ਼ਨ ਜਿਹੜੀ ਹੈ ਉਹ ਦੇਣਾ ਚਾਹੁੰਦਾ ਹੈ, ਦੂਜੀ ਵਰਸ਼ਨ ਉਹ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦਾ ਹੈ। ਅੱਜ ਵੀ ਹੁਣ ਮੋਬਿਲਾਈਜੇਸ਼ਨ ਜਿਹੜੀ ਕਿਸਾਨਾਂ ਨੇ ਰੀਮੋਬਿਲਾਈਜ਼ ਕੀਤਾ ਹੈ ਆਪਣੇ ਆਪ ਨੂੰ, ਉਹ ਨੂੰ ਵੀ ਕਵਰ ਨਹੀਂ ਹੋ ਰਿਹਾ, ਔਰ ਜਿਹੜਾ ਸੋਸ਼ਲ ਮੀਡੀਆ ਉਹ ਅਜੇ ਅਲਾਉ ਨਹੀਂ ਕੀਤਾ ਜਾ ਰਿਹਾ ਕਿਉਂਕਿ ਇੰਟਰਨੈਟ ਬੰਦ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਪ੍ਰੋਫੈਸਰ ਜੈਪ ਸਿੰਘ ਜੀ, ਇੱਕ ਗੱਲ ਆਪਾਂ ਜਿਹੜੀ ਹੁਣ ਡਿਸਕਸ ਕੀਤੀ ਹੈ ਕਿ ਕੁਝ ਬੰਦਿਆਂ ਨੇ ਜਾਂ ਕੁਝ ਆਰਗੇਨਾਈਜੇਸ਼ਨ ਨੇ ਮੌਕੇ ਤੇ ਇਹ ਸਾਰਾ ਖੇਡ ਵਿਗਾੜਿਆ, ਜਿਨ੍ਹਾਂ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਪਰ ਕੀ ਇਸ ਤੋਂ ਬਿਨਾਂ ਜਿਹੜੀ ਸਾਰੀ ਪਲਾਨ ਕੀਤਾ ਗਿਆ ਸੀ ਉਹਦੇ ਵਿੱਚ ਵੀ ਕੁਝ ਕਮੀਆਂ ਸੀਆਂ ਕਿ ਬਹੁਤ ਸਾਰੇ ਜਿਹੜੇ ਅਣਭੋਲ ਲੋਕ ਸੀ, ਜਿਨ੍ਹਾਂ ਨੂੰ ਦਿੱਲੀ ਦੀ ਲੋਕੇਸ਼ਨ ਬਾਰੇ ਨਹੀਂ ਪਤਾ ਸੀ, ਉਹ ਮਤਲਬ ਮਿਸ ਟਰੈਕ ਹੋਏ ਹੋਣ, ਉਧਰ ਨੂੰ ਚਲੇ ਗਏ ਹੋਣ, ਪਲੈਨਿੰਗ ਦੀ ਕਮੀ ਕਿਤੇ ਨਾ ਕਿਤੇ ਰਹੀ। ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਆਗੂਆਂ ਨੇ ਪੂਰਾ ਪਲਾਨਡ ਏਜੰਡਾ ਸਾਨੂੰ ਨਹੀਂ ਦਿੱਤਾ, ਜਿਹਦੇ ਕਰਕੇ ਮਤਲਬ ਇਹ ਅੰਦੋਲਨ ਭਟਕਿਆ। ਇਹ ਵੀ ਕੋਈ ਕਾਰਨ ਬਣਦਾ ਤੁਹਾਡੀ ਨਜ਼ਰ ਦੇ ਵਿੱਚ? ਜਿੱਥੋਂ ਤੱਕ ਸਟਰੈਂਥ ਦੇ ਹਿਸਾਬ ਨਾਲ ਜਿੰਨੀ ਮਤਲਬ ਜਿਹੜੀ ਹੈਗੀ ਆ ਪੰਜਾਬ ਦੇ ਵਿੱਚੋਂ ਜਿੰਨੀ ਸਟਰੈਂਥ ਉੱਤੇ ਪਹੁੰਚੀ ਕਿਸਾਨਾਂ ਦੀ ਜਾਂ ਟਰੈਕਟਰ ਪਹੁੰਚੇ ਜੀ, ਅਸੈਸਮੈਂਟ ਦੇ ਮਾਮਲੇ ਤੇ ਤਾਂ ਮੈਂ ਸਮਝਦਾ ਵੀ ਸੀਮਤ ਹੀ ਰਹੀ ਹੈ ਲੀਡਰਸ਼ਿਪ ਦੀ, ਕੋਈ ਰੌਲਾ ਨਹੀਂ। 26-27 ਨਵੰਬਰ ਵੇਲੇ ਵੀ ਅਸੈਸਮੈਂਟ ਜਿਹੜੀ ਹੈਗੀ ਆ ਉਹ ਥੋੜੀ ਪੈ ਗਈ ਸੀ। ਉਦੋਂ ਵੀ ਲੀਡਰਸ਼ਿਪ ਦੀ ਅਸੈਸਮੈਂਟ ਇਹ ਨਹੀਂ ਸੀਗੀ ਕਿ ਐਡੀ ਵੱਡੀ ਪੱਧਰ ਦੇ ਉੱਤੇ ਕਿਸਾਨ ਪਹੁੰਚ ਜਾਣਗੇ। ਇਸੇ ਕਰਕੇ ਬਾਰਡਰਾਂ ਦੇ ਉੱਤੇ ਵੀ ਜਿੱਥੇ ਵੀ ਰੋਕਿਆ ਜਾਊਗਾ ਉੱਥੇ ਧਰਨੇ ਮਾਰ ਦਿੱਤੇ ਜਾਣਗੇ। ਮੈਨੂੰ ਲੱਗਦਾ ਇਹ ਵੀ ਉਸ ਅਸੈਸਮੈਂਟ ਚੋਂ ਨਿਕਲੀ ਸੀ। ਇਹ ਦੂਜੀ ਵਾਰ ਹੈਗੀ ਹੈ ਵੀ ਜਦੋਂ ਮਤਲਬ ਪੰਜਾਬ ਨੂੰ ਕਾਲ ਦਿੱਤੀ ਗਈ, ਉਹ ਤੋਂ ਕਈ ਗੁਣਾ ਮਤਲਬ ਜਿਹੜੇ ਹੈਗੇ ਆ ਉੱਥੇ ਜਨਸੰਖਿਆ ਪਹੁੰਚੀ ਹੈਗੀ ਹੈ ਜਾਂ ਟਰੈਕਟਰ ਪਹੁੰਚੇ ਨੇ, ਪਰ ਬਾਵਜੂਦ ਇਸ ਮਤਲਬ ਜਿਹੜੀ ਹੈਗੀ ਆ ਘੱਟ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਸਹੀ ਅਸੈਸਮੈਂਟ ਦੇ ਵਿੱਚ ਸੀਮਤ ਹੀ ਰਹਿਣ ਦੇ ਬਾਵਜੂਦ ਵੀ ਜਿਹੜੀ ਲੀਡਰਸ਼ਿਪ ਵੱਲੋਂ ਪਲੈਨਿੰਗ ਕੀਤੀ ਗਈ ਸੀ, ਉਹਦੇ ਵਿੱਚ ਇੱਕ ਧਾਰਨਾ ਉਹਨਾਂ ਦੀ ਬੜੀ ਸਿਆਣਪ ਵਾਲੀ ਸੀਗੀ ਕਿ ਜੇ ਆਪਾਂ ਰਿੰਗ ਰੋਡ ਮੰਗ ਰਹੇ ਹਾਂ, ਆਊਟਰ ਰਿੰਗ ਰੋਡ, ਤੇ ਸਰਕਾਰ ਨਾਲ ਕਨਫਰੰਟੇਸ਼ਨ ਆਊ। ਸਰਕਾਰ ਉਹਦੇ ਤੇ ਅੜ ਗਈ ਸੀ ਕਿ ਅਸੀਂ ਨਹੀਂ ਦੇਣੀ। ਕਨਫਰੰਟੇਸ਼ਨ ਤੋਂ ਜਿਹੜੀ ਭਾਵਨਾ ਇਹਨਾਂ ਦੀ ਸੀਗੀ ਕਿ ਆਪਾਂ ਹਿੰਸਾ ਦੇ ਵਿੱਚ ਨਹੀਂ ਪੈਣਾ, ਕਨਫਰੰਟੇਸ਼ਨ ਆਏਗੀ ਤੇ ਐਡੀ ਵੱਡੀ ਮੋਬਿਲਾਈਜੇਸ਼ਨ ਹੈ, ਇੱਕ ਵਾਰੀ ਜਿਹੜੀ ਹਿੰਸਾ ਸ਼ੁਰੂ ਹੋ ਗਈ ਤਾਂ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਊਗਾ। ਇਸੇ ਕਰਕੇ ਸਰਕਾਰ ਵੱਲੋਂ ਜਿਹੜੇ ਡਿਫਰੈਂਟ ਰੂਟ ਤੈਅ ਕਰਕੇ ਦਿੱਤੇ ਗਏ ਸੀ, ਉਹਨਾਂ ਦੇ ਉੱਤੇ ਸਹਿਮਤੀ ਦਿੱਤੀ ਗਈ, ਜਿਹੜੇ ਨੂੰ ਇਹਨਾਂ ਨੇ ਪੇਸ਼ ਕੀਤਾ ਹੈ ਮਤਲਬ ਦੀਪ ਸਿੱਧੂ ਵਰਗਿਆਂ ਨੇ ਵੀ ਇਹ ਸਰੈਂਡਰ ਕਰ ਗਏ, ਇਹ ਉਸ ਦੇ ਸਟੈਂਡ ਤੇ ਨਹੀਂ ਰਹੇ, ਉਹਨਾਂ ਦੇ ਮਗਰ ਲੱਗ ਗਏ ਸਰਕਾਰ ਦੇ। ਇਸ ਨੂੰ ਵਰਤਿਆ ਵੀ ਉਹਨਾਂ ਨੇ ਕਿਉਂਕਿ ਟਾਈਮ ਬੜਾ ਥੋੜਾ ਸੀਗਾ। 3 ਦਿਨ ਆਊਟਰ ਰਿੰਗ ਰੋਡ ਦੀ ਗੱਲ ਹੁੰਦੀ ਰਹੀ, ਓਪਨਲੀ ਇਹ ਬੋਲਿਆ ਜਾਂਦਾ ਰਿਹਾ। ਬਿਲਕੁਲ 24 ਤੋਂ ਬਾਅਦ ਮਤਲਬ ਫੌਰੀ ਉਹਨਾਂ ਨੂੰ ਉਹ ਰੂਟ ਮੰਨਣੇ ਪਏ ਲੀਡਰਸ਼ਿਪ ਨੂੰ, ਹੋਰ ਕੋਈ ਚਾਰਾ ਨਹੀਂ ਸੀਗਾ ਕਿਉਂਕਿ ਸਰਕਾਰ ਇਹ ਚਾਹੁੰਦੀ ਸੀ ਵੀ ਕਨਫਰੰਟੇਸ਼ਨ ਹੋਵੇ, ਇਹ ਅਵੋਇਡ ਕਰਦੇ ਸੀਗੇ। ਹੁਣ ਇਹਦੀ ਇੱਕ ਮੈਂ ਤੁਹਾਨੂੰ ਜਿਹੜੀ ਹੈਗੀ ਆ ਹੋਰ ਮਿਸਾਲ ਦਿੰਦਾ। ਪ੍ਰੋਫੈਸਰ ਘੁੰਮਣ ਵਾਲੀ ਗੱਲ ਦੇ ਵਿੱਚ ਵੀ ਵਾਧਾ ਹੋ ਜਾਏਗਾ ਉਸ ਗੱਲ ਦਾ ਕਿ ਇੱਥੋਂ ਆਪਣੇ ਪਟਿਆਲੇ ਦੇ ਵਿੱਚ ਵੀ ਜਿਹੜੇ ਫਾਰਮਾਸਿਸਟ ਉਹਦੇ ਵਿੱਚ ਸ਼ਾਮਲ ਸੀ, 20 ਦੇ ਕਰੀਬ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਨੂੰ ਮੋਤੀ ਬਾਗ ਏਰੀਏ ਦੇ ਵਿੱਚ ਪੁਆਇੰਟ ਦਿੱਤਾ ਗਿਆ ਸੀਗਾ ਔਰ ਮੋਤੀ ਬਾਗ ਏਰੀਏ ਤੋਂ ਉਹਨਾਂ ਨੇ ਚੱਲਣਾ ਸੀ ਅੱਗੇ। ਵੱਖ-ਵੱਖ ਇੰਸਪੈਕਟਰਾਂ ਦੇ ਅੱਡ-ਅੱਡ ਗਰੁੱਪਾਂ ਨੂੰ ਇੰਸਪੈਕਟਰਾਂ ਦੇ ਨੰਬਰ ਦਿੱਤੇ ਗਏ ਸੀ। ਤਾਂ ਉਹਨਾਂ ਨਾਲ ਮੇਰੀ ਗੱਲ ਹੋਈ ਆ ਸਾਰਿਆਂ ਨਾਲ। ਉਹ ਜਦੋਂ ਮੋਤੀ ਬਾਗ ਤੋਂ ਅੱਗੇ ਜਿਹੜੇ ਪੁਆਇੰਟ ਤੇ ਪਹੁੰਚਣਾ ਸੀ, ਜਦੋਂ ਉੱਥੇ ਪਹੁੰਚਦੇ ਸੀਗੇ, 20 ਕਿਲੋਮੀਟਰ ਦਾ ਰਸਤਾ ਹੁੰਦਾ ਸੀ। 20 ਕਿਲੋਮੀਟਰ ਜਾ ਕੇ ਜਦੋਂ ਪਹੁੰਚਦੇ ਸੀ ਤਾਂ ਉਹ ਸੰਬੰਧਿਤ ਇੰਸਪੈਕਟਰ ਕਹਿੰਦੇ ਵੀ ਤੁਹਾਨੂੰ ਤਾਂ ਗਲਤ ਭੇਜ ਦਿੱਤਾ ਗਿਆ, ਇਹ ਰੂਟ ਨਹੀਂ ਹੈਗਾ, ਤੁਸੀਂ ਆਹ ਰੂਟ ਜਾਓ ਤਾਂ ਉੱਥੇ ਪਹੁੰਚਿਆ ਜਾਊ। ਉਹ ਹੋਰ ਰੂਟ ਦੇ ਉੱਤੇ 20 ਕਿਲੋਮੀਟਰ ਫਿਰ ਚੱਲਦੇ, ਅੱਗੇ ਫਿਰ ਉੱਥੇ ਕਿਹਾ ਜਾਂਦਾ ਵੀ ਤੁਸੀਂ ਤਾਂ ਗਲਤ ਰੂਟ ਤੇ ਆ ਗਏ। ਅਲਟੀਮੇਟਲੀ ਉਹਨਾਂ ਨੂੰ
ਦਿੱਲੀ ਤੋਂ ਦੂਸਰੇ ਪਾਸੇ ਦੀ ਆ ਕੇ ਫਿਰ GT ਰੋਡ ਦੇ ਉੱਤੇ ਵਾਪਸ ਜਾਣ ਲਈ ਕਿਹਾ ਗਿਆ ਵੀ ਹੁਣ ਤੁਸੀਂ ਉੱਥੇ ਵੀ ਨਹੀਂ ਜਾ ਸਕਦੇ ਤੇ ਹੁਣ ਤੁਸੀਂ ਵਾਪਸ ਚਲੇ ਜਾਓ। ਤਾਂ ਉਹ ਸਾਰੀਆਂ ਬੈਨਾਂ ਸੀਗੀਆਂ ਜਿਹੜੀਆਂ ਉਹ ਬਾਈਪਾਸ ਰੂਟ ਦੇ ਵਿੱਚ ਉਹਨਾਂ ਦੀ ਡਾਇਰੈਕਸ਼ਨ ਦੇ ਅਨੁਸਾਰ ਨਿਕਲ ਕੇ GT ਰੋਡ ਦੇ ਉੱਤੇ ਬਹੁਤ ਕਈ ਕੋਈ 50-60 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਉਹ ਵਾਪਸੀ ਆਈਆਂ ਨੇ। ਕੋਈ ਵੀ ਕਿਸੇ ਵੀ ਪੁਆਇੰਟ ਤੇ ਪਹੁੰਚਣ ਨਹੀਂ ਦਿੱਤੀ ਗਈ। ਟਿੱਕਰੀ ਬਾਰਡਰ ਵਾਲੇ ਏਰੀਏ ਦੇ ਵਿੱਚ ਮੈਂ ਖੁਦ ਇਨਵੋਲਵ ਰਿਹਾ, ਸਾਰੇ ਮਤਲਬ 2 ਦਿਨ ਉੱਥੇ ਸਾਰਾ ਸਰਵੇ ਕੀਤਾ। ਬਿਲਕੁਲ ਥੋੜੀ ਜੀ ਤਾਂ ਪ੍ਰੋਬਲਮ ਆਈ ਵੀ ਇੱਕ ਪਾਸੇ ਜਿਹੜੇ ਅਗਰਾਹਾਂ ਜਥੇਬੰਦੀ ਵਾਲੀ ਸੀ ਉਹਨਾਂ ਦੀ ਡਾਇਰੈਕਸ਼ਨ ਨਸਬਗੜ੍ਹ ਵਾਲਾ ਦਿੱਤਾ ਗਿਆ ਰੂਟ ਉਹਨਾਂ ਨੂੰ। ਇਹਨਾਂ ਨੂੰ ਟਿੱਕਰੀ ਬਾਰਡਰ ਵਾਲੀ ਜਿਹੜੀ ਸਟੇਜ ਵਾਲਾ ਰੂਟ ਸੀਗਾ ਉਹਦੇ ਵਿੱਚ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਜਦੋਂ ਟਰੈਕਟਰ ਚੱਲੇ ਥੋੜਾ ਜਾਮ ਵੀ ਲੱਗੇ ਉੱਤੇ, ਮਤਲਬ ਬਹੁਤ ਜ਼ਿਆਦਾ ਸਲੋ ਸੀਗੀ। ਪਰ ਨਸਬਗੜ੍ਹ ਵਾਲੇ ਰੂਟ ਦੇ ਉੱਤੇ ਵੀ ਇਹੀ ਹੋਇਆ। ਜਦੋਂ ਅੱਗੇ ਗਏ ਹੋ ਨਗੌਲੀ ਦੇ ਨੇੜੇ ਤਾਂ ਉੱਥੋਂ ਕੀ ਹੈ, ਉੱਥੋਂ ਉਹਨਾਂ ਨੇ ਰੋਕ ਕੇ ਪੁਲਿਸ ਵਾਲਿਆਂ ਨੇ ਬੈਰੀਕੇਡ ਜਿਹੜਾ ਪ੍ਰੋਪਰ ਰੂਟ ਸੀਗਾ ਉਹਨੂੰ ਬੰਦ ਕਰਕੇ ਦਿੱਲੀ ਵਾਲੇ ਪਾਸੇ ਨੂੰ ਲਿਜਾਣ ਲਈ ਕਿਹਾ ਜਾ ਰਿਹਾ ਸੀਗਾ। ਤੋਂ ਇਸ ਤੋਂ ਇਲਾਵਾ ਇੱਕ ਪੋਸੀਬਿਲਿਟੀ ਇਹਦੇ ਵਿੱਚ ਹੋਰ ਵੀ ਸੀਗੀ ਜਿਹੜੀ ਸਾਡੀ ਲੀਡਰਸ਼ਿਪ ਦੇ ਬਸ ਦਾ ਰੋਗ ਵੀ ਨਹੀਂ ਸੀਗਾ ਕਿ ਸਾਰਿਆਂ ਥਾਵਾਂ ਦੇ ਉੱਤੇ ਉਹਨਾਂ ਨੇ ਤਾਲਮੇਲ ਕੀਤਾ। ਜਿਵੇਂ ਬਰਾੜੀ ਦੇ ਵਿੱਚ ਜਿਹੜੇ ਟਰੈਕਟਰ ਫਸੇ ਹੋਏ ਸੀਗੇ ਉੱਥੇ ਇਹਨਾਂ ਦਾ ਲਗਾਤਾਰ ਤਾਲਮੇਲ ਸੀਗਾ। ਜਿਹੜੇ ਮਤਲਬ ਇਸ ਖੇਡ ਨੂੰ ਖਿਡਾਉਣਾ ਚਾਹੁੰਦੇ ਸੀਗੇ ਉੱਥੇ ਵੀ ਬੈਰੀਕੇਡ ਤੋੜ ਕੇ ਉਹ ਟਰੈਕਟਰ ਜਿਹੜੇ 2 ਮਹੀਨਿਆਂ ਤੋਂ ਅੰਦਰ ਬੰਦ ਕੀਤੇ ਹੋਏ ਸੀ, ਜਿਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀਗਾ। ਮਤਲਬ ਉੱਥੇ ਕਿਸਾਨਾਂ ਨੂੰ ਤਾਂ ਆਉਣ ਜਾਣ ਦਿੱਤਾ ਜਾਂਦਾ ਸੀ ਵੀ ਅੰਦਰ ਆ ਜਾਓ ਬਾਹਰ ਵਗ ਜਾਓ, ਪਰ ਉਹ ਟਰੈਕਟਰ ਨਹੀਂ ਕੱਢਣ ਦਿੱਤੇ ਜਾਂਦੇ ਸੀ। ਤਾਂ ਉੱਥੇ ਵੀ ਸਿਕਿਉਰਿਟੀ ਫੋਰਸਿਸ ਨੇ ਕੋਈ ਉਹਨਾਂ ਨੂੰ ਰੋਕਿਆ ਨਹੀਂ ਹੈਗਾ। ਉੱਥੋਂ ਆਰਾਮ ਨਾਲ ਹੀ ਉਹ ਬੈਰੀਕੇਡ ਤੋੜ ਕੇ ਉਸ ਦੇ ਵਿੱਚ ਸ਼ਾਮਲ ਹੋਏ ਨੇ। ਉਹ ਇੱਕ ਵੱਡਾ ਜਥਾ ਸੀਗਾ। ਭਾਵੇਂ ਗਾਜੀਪੁਰ ਵਾਲੇ ਪਾਸੇ ਤੋਂ ਵੀ ਆਏ ਨੇ ਤੇ ਗਾਜੀਪੁਰ ਦੇ ਵਿੱਚ ਵੀ ਕੰਟੈਕਟ ਕੀਤੇ ਸੀ। ਟਕਾਇਤ ਸਾਹਿਬ ਨੇ ਜਿਹੜੀ ਉਹਨੂੰ ਜਦੋਂ ਮੀਡੀਆ ਵਾਲਿਆਂ ਨੇ ਪੁੱਛਿਆ ਤਾਂ ਉਦੋਂ ਕਿਹਾ ਸੀ ਬਿਲਕੁਲ ਠੀਕ ਆ, ਸਾਡੇ ਤੈਅਸ਼ੁਦਾ ਰੂਟ ਦੇ ਉੱਤੇ ਹੀ ਜਾਣਗੇ। ਪਰ ਕੁਛ ਹੀ ਟਾਈਮ ਬਾਅਦ ਮਤਲਬ ਉੱਥੋਂ ਵੀ ਵੱਡੀ ਪੱਧਰ ਦੇ ਉੱਤੇ ਜਿਹੜੇ ਨੌਜਵਾਨ ਹੈਗਾ ਉਹ ਪੈਨੀਟ੍ਰੇਟ ਕਰਕੇ ਦਿੱਲੀ ਪਹੁੰਚੇ ਸਾਰਿਆਂ ਪਾਸਾਂ ਤੋਂ। ਈਵਨ ਸਾਡੀ ਮਤਲਬ ਅਸੀਂ ਉੱਥੇ 35 ਨੰਬਰ ਪੋਲ ਦੇ ਉੱਤੇ ਜਿਹੜੀ ਰਿਹਾਇਸ਼ ਰੱਖੀ ਹੋਈ ਸੀਗੀ, ਸਾਡੇ ਨਾਲ ਤੁਹਾਨੂੰ ਮੈਂ ਫਾਰ ਯੂਰ ਕਾਈਂਡ ਇਨਫੋਰਮੇਸ਼ਨ ਦੱਸ ਦੇਵਾਂ 3-4 ਟਰਾਲੀਆਂ ਦੇ ਵਿੱਚੋਂ 2-2 3-3 ਨੌਜਵਾਨ ਜਿਨ੍ਹਾਂ ਨਾਲ ਡਾਇਰੈਕਟ ਕੰਟੈਕਟ ਉਹਨਾਂ ਨੇ ਕੀਤਾ ਹੋਇਆ ਸੀਗਾ ਤੇ ਉਹ ਸਾਨੂੰ ਵੀ ਬਿਨਾਂ ਦੱਸੇ, ਜਿਨ੍ਹਾਂ ਵਿੱਚੋਂ ਇੱਕ ਸਾਡਾ ਰਿਸ਼ਤੇਦਾਰ ਵੀ ਸੀ, ਸਾਨੂੰ ਵੀ ਬਿਨਾਂ ਦੱਸੇ ਉਹ ਲਾਲ ਕਿਲੇ ਵਾਲੇ ਏਰੀਏ ਵੱਲ ਚਲੇ ਗਏ, ਜਿਹੜੇ ਰਾਤ ਨੂੰ 12-1 ਵਜੇ ਵਾਪਸ ਆਏ ਉਹ ਰੋਡ ਦੇ ਕੋਲ। ਕੁਛ ਉੱਥੋਂ ਜਿਹੜੀ ਹੈਗੀ ਆ ਮੈਟਰੋ ਚੜ੍ਹ ਕੇ ਵੀ ਗਏ ਨੇ। ਮਤਲਬ ਇਹਨਾਂ ਦਾ ਜਾਲ ਜਿੰਨਾ ਵਿਛਾਇਆ ਹੋਇਆ ਸੀ, ਮੈਨੂੰ ਲੱਗਦਾ ਉਨੀ ਅਸੈਸਮੈਂਟ ਸਾਡੇ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੂੰ ਵੀ ਨਹੀਂ। ਉਹ ਸਾਰੀਆਂ ਡਾਇਰੈਕਸ਼ਨਾਂ ਤੋਂ ਐਂਬੂਲੈਂਸ ਵਾਲੀ ਘਟਨਾ ਤੋਂ ਲੈ ਕੇ ਮਤਲਬ ਸਾਰੇ ਜਿੰਨੀਆਂ ਇਹ ਨਾਗਲੋਈ ਦੇ ਉੱਤੇ ਵੀ ਉੱਥੇ ਲਾਠੀ ਚਾਰਜ ਹੋਇਆ ਉਸ ਏਰੀਏ ਦੇ ਵਿੱਚ ਵੀ ਉਹ ਗੱਲਾਂ ਹੁਣ ਜਿਹੜੀ ਜਿੱਡੀ ਵੱਡੀ ਮਤਲਬ ਜਿਹੜੀ ਪਹਿਲਾਂ ਪ੍ਰੈਸ ਸਾਹਿਬ ਨੇ ਦੱਸਿਆ ਘੁੰਮਣੀਆਂ ਨੇ ਵੀ ਜਿੱਡੀ ਵੱਡੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਮੀਡੀਆ ਦੀ ਇਹ ਅਟਰੈਕਸ਼ਨ ਬਣਨੀ ਸੀ ਕਿਸਾਨਾਂ ਦੀ ਪਰੇਡ ਜਿੱਤੇ ਫੁੱਲਾਂ ਦੀ ਵਰਖਾ ਕੀਤੀ ਔਰ ਕਈ ਇੰਟਰਨੈਸ਼ਨਲ ਚੈਨਲਾਂ ਨੇ ਵੀ ਨੋਟ ਕੀਤਾ ਵੈਸੇ ਭਾਵੇਂ ਸਾਰਿਆਂ ਨੇ ਨਹੀਂ ਪਰ ਕਈਆਂ ਦੇ ਧਿਆਨ ਦੇ ਵਿੱਚ ਆਇਆ ਵੀ ਲੋਕਾਂ ਨੇ ਇੰਨੀ ਰਿਸਪੈਕਟ ਕੀਤੀ, ਫੁੱਲਾਂ ਦੀ ਵਾਰਿਸ਼ ਕੀਤੀ। ਤੇ ਉਹਦੇ ਨਾਲ ਜਿਹੜੀ ਮਤਲਬ ਜਿਹੜੀ ਇੰਡੀਆ ਦੀ ਪਰੇਡ ਸੀਗੀ ਇਹਦੇ ਮੁਕਾਬਲੇ ਕਿਸਾਨੀ ਦੀ ਪਰੇਡ ਹੀ ਖਿੱਚ ਦਾ ਕੇਂਦਰ ਬਣਨੀ ਸੀ, ਜਿਹੜੀ ਇਹਨਾਂ ਦੀ ਫਿਕਰਮੰਦੀ ਬਣੀ ਹੋਈ ਸੀ। ਇਸ ਕਰਕੇ ਸਰਕਾਰ ਦੀ ਜਿਹੜੀ ਪਲਾਨ ਦੇ ਉੱਤੇ ਕੋਈ ਸ਼ੱਕ ਨਹੀਂ ਹੈਗੀ। ਇਹ ਠੀਕ ਹੈ ਵੀ ਉਹਦੇ ਮੁਕਾਬਲੇ ਜਿੰਨੀ ਇਹਨਾਂ ਕੋਲੇ ਫੋਰਸ ਸੀਗੀ ਉਹਦੇ ਸਾਹਮਣੇ ਮੈਨੂੰ ਲੱਗਦਾ ਇਹ ਚਾਰਾ ਵੀ ਹੈ ਨਹੀਂ ਸੀ। ਜਦੋਂ ਕੋਈ ਸਰਕਾਰ ਇੱਕ ਫੋਰਸ ਲੈ ਕੇ, ਹੁਣ ਜਿਵੇਂ ਕੱਲ ਦੀ ਘਟਨਾ ਹੈ ਉਹ ਜਿਹੜੀ ਆਪਣਾ ਇਹਨਾਂ ਦੀ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵਾਲੇ ਦੇ ਅਟੈਕ ਕੀਤਾ, ਜਿਹੜਾ ਦੇਖੋ ਸ਼ਰੇਆਮ ਮਤਲਬ ਫੋਰਸ ਹੈ ਜਿਹੜੀ ਰੈਪਿਡ ਐਕਸ਼ਨ ਫੋਰਸ ਵੀ ਸੀਗੀ, ਜਿਹੜੀ ਅੱਖ ਨਹੀਂ ਝਮਕਣ ਦਿੰਦੀ, ਉਹਦੀ ਬੰਦਿਆਂ ਨੂੰ ਚੱਕ ਲੈਂਦੀ ਹੈ। ਇੱਕ ਵੀ ਬੰਦਾ ਅਰੈਸਟ ਨਹੀਂ ਕੀਤਾ ਤੇ ਸ਼ਰੇਆਮ ਪਹਿਲਾਂ ਉਹਨਾਂ ਨੇ ਪੁਲਿਸ ਦਾ ਤੰਬੂ ਪਾੜਿਆ, ਫਿਰ ਇਸਤਰੀਆਂ ਵਾਲਾ ਤੰਬੂ ਪਾੜਿਆ, ਫਿਰ ਲੰਗਰ ਦੇ ਵਿੱਚ ਬੁਰਸ਼ਾਗਰਦੀ ਕੀਤੀ। ਅੱਧਾ ਘੰਟਾ ਉਹ ਆਰਾਮ ਨਾਲ ਬੁਰਸ਼ਾਗਰਦੀ ਕਰਦੇ ਤੇ ਆਰਾਮ ਨਾਲ ਸਾਰੇ ਦੇ ਸਾਰੇ ਇਕੱਠੇ ਬਾਗੇ, ਉਹਦੇ ਇੱਕ ਝਰੀਟ ਵੀ ਨਹੀਂ ਬਚੀ। 100 ਦੇ ਕਰੀਬ ਮਤਲਬ ਕਿਸਾਨ ਉੱਥੇ ਜਿਹੜੇ ਕੇਸ ਹੈਗੇ ਉਹ ਪਾਏ ਜਾ ਰਹੇ। ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗੀ ਕਿ ਸਰਕਾਰ ਵੱਲੋਂ ਬਕਾਇਦਾ ਹਥਿਆਰ ਵਰਤਿਆ ਗਿਆ ਕਿ ਹੁਣ ਐਸੀ ਬਿਨਾਂ ਮਤਲਬ ਜਿਹੜਾ ਹੈਗਾ ਨੇ ਹੁਣ ਵੀ ਇਹ ਤਿਰੰਗਾ ਯਾਤਰਾਵਾਂ ਦੇ ਨਾਂ ਤੇ ਉਹੀ ਢੰਗ ਜਿਹੜਾ ਹੈਗਾ ਵਰਤ ਰਹੇ ਨੇ ਕਿ ਇਹਨਾਂ ਨੂੰ ਪ੍ਰਮੋਟ ਕਰੀਏ, ਵਾਇਲੈਂਸ ਵੱਡੀ ਪੱਧਰ ਤੇ ਕਰਾਈਏ। ਹਾਂ, ਪਲੱਸ ਪੁਆਇੰਟ ਇੱਕ ਇਹ ਜ਼ਰੂਰ ਰਿਹਾ ਕਿਸਾਨਾਂ ਦਾ, ਕਿਸਾਨ ਆਗੂਆਂ ਦਾ, ਕਿ ਲਗਾਤਾਰ ਉਹਦੇ ਵਿੱਚ ਵੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਵੀ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਹਦਾ ਕਰਕੇ ਕੋਈ ਵੱਡਾ ਕਤਲੇਆਮ ਨਹੀਂ ਹੋ ਸਕਿਆ, ਵੱਡੀ ਕਨਫਰੰਟੇਸ਼ਨ ਨਹੀਂ ਹੋ ਸਕੀ ਤੇ ਦੋਨਾਂ ਫਿਰਕਿਆਂ ਦਾ ਕਿਤੇ ਲੜਾਈ ਨਹੀਂ ਹੋ ਸਕੀ। ਜੀ ਮਤਲਬ ਬੜੇ ਤੰਗ ਰਸਤਿਆਂ ਦੇ ਵਿੱਚੋਂ ਦੀ ਗਏ, ਕਿਤੇ ਵੀ ਸ਼ਹਿਰ ਦੇ ਹਿੰਦੂ, ਸਿੱਖ, ਪੰਜਾਬੀ, ਹਰਿਆਣਵੀ ਕੋਈ ਕਿਸੇ ਕਿਸਮ ਦਾ ਟਕਰਾਅ ਇਦਾਂ ਦਾ ਨਹੀਂ ਹੋਇਆ। ਇਹ ਮੈਂ ਸਮਝਦਾ ਇੱਕ ਵੱਡੀ ਅਚੀਵਮੈਂਟ ਵੀ ਹੈ
ਇਸ ਸੰਘਰਸ਼ ਦੀ, ਜੀ ਜਿਵੇਂ ਉਹਨਾਂ ਦੀ ਡਿਮਾਰਕੇਸ਼ਨ ਹੋ ਗਈ ਹੈ ਜਿਹੜੇ ਇਸ ਤਰ੍ਹਾਂ ਦੇ ਸਾਬੂਤਾਈ, ਇਹ ਵੀ ਇੱਕ ਮਤਲਬ ਉਹਦਾ ਪਲੱਸ ਪੁਆਇੰਟ ਬਣਿਆ। ਜੀ ਇਹਦਾ ਮਤਲਬ ਇਹ ਹੈ ਕਿ ਡਰਾਮਾ ਤੈਅ ਸੀ, ਡਾਇਰੈਕਟਰ ਜਿਹੜੇ ਹੈਗੇ ਸੀ ਡਰਾਮੇ ਦੇ ਪਰਦੇ ਦੇ ਉਹਲੇ ਸੀ, ਪਰ ਜਿਹੜੇ ਐਕਟਰ ਸੀ ਉਹ ਸਾਰੇ ਸਾਹਮਣੇ ਆ ਕੇ ਆਪਦਾ ਰੋਲ ਨਿਭਾ ਰਹੇ ਸੀ, ਤੇ ਡਰਾਮੇ ਦਾ ਜਿਹੜਾ ਕਲਾਈਮੈਕਸ ਹੋਣਾ ਸੀ ਫਿਰ ਇਹੀ ਹੋਣਾ ਸੀ। ਪ੍ਰੋਫੈਸਰ ਘੁੰਮਣ ਸਾਹਿਬ, 26 ਜਨਵਰੀ ਦੀ ਇਸ ਕਿਸਾਨ ਪਰੇਡ ਬਾਰੇ ਨਾ ਬਹੁਤ ਸਾਰੇ ਦਾਅਵੇ ਸਾਡੇ ਵੱਲੋਂ ਕਿਸਾਨਾਂ ਵੱਲੋਂ ਕੀਤੇ ਗਏ ਸੀ ਕਿ ਅਸੀਂ ਇਸ ਕਿਸਮ ਦੀ ਪਰੇਡ ਕੱਢਾਂਗੇ, ਇਸ ਕਿਸਮ ਦੀਆਂ ਝਾਕੀਆਂ ਹੋਣਗੀਆਂ, ਇਸ ਕਿਸਮ ਦੇ ਲੋਕ ਸਵਾਗਤ ਕਰਨਗੇ, ਇਹ ਇਤਿਹਾਸਕ ਹੋਊਗਾ। ਸਾਰਾ ਕੁਝ ਹੋ ਨਹੀਂ ਸਕਿਆ, ਜਾਂ ਸਾਰਾ ਕੁਝ ਸਾਹਮਣੇ ਨਹੀਂ ਆ ਸਕਿਆ, ਜਾਂ ਕਿੱਥੇ ਚਲਾ ਗਿਆ ਸਾਰਾ ਕੁਝ ਤੇ ਸਾਹਮਣੇ ਕੁਝ ਹੋਰ ਆ ਗਿਆ? ਇਹਦੇ ਪਿੱਛੇ ਕੀ ਸਿਆਸਤ ਹੈ? ਦੇਖੋ, ਮੈਨੂੰ ਲੱਗਦਾ ਕਿ ਕਿਸਾਨਾਂ ਦੀ ਇੰਟੈਂਸ਼ਨ ਤੇ ਤਾਂ ਡਾਊਟ ਨਹੀਂ ਕੀਤਾ ਜਾ ਸਕਦਾ, ਔਰ ਇਹ ਕਿਸਾਨ ਲੀਡਰਸ਼ਿਪ ਜਿਹੜੀ ਹੈ, ਇਹਨਾਂ ਵਿੱਚੋਂ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ 40-40, 50-50 ਸਾਲਾਂ ਤੋਂ ਆਪਣਾ ਕਿਸਾਨੀ ਸੰਘਰਸ਼ ਲੜ ਰਹੇ ਨੇ ਜੀ। ਔਰ ਪਹਿਲੀ ਵਾਰ ਹੋਇਆ ਕਿ 32 ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਇੱਕ ਮੋਰਚਾ ਖੋਲ੍ਹਿਆ। ਪਹਿਲਾਂ ਪੰਜਾਬ ਚਲਾਉਂਦੇ ਰਹੇ, ਫਿਰ ਇਹਨਾਂ ਨੇ ਆਪਣਾ ਉੱਥੇ ਵੀ ਗਏ, ਤੇ ਇਸ ਕਰਕੇ ਉਹਨਾਂ ਦੀ ਇੰਟੈਂਸ਼ਨ ਤੇ ਤਾਂ ਡਾਊਟ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੀ ਕਾਰਨ ਸੀ, ਇਸ ਕਿਸਮ ਨਾਲ ਕਿਉਂ ਹੋ ਗਿਆ ਜੀ, ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਅਸੈਸਮੈਂਟ 'ਚ ਵੀ ਗੜਬੜ ਰਹਿ ਗਈ ਕਿਤੇ। ਜਿਵੇਂ ਜੈਬ ਜੀ ਨੇ ਕਿਹਾ ਕਿ ਸ਼ਾਇਦ ਸਮਰੱਥਾ ਦੀ ਵੀ ਘਾਟ ਹੈ, ਔਰ ਇੱਕ ਪਾਸੇ ਤਾਂ ਸਟੇਟ ਫੋਰਸ ਹੈ, ਸਟੇਟ ਹੈ ਸਾਰੀ, ਔਰ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਆਪਣਾ ਸੰਘਰਸ਼ ਪੀਸਫੁਲ ਤਰੀਕੇ ਨਾਲ ਕਰ ਰਹੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਕਿਸਮ ਦਾ ਕੋਈ, ਜਿਸ ਕਿਸਮ ਦਾ ਉਹਨਾਂ ਨੇ ਪਲਾਨ ਕੀਤਾ ਸੀ ਉਹ ਨਹੀਂ ਹੋਇਆ। ਉਸ ਜਿੰਨੇ ਵੀ ਥੋੜੇ ਸਮੇਂ 'ਚ ਉਹ ਕਰ ਸਕਦੇ ਸੀ, ਝਾਕੀਆਂ ਵਾਲਾ ਪ੍ਰੋਗਰਾਮ ਵੀ, ਜੇ ਤੁਸੀਂ ਹੁਣ ਕਈ ਕੁਝ ਸੋਸ਼ਲ ਮੀਡੀਆ ਤੇ ਅਵੇਲੇਬਲ ਨੇ, ਉਹਨਾਂ ਨੇ ਉਹ ਝਾਕੀਆਂ ਵੀ ਬਹੁਤ ਅੱਛੀਆਂ ਕੱਢੀਆਂ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਕੋਈ ਵੀ ਟਰੈਕਟਰ ਦੇ ਵਿੱਚ ਟਰਾਲੀ ਪਾ ਕੇ ਨਹੀਂ ਲਿਆਏਗਾ, ਸਿਰਫ ਜਿਹੜੀਆਂ ਝਾਕੀਆਂ ਵਾਲੀਆਂ ਟਰੈਕਟਰ ਟਰਾਲੀਆਂ ਨੇ ਉਹੀ ਟਰਾਲੀਆਂ ਹੋਣਗੀਆਂ, ਬਾਕੀ ਨਹੀਂ ਹੋਣਗੀਆਂ। ਔਰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ, ਉਹ ਇਹੀ ਲੱਗਦਾ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ, ਜਿਨ੍ਹਾਂ ਨੇ 11 ਵਜੇ ਆਪਣਾ ਪੀਸਫੁਲ ਮਾਰਚ ਸ਼ੁਰੂ ਕੀਤਾ, ਉਹਨਾਂ ਨੇ ਇਹ ਸਾਰਾ ਕੁਝ ਓਬਜ਼ਰਵ ਕੀਤਾ ਹੈ। ਪਰ ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਜੇ ਸਾਰਾ ਕੁਝ ਹੀ ਇੱਕ ਇਸ ਕਿਸਮ ਦਾ ਕੂਟਨੀਤਿਕ ਢੰਗ ਨਾਲ ਜਿਹੜੇ ਫੋਰਸਿਸ ਦੇ ਅਗੇਂਸਟ, ਸਟੇਟ ਦੇ ਅਗੇਂਸਟ ਤੁਸੀਂ ਆਪਣੀ ਐਜੀਟੇਸ਼ਨ ਕਰ ਰਹੇ ਹੋ, ਜੇ ਉਹੀ ਸਮਝੇ ਕਿ ਇਹ ਤਾਂ ਕਮਾਲ, ਇਹ ਤਾਂ ਜਿਹੜੇ ਬਾਹਰਲੇ ਮੁਲਕ ਦੇ ਲੋਕ ਲੱਗਦੇ ਨੇ, ਜਿਵੇਂ ਹੁਣ ਇੰਟਰਨੈਟ ਬੰਦ ਕਰਨਾ, ਇਹ ਆਮ ਤੌਰ ਤੇ ਬਾਹਰਲੇ ਮੁਲਕ ਜਾਂ ਬਹੁਤ ਕੋਈ ਵਾਇਲੈਂਸ ਹੋ ਰਹੀ ਹੋਵੇ ਜਾਂ ਕਿਤੇ ਉੱਥੇ ਇਹ ਬੰਦ ਕੀਤਾ ਜਾਂਦਾ, ਜਾਂ ਬਾਹਰਲੇ ਫੌਜਾਂ ਆ ਗਈਆਂ ਹੁਣ, ਕੋਈ ਉਹਨਾਂ ਨੂੰ ਰੋਕਣਾ ਹੋਵੇ ਉਹਨਾਂ ਦੇ ਆਪਸ ਵਿੱਚ, ਇਹ ਕਿਸਾਨਾਂ ਦੇ ਵਿੱਚ ਆਪਸ ਵਿੱਚ ਤਾਲਮੇਲ ਨੂੰ ਰੋਕਣ ਲਈ ਕੀਤਾ ਗਿਆ। ਸੋ ਮੈਨੂੰ ਇਹ ਨਹੀਂ ਲੱਗਦਾ ਕਿ ਇਹ ਸਾਰਾ ਕੁਝ, ਇੱਕ ਤਾਂ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਕਿ ਜੇ ਲੰਬਾ ਸੰਘਰਸ਼ ਅਲਾਉ ਕਰਾਂਗੇ ਤੇ ਆਪੇ ਫਿਜ਼ਲ ਹੋ ਜਾਊਗਾ, ਆਪੇ ਹੀ ਇਹ ਖਤਮ ਹੋ ਜਾਏਗਾ। ਔਰ ਉਹ ਸਰਕਾਰ ਦੀ ਜਿਹੜੀ ਨੀਤੀ ਸੀ ਕਿ ਪਹਿਲਾਂ ਤਾਂ 5 ਜੂਨ ਤੋਂ ਲਗਾਤਾਰ ਇਹ ਪ੍ਰਚਾਰ ਹੁੰਦਾ ਰਿਹਾ, ਕਿਸਾਨਾਂ ਨੂੰ ਤਕੀਦ ਹੁੰਦੀ ਰਹੀ ਕਿ ਇਹ ਜਿਹੜੇ ਬਿੱਲ ਨੇ ਬਹੁਤ ਤੁਹਾਡੇ ਹਿੱਤ ਵਿੱਚ ਨੇ। ਪਰ ਮੈਂ ਇਹ ਸਮਝਦਾ ਕਿ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਜਿਹੜਾ ਕਿਸਾਨੀ ਦਾ ਸੰਕਟ ਹੈ, ਇਹਨਾਂ ਬਿੱਲਾਂ ਤੋਂ ਪਹਿਲਾਂ ਵੀ ਬਹੁਤ ਡੂੰਘਾ ਸੀ। 3.5 ਲੱਖ ਤੋਂ ਉੱਪਰ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਚੁੱਕੇ ਨੇ। ਪੰਜਾਬ ਵਿੱਚ ਵੀ 18,000 ਤੋਂ ਉੱਪਰ ਜਿਹੜੇ ਨੇ ਉਹ 16,000 ਤਾਂ ਸਰਕਾਰੀ ਅੰਕੜੇ ਦੱਸਦੇ ਨੇ। ਸੋ ਇਹ ਕਿਸਾਨੀ ਸੰਕਟ, ਇਹ ਜਿਹੜਾ ਬਿੱਲ ਆਏ ਨੇ, ਐਕਟ ਆਏ ਨੇ, ਕਾਨੂੰਨ ਆਏ ਨੇ, ਇਹਨਾਂ ਨੇ ਇੱਕ ਲਾਸਟ, ਜਿਵੇਂ ਪ੍ਰਵਰਬ ਹੁੰਦਾ ਨਾ ਕਿ ਊਠ ਦੀ ਪਿੱਠ ਤੇ ਆਖਰੀ ਤੀਲਾ, ਉਹ ਰੱਖ ਦਿੱਤਾ, ਇੱਕ ਟ੍ਰਿਗਰ ਪੁਆਇੰਟ ਹੋਇਆ, ਤੇ ਕਿਸਾਨਾਂ ਨੂੰ ਲੱਗਿਆ ਭਈ ਹੁਣ ਤਾਂ ਸਾਡੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ। ਔਰ ਹੁਣ ਜੋ ਇਹ ਕਹਿ ਰਹੇ ਨੇ ਕਿ ਅਸੀਂ ਦੁਬਾਰਾ ਤੋਂ 1.5 ਸਾਲ ਸਸਪੈਂਡ ਕਰ ਲੈਨੇ, ਫਿਰ ਕਮੇਟੀ ਬਣਾਵਾਂਗੇ, ਫਿਰ ਉਹਦੇ ਚ ਜੋ ਨਿਕਲੇਗਾ ਕਰਾਂਗੇ, ਇਹ ਪਹਿਲਾਂ ਸਾਰਾ ਕੁਝ ਹੋਣਾ ਚਾਹੀਦਾ ਸੀ। ਇਸ ਕਰਕੇ ਜਿਸ ਤਰੀਕੇ ਨਾਲ ਇਹ ਬਿੱਲ ਲਿਆਂਦੇ ਗਏ ਆਰਡੀਨੈਂਸ ਦੇ ਰਾਹੀਂ, ਉਹ ਵੀ ਕੋਵਿਡ ਦੇ ਪੀਰੀਅਡ 'ਚ, ਉਸ ਤੋਂ ਇੱਕ ਜ਼ਰੂਰ ਸਵਾਲੀਆ ਚਿੰਨ੍ਹ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਬਹੁਤ ਸਾਫ਼ ਨਹੀਂ ਸੀ। ਹਾਲਾਂਕਿ ਮੈਂ
ਮੰਨ ਲਓ ਕਿ ਸਰਕਾਰ ਵਾਕਈ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੀ ਸੀ, ਪਰ ਫਿਰ ਵੀ ਇਹ ਇੱਕ ਡਿਊ ਕੋਰਸ ਪ੍ਰੋਪਰ ਡਿਬੇਟ ਡਿਸਕਸ਼ਨ ਤੋਂ ਬਾਅਦ, ਔਰ ਖਾਸ ਕਰਕੇ ਜਦੋਂ ਕਿ ਇਹ ਸੰਵਿਧਾਨ ਦੇ ਵੀ ਉਲਟ ਹੈ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਸੰਵਿਧਾਨ ਉਹ ਕਹਿੰਦਾ ਕਿ ਜਿਹੜੇ ਉਹ ਸਟੇਟਾਂ ਦੇ ਅਧਿਕਾਰ ਖੇਤਰ 'ਚ ਸਟੇਟਾਂ ਨੂੰ ਕਰਨ ਦਿਓ ਜਾਂ ਸਟੇਟਾਂ ਨੂੰ ਔਨ ਬੋਰਡ ਲਿਆਓ। ਸੋ ਇਹ ਸਾਰਾ ਕੁਝ ਰਲਾ ਮਿਲਾ ਕੇ ਇੰਨਾ ਸਿੰਪਲ ਨਹੀਂ ਹੈ, ਇਹ ਕੰਪਲੈਕਸ ਹੈ, ਔਰ ਕਿਸਾਨਾਂ ਦੇ ਜਿਹੜੇ ਖੰਦਸ਼ੇ ਨੇ ਉਹ ਜਾਇਜ਼ ਨੇ। ਤੇ ਅਜੇ ਵੀ ਮੈਨੂੰ ਲੱਗਦਾ ਕਿ ਕੁਝ ਨਹੀਂ ਵਿਗੜਿਆ ਜੇ ਸਰਕਾਰ ਕਿਸਾਨਾਂ ਦਾ, ਤਾਂ 170 ਦੇ ਕਰੀਬ ਕਿਸਾਨ ਵਿਚਾਰੇ ਆਪਣੀ ਜਾਨ ਗਵਾ ਬੈਠੇ ਨੇ, ਤੇ ਅੱਜ ਜਾ ਕੇ ਪ੍ਰਧਾਨ ਮੰਤਰੀ ਪਹਿਲੀ ਵਾਰ ਆਪਣਾ ਬਿਆਨ ਦੇ ਰਹੇ ਨੇ ਕਿ ਸਾਡੇ ਰਸਤੇ ਅਜੇ ਵੀ ਖੁੱਲੇ ਨੇ, ਜਦੋਂ ਕਿ ਵਿਰੋਧੀ ਪਾਰਟੀਆਂ ਨੂੰ ਐਡਰੈਸ ਕਰ ਰਹੇ ਨੇ। ਸੋ ਇਹ ਡੇ 1 ਤੋਂ ਹੀ ਹੋ ਜਾਣਾ ਚਾਹੀਦਾ ਸੀ। ਸੋ ਮੈਨੂੰ ਲੱਗਦਾ ਕਿ ਇਟਸ ਨਾਟ ਸਿੰਪਲ, ਇਟਸ ਵੈਰੀ ਕੰਪਲੈਕਸ ਗੇਮ। ਇਹ ਤਾਂ ਕਿਸਾਨਾਂ ਦੇ ਕ੍ਰੈਡਿਟ ਜਾਂਦੀ ਹੈ, ਹੋਰ ਵਰਗ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਮਜ਼ਦੂਰ ਜਾਂ ਹੋਰ ਜਥੇਬੰਦੀਆਂ, ਉਹਨਾਂ ਦੇ ਕ੍ਰੈਡਿਟ ਜਾਂਦੀ ਹੈ ਕਿ ਉਹਨਾਂ ਦੀ ਐਡੀ ਵੱਡੀ ਜਥੇਬੰਦਕ ਤਾਕਤ ਹੈ, ਜਿਸ ਕਰਕੇ ਇਹ ਅਸੀਂ ਤਾਂ ਰਿਪੀਲ ਨਹੀਂ ਕਰਨੇ, ਅਸੀਂ ਸੋਧਾਂ ਵੀ ਨਹੀਂ ਕਰਨੀਆਂ, ਫਿਰ ਸੋਧਾਂ ਤੇ ਆ ਗਏ, ਹੁਣ 1.5 ਸਾਲ ਤੱਕ ਆ ਗਏ। ਸੋ ਮੈਨੂੰ ਲੱਗਦਾ ਕਿ ਉਸ ਐਂਗਲ ਤੋਂ ਸਾਰੇ ਸੰਦਰਭ ਨੂੰ ਦੇਖਣ ਦੀ ਲੋੜ ਹੈ। ਜੀ ਪ੍ਰੋਫੈਸਰ ਜੈਵ ਸਿੰਘ ਜੀ, ਇੱਕ ਘਟਨਾ ਜਿਹੜੀ ਸਾਰੀ ਕਿਸਾਨ ਪਰੇਡ ਵਾਲਾ ਐਕਸ਼ਨ ਸੀ, ਇਹਦੇ ਪਿੱਛੇ ਇੱਕ ਮਕਸਦ ਇਹ ਵੀ ਸੀ ਕਿਸਾਨ ਜਥੇਬੰਦੀਆਂ ਦਾ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਸਰਕਾਰ ਦੀਆਂ ਪਾਲਿਸੀਆਂ ਨੂੰ ਐਕਸਪੋਜ਼ ਕਰੀਏ, ਪੂਰੇ ਸੰਸਾਰ ਦੇ ਵਿੱਚ ਅਸੀਂ ਦੱਸੀਏ ਕਿ 26 ਜਨਵਰੀ ਵਾਲੇ ਦਿਨ ਪੈਰਲਲ ਅਸੀਂ ਪਰੇਡ ਇਸ ਕਰਕੇ ਕਰ ਰਹੇ ਹਾਂ ਕਿ ਆਹ ਸਾਡੇ ਨਾਲ ਵਧੀਕੀਆਂ ਹੋ ਰਹੀਆਂ ਨੇ। ਪਰ ਇਹ ਜਿਸ ਰੂਪ ਦੇ ਵਿੱਚ ਵਾਪਰਿਆ, ਤੁਹਾਨੂੰ ਕੀ ਲੱਗਦਾ ਕਿ ਇੰਟਰਨੈਸ਼ਨਲ ਪੱਧਰ ਤੇ ਇਹਦਾ ਕੀ ਪ੍ਰਭਾਵ ਰਹੇ, ਕੀ ਨਜ਼ਰੀਆ ਰਿਹਾ ਮੀਡੀਆ ਦਾ ਜਾਂ ਫਿਰ ਲੋਕਾਂ ਦਾ, ਜਾਂ ਇੰਟਰਨੈਸ਼ਨਲ ਲੈਵਲ ਤੇ ਉੱਥੋਂ ਦੀਆਂ ਸਰਕਾਰਾਂ ਦਾ ਮੁੱਢਲੇ ਤੌਰ ਤੇ ਕਿਹੋ ਜਿਹੇ ਸੰਕੇਤ ਪ੍ਰਾਪਤ ਹੋ ਰਹੇ ਨੇ ਕਿ ਇਹਦਾ ਅੰਤਰਰਾਸ਼ਟਰੀ ਪ੍ਰਭਾਵ ਕਿਹੋ ਜਿਹਾ ਰਿਹਾ? ਦੇਖੋ, ਇੱਕ ਗੱਲ ਤਾਂ ਇਹ ਹੈ ਕਿ ਇਹ ਸਰਕਾਰ ਨੂੰ ਵੀ ਪਹਿਲਾਂ ਕਿਹਾ ਸੀਗਾ ਕਿ ਇੰਟਰਨੈਸ਼ਨਲ ਮੀਡੀਆ ਇਹਨੂੰ ਚੱਕੇਗਾ, ਇਹਨੂੰ ਹਾਈਲਾਈਟ ਕਰੇਗਾ ਜੀ। ਉਹਨਾਂ ਨੇ ਸਭ ਤੋਂ ਵੱਡੀ ਗੱਲ ਹੈ, ਇਸ ਗਿਣਤੀ ਮਿੰਟੀ ਦੇ ਵਿੱਚ ਹੀ ਜਿਹੜਾ ਲਾਲ ਕਿਲੇ ਦੇ ਦਰ ਖੋਲੇ, ਉੱਥੇ ਜਾਣ ਲਈ ਭੀੜ ਨੂੰ ਲੈਣਬੱਧ ਢੰਗ ਨਾਲ ਉੱਥੇ ਪਹੁੰਚਾਇਆ ਜੀ। ਇਹਦਾ ਕਾਰਨ ਇਹ ਸੀ, ਉਹ ਸਾਫ਼ ਹੋ ਗਿਆ। ਮੀਡੀਆ ਨੇ, ਜਿਵੇਂ BBC ਹੈ, ਮੇਨਲੀ CNN ਹੈ, ਅਲ ਜਜ਼ੀਰਾ ਹੈ, ਜਰਮਨ ਦਾ ਚੈਨਲ ਹੈ ਡਿਊਸ਼ ਵੈਲ ਹੈ, ਫਰਾਂਸ 24 ਹੈ, ਇਹਨਾਂ ਸਾਰੇ ਚੈਨਲਾਂ ਨੇ ਇਸ ਘਟਨਾ ਨੂੰ ਲਿਆ। ਪਰ ਉਹਦੇ ਵਿੱਚ 2-3 ਗੱਲਾਂ ਉਹਨਾਂ ਨੇ ਕਵਰ ਕੀਤੀਆਂ ਨੇ। ਇੱਕ ਤਾਂ ਇਹ ਕਿ ਉੱਥੇ ਆਹ ਘਟਨਾ ਹੋਈ ਹੈ, ਕਿਸਾਨਾਂ ਵੱਲੋਂ ਆਹ ਕੀਤਾ ਗਿਆ, ਕਿਸਾਨਾਂ ਵੱਲੋਂ ਸਾਰਾ ਘਟਨਾਕ੍ਰਮ ਨੂੰ ਕਿਸਾਨਾਂ ਦਾ ਦਿਖਾਇਆ ਗਿਆ, ਜਿਹਦੇ ਵਿੱਚ ਮਤਲਬ ਜਿਹੜੀ ਸਰਕਾਰ ਦੀ ਤੇ ਉਹਨਾਂ ਐਲੀਮੈਂਟਸ ਦੀ, ਦੀਪ ਸਿੱਧੂ ਵਰਗਿਆਂ ਦੀ ਉਹ ਸਾਜ਼ਿਸ਼ ਹੈ, ਜਿਹੜੀ ਕੰਸਪੀਰੇਸੀ ਦਾ ਜ਼ਿਕਰ ਤੱਕ ਨਹੀਂ ਹੋਇਆ। ਮਤਲਬ ਕਿਉਂਕਿ ਉਸ ਸਮੇਂ ਦੇ ਉੱਤੇ ਕਿਸਾਨ ਲੀਡਰਸ਼ਿਪ ਲਈ ਵੀ ਮਤਲਬ ਆਪਣੀ ਜਨਤਾ ਨੂੰ ਸਾਹਮਣਾ, ਉਹਨਾਂ ਨੂੰ ਵਾਪਸ ਬੁਲਾਉਣਾ, ਇਹ ਮੇਨ ਮੁੱਦਾ ਬਣ ਗਿਆ। ਮਤਲਬ ਜਿਹੜਾ ਉਸ ਮੀਡੀਆ ਦੇ ਨਾਲ ਕੰਟੈਕਟ ਹੋਇਆ, ਉਹ 1-2 ਲੀਡਰਾਂ ਦਾ 1-2 ਚੈਨਲਾਂ ਨਾਲ ਹੋਇਆ, ਉਹ ਵੀ ਗੱਲ ਪੂਰੀ ਇਹ ਰੱਖ ਨਹੀਂ ਸਕੇ, ਕਿਉਂਕਿ ਉਸ ਸਟੇਜ ਦੇ ਉੱਤੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਅਸੀਂ ਸਟੇਟਮੈਂਟ ਕੀ ਦੇਈਏ। ਉਹ ਵੀ ਜੂਨੀਅਰ ਲੀਡਰਾਂ ਦੇ ਵਿੱਚੋਂ ਸੀਗੇ ਜਿਹੜੇ ਇਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਆਏ। ਤਾਂ ਉਹਦੇ ਵਿੱਚ ਲਗਾਤਾਰ ਇਹੀ ਹੋਇਆ ਕਿ ਕਿਸਾਨ ਉੱਥੇ ਐਂਟਰ ਹੋ ਗਏ। ਕਿਸਾਨ ਜਿਹੜੇ ਹੈਗੇ ਆ ਹੁਣ ਤੱਕ ਮਤਲਬ ਹਿੰਸਾ ਤੋਂ ਪਰਾਂ ਰਹੇ ਸੀਗੇ, ਉਹ ਹੁਣ ਹਿੰਸਕ ਹੋ ਗਏ। ਬੱਸਾਂ ਭੰਨੀਆਂ ਗਈਆਂ ਨੇ, ਟਕਰਾਅ ਹੋਇਆ ਹੈਗਾ, ਲਾਠੀ ਚਾਰਜ ਹੋਇਆ, ਟੀਅਰ ਗੈਸ ਹੋਇਆ, ਜੋ ਉੱਥੇ ਘਟਨਾਕ੍ਰਮ ਵਰਤਿਆ ਮਤਲਬ ਉਹਦੀ ਕਵਰੇਜ ਦੇ ਰੂਪ ਦੇ ਵਿੱਚ ਆਇਆ। ਪਰ ਨਾਲ ਦੀ ਨਾਲ ਇੱਕ ਪਲੱਸ ਪੁਆਇੰਟ ਇਹ ਹੋ ਗਿਆ ਕਿ ਸਾਰੇ ਦੇ ਸਾਰੇ ਚੈਨਲਾਂ ਨੇ ਨਾਲ ਦੀ ਨਾਲ ਇਹ ਵੀ ਦਿਖਾਇਆ ਹੈ ਵੀ ਕਿਸਾਨਾਂ ਦੀ ਜਿਹੜੀ ਇਹ ਪ੍ਰੋਬਲਮ ਹੈਗੀ ਆ ਉਹ ਕੀ ਹੈ, ਉਹ 2 ਮਹੀਨਿਆਂ ਤੋਂ ਕਿਸ ਗੱਲ ਲਈ ਸੰਘਰਸ਼ ਕਰ ਰਹੇ ਨੇ। ਇੱਕ ਚੈਨਲ ਨੇ ਤਾਂ ਬੜਾ ਕਲੀਅਰ ਕੱਟ ਦਿੱਤਾ ਹੈ ਕਿ ਸਰਕਾਰ ਇਹ ਦਾਅਵਾ ਕਰ ਰਹੀ ਸੀ ਕਿ ਅਸੀਂ ਕਾਨੂੰਨ ਜਿਹੜੇ ਹੈਗੇ ਆ ਕਿਸਾਨਾਂ ਦੀ ਇਨਕਮ ਦੁੱਗਣੀ ਕਰਨ ਲਈ ਕਰ ਰਹੇ ਸੀ, ਪਰ ਕਿਸਾਨਾਂ ਦਾ ਇਹ ਵਿਊ ਹੈ ਕਿ ਜਿਸ ਕਿਸਮ ਦਾ ਸਾਡੀਆਂ ਜਿਹੜੀਆਂ ਸਥਾਪਿਤ ਮੰਡੀਆਂ ਨੇ ਉਹਦੇ ਪੈਰਲਲ ਜਿਹੜਾ ਕਾਰਪੋਰੇਟਾਂ ਨੂੰ ਲਿਆਂਦਾ ਜਾ ਰਿਹਾ ਤੇ ਉਹ ਕਾਰਪੋਰੇਟਾਂ ਨੇ ਸਾਡਾ ਸਭ ਕੁਝ ਬਰਬਾਦ ਕਰ ਦੇਣਾ। ਇਹ ਗੱਲ ਤਾਂ ਕਵਰ ਹੋਈ ਹੈ, ਮਤਲਬ ਵੱਡੀ ਪੱਧਰ ਦੇ ਉੱਤੇ ਸਾਰੇ ਚੈਨਲਾਂ ਦੇ ਵਿੱਚ ਹੀ ਤਕਰੀਬਨ ਇਹ ਆਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ, ਕਿਸਾਨਾਂ ਦੇ ਮਸਲੇ ਕੀ ਨੇ, ਤੇ ਸਰਕਾਰ ਨਾਲ ਟਕਰਾਅ ਕੀ ਹੈ, ਕਿੰਨੇ ਸਮੇਂ ਤੋਂ ਇਹ ਚੱਲਿਆ ਆ ਰਿਹਾ ਹੈ। ਪਰ ਉਹ ਜਿਹੜਾ ਪੱਖ ਹੈਗਾ ਮਤਲਬ ਕਨਸਪੀਰੇਸੀ ਵਾਲਾ ਕਿ ਸਰਕਾਰ ਨੇ ਨੋਇੰਗਲੀ ਇਹਨਾਂ ਨੂੰ ਇੱਥੇ ਲਿਆਂਦਾ, ਉਹ ਗੱਲ ਨਹੀਂ ਉੱਭਰ ਸਕਿਆ। ਇਹ ਮਤਲਬ ਠੀਕ ਹੈ, ਇਹਦੇ ਉੱਤੇ ਮੈਂ ਸਮਝਦਾ ਕਿ ਡਿਟੇਲ ਦੇ ਵਿੱਚ
ਜਿਹੜਾ ਇੰਗਲਿਸ਼ ਵਰਸ਼ਨ ਹੈਗੇ ਆ ਇਹਨਾਂ ਚੈਨਲਾਂ ਨੂੰ ਭੇਜਣਾ ਵੀ ਚਾਹੀਦਾ। ਮੈਨੂੰ ਲੱਗਦੀ ਹੈ ਕਿ ਸਾਡੇ ਵੱਲੋਂ ਜਾਂ ਜਿਹੜੇ ਚੈਨਲ ਹੈਗੇ ਆ ਇਹਨਾਂ ਨੂੰ ਵਰਤਣ ਦੇ ਵਿੱਚ ਥੋੜ੍ਹੀਆਂ ਲਿਮਿਟੇਸ਼ਨਾਂ ਰਹਿੰਦੀਆਂ ਨੇ ਸਾਡੇ ਲੀਡਰਸ਼ਿਪ ਵੱਲੋਂ। ਇੱਕ ਹੋਰ ਦਿਸ਼ਾ ਵੱਲ ਚੱਲਦੇ ਹਾਂ ਆਪਾਂ ਪ੍ਰੋਫੈਸਰ ਘੁੰਮਣ ਸਾਹਿਬ, ਉਹ ਇਹ ਹੈ ਕਿ ਚਲੋ ਹੁਣ ਇਹ ਸਾਰਾ ਕੁਝ ਵਾਪਰਿਆ ਹੋਇਆ ਕਦੇ ਵਾਪਸ ਨਹੀਂ ਆਉਂਦਾ, ਉਹ ਅਤੀਤ ਦਾ ਹਿੱਸਾ ਬਣਦਾ ਹੈ, ਅਸੀਂ ਉਹ ਤੋਂ ਸਬਕ ਹੀ ਲੈਣੇ ਹੁੰਦੇ ਨੇ। ਇਹ ਸਾਰਾ ਘਟਨਾਕ੍ਰਮ ਜਿਹੜਾ ਵਾਪਰਿਆ, ਜਿਹੜਾ ਹੁਣ ਅਤੀਤ ਬਣ ਚੁੱਕਿਆ ਹੈ, ਇਸ ਨੇ ਕਿਸਾਨ ਸੰਘਰਸ਼ ਦੀ ਦਿਸ਼ਾ ਬਦਲਣ ਦੇ ਵਿੱਚ ਇਹਦੇ ਕੀ ਚੰਗੇ ਮਾੜੇ ਪ੍ਰਭਾਵ ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ ਹੁਣ ਆਪਾਂ ਐਨਾਲਾਈਜ਼ ਇਹੀ ਕਰ ਸਕਦੇ ਹਾਂ ਆਪਾਂ ਕਿ ਹੁਣ ਇਹਦੀਆਂ ਕੀ ਡਾਇਰੈਕਸ਼ਨਾਂ, ਇਹਦੀ ਇਸ ਐਕਸ਼ਨ ਕਰਕੇ ਬਦਲੀਆਂ, ਪ੍ਰਭਾਵ ਕੀ ਰਹੇ ਇਹਦੇ? ਦੇਖੋ, ਜਦੋਂ ਇਹ ਘਟਨਾ ਵਾਪਰਦੀ ਹੈ 26 ਜਨਵਰੀ ਨੂੰ ਲਾਲ ਕਿਲੇ ਵਾਲੀ, ਔਰ ਉਹਨੂੰ ਜਿਸ ਤਰ੍ਹਾਂ ਪ੍ਰੋਜੈਕਟ ਕੀਤਾ ਜਾਂਦਾ ਹੈ, ਪਹਿਲਾ ਜਿਹੜਾ ਇੱਕ ਮੈਸੇਜ ਗਿਆ ਉਹ ਇਹ ਚਲਾ ਗਿਆ ਕਿ ਜੋ ਸਰਕਾਰ ਕਹਿ ਰਹੀ ਸੀ ਪਹਿਲਾਂ ਤੋਂ ਹੀ ਉਹੀ ਹੋਇਆ। ਕਿਉਂਕਿ ਜਿਵੇਂ ਜੈਬ ਜੀ ਨੇ ਕਿਹਾ ਜਾਂ ਆਪਾਂ ਸਾਰੇ ਜਾਣਦੇ ਹਾਂ ਕਿ ਦੂਸਰਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਸੀ, ਔਰ ਇੱਕ ਸਟੇਜ ਤੇ ਇੱਕ ਦੋ ਜਥੇਬੰਦੀਆਂ ਨੇ ਆਪਣੇ ਆਪ ਨੂੰ ਅਲੱਗ ਵੀ ਕਰ ਲਿਆ, ਉਹ ਵੀ ਆਪਣੇ ਫੁੱਲ ਇਨਫੋਰਮੇਸ਼ਨ ਮੀਡੀਆ ਰਾਹੀਂ ਆ ਗਈ ਹੈ। ਸੋ ਇਹ ਇੱਕ ਮਾੜਾ ਪ੍ਰਭਾਵ ਪਿਆ, ਔਰ ਕੁਝ ਜਿਹੜੀਆਂ ਲੋਕਾਂ ਦੀ ਓਪੀਨੀਅਨ ਹੈ ਉਹ ਵੈਸੇ ਤਾਂ 21 ਜਨਵਰੀ ਤੋਂ ਹੀ, ਕਿ ਜਦੋਂ ਸਰਕਾਰ ਨੇ ਇਹਨਾਂ ਨੂੰ ਕਿਸਾਨਾਂ ਨੂੰ ਇੱਕ ਆਫਰ ਦਿੱਤੀ ਕਿ ਅਸੀਂ 1.5 ਸਾਲ ਸਸਪੈਂਡ ਕਰਨ ਨੂੰ ਤਿਆਰ ਹਾਂ ਤੇ ਨਵੇਂ ਸਿਰੇ ਕਮੇਟੀ ਬਣਾ ਕੇ ਆਪਾਂ ਡਿਸਕਸ਼ਨ ਕਰਾਂਗੇ, ਜਿਹਦੇ ਵਿੱਚ ਤੁਹਾਡੇ ਵੀ ਨੁਮਾਇੰਦੇ ਹੋਣਗੇ, ਐਕਸਪਰਟ ਵੀ ਹੋਣਗੇ, ਸਰਕਾਰ ਦੇ ਵੀ ਹੋਣਗੇ। ਉਸ ਤੋਂ ਇੱਕ ਨਰੇਟਿਵ ਜਿਹੜਾ ਸਰਕਾਰ ਬਣਾਉਣ 'ਚ ਬਹੁਤ ਵੱਡੇ ਪੱਧਰ ਤੇ ਨਹੀਂ ਪਰ ਥੋੜੇ ਇੱਕ ਸੈਕਸ਼ਨ 'ਚ ਬਣਾਉਣ 'ਚ ਕਾਮਯਾਬ ਹੋਈ ਕਿ ਦੇਖੋ ਸਰਕਾਰ ਤਾਂ ਕਿੱਥੋਂ ਚੱਲ ਕੇ ਕਿੱਥੋਂ ਤੱਕ ਥੱਲੇ ਆ ਗਈ ਹੈ, ਸੋਧਾਂ ਕਰਨ ਤੋਂ ਲੈ ਕੇ ਫਿਰ ਸਸਪੈਂਡ ਕਰਨ ਤੱਕ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਸਸਪੈਂਸ਼ਨ ਤਾਂ ਸਰਕਾਰ ਲਈ ਇੱਕ ਸੇਫ ਐਗਜ਼ਿਟ ਫੇਸ ਸੇਵਿੰਗ ਹੈ, ਅਸਲ ਵਿੱਚ ਸਸਪੈਂਸ਼ਨ ਦੇ ਵਿੱਚ ਤੇ ਰੱਦ ਕਰਨ 'ਚ ਕੋਈ ਬਹੁਤਾ ਫਰਕ ਨਹੀਂ ਹੈ, ਨਵੇਂ ਸਿਰੇ ਤੋਂ ਕਿਸ ਰੂਪ 'ਚ ਆਉਣਗੇ ਇਹ ਕਾਨੂੰਨ, ਉਹ ਵੀ ਇੱਕ ਓਪੀਨੀਅਨ ਜਿਹੜੀ ਹੈ ਉਹ ਗਈ। ਇਹ ਐਸਪੈਕਟ ਸੀਗਾ। ਦੂਜਾ ਜਿਹੜਾ ਪੱਖ ਹੈ ਕਿ ਕਿਸਾਨਾਂ ਦੇ ਜਿਹੜੇ ਜਾਇਜ਼ ਜਿਹੜੀਆਂ ਮੰਗਾਂ ਨੇ ਜਾਂ ਜਾਇਜ਼ ਖੰਦਸ਼ੇ ਨੇ ਉਹ ਜਿਉਂ ਦੇ ਤਿਉਂ ਰਹੇ ਨੇ। ਤੇ ਇੱਕ ਸਟੇਜ ਤੇ ਜਦੋਂ ਟਕੈਤ ਸਾਹਿਬ ਆਪਣਾ ਭਾਸ਼ਣ ਕਰ ਰਹੇ ਸੀ ਤੇ ਉਹਨੂੰ ਪੁਲਿਸ ਅਰੈਸਟ ਕਰਨ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਹ ਭਾਵੁਕ ਹੋ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਅਥਰੂ ਵੀ ਗਿਰਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਦੁਬਾਰਾ ਸਾਡੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਟਕੈਤ ਸਾਹਿਬ ਉਹ ਆਪਣਾ ਪੱਖ ਰੱਖਦੇ ਨੇ ਤਾਂ ਰਾਤੋਂ ਰਾਤ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜੀ ਜਿਵੇਂ ਫੌਜ ਦੀ ਹੁੰਦਾ ਕੁਮਕ ਪਹੁੰਚਾਈ, ਆਪਣੇ ਆਪ ਉੱਥੇ ਪਹੁੰਚੇ ਨੇ। ਔਰ ਜਿਹੜਾ ਪੋਜ਼ਿਟਿਵ ਹੁਣ ਹੋਇਆ ਕਿ ਫੋਰਸਿਸ ਨਿਖੜ ਗਈਆਂ ਨੇ ਔਰ ਵਿਦੇਸ਼ੋਂ ਬਾਹਰ ਵੀ ਜਿਹੜੇ ਕਿਸਾਨ ਮੋਰਚੇ ਦੇ ਹਮਾਇਤੀ ਨੇ, ਕਿਸਾਨ ਮੰਗਾਂ ਦੇ ਹਮਾਇਤੀ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਫੋਰਸਿਸ ਜਿਹੜੀਆਂ ਨੇ ਉੱਥੇ ਬਾਹਰ ਬੈਠੀਆਂ ਵੀ ਉਹ ਭਾਵੇਂ ਸੋ ਖਾਲਿਸਤਾਨੀ ਫੋਰਸਿਸ ਹੋਣ ਭਾਵੇਂ ਕੁਛ ਹੋਣ, ਉਹਨਾਂ ਨੂੰ ਨਿਖੇੜਨਾ ਉਹਨਾਂ ਲਈ ਹੁਣ ਸੌਖਾ ਹੋ ਜਾਏਗਾ। ਇਹ ਪੋਜ਼ਿਟਿਵ ਵੀ ਹੈ। ਔਰ ਜਿਹੜਾ ਇਹ ਪ੍ਰਚਾਰ ਹੋ ਰਿਹਾ ਜੇ ਭੁਲੇਖਾ ਪੈ ਗਿਆ ਸੀ ਕਿ ਹੁਣ ਤਾਂ ਕਿਸਾਨਾਂ ਦਾ ਸੰਘਰਸ਼ ਖਤਮ ਹੀ ਹੈ ਔਰ ਸਰਕਾਰ ਨੂੰ ਵੀ ਲੱਗਦਾ ਸੀ ਕਿ ਇਸ ਤੋਂ ਬਾਅਦ ਇਹ ਅਸੀਂ ਖਤਮ ਕਰ ਦਿਆਂਗੇ, ਉਹ ਨਹੀਂ ਹੋਇਆ। ਕਿਸਾਨ ਦੁਬਾਰਾ ਜ਼ਿਆਦਾ ਜਿਹੜੀ ਤਾਕਤ ਨਾਲ ਜਥੇਬੰਦ ਹੋਣਾ ਸ਼ੁਰੂ ਹੋ ਗਏ ਨੇ ਤੇ ਸ਼ਾਇਦ ਉਸੇ ਕਰਕੇ ਹੀ ਅੱਜ ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਖੇਤੀ ਮੰਤਰੀ ਨੇ ਵੀ ਕਿਹਾ ਕਿ ਅਸੀਂ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਗੱਲਬਾਤ ਕਰਨ ਲਈ ਤਿਆਰ ਹਾਂ। ਮੈਨੂੰ ਲੱਗਦਾ ਹੈ ਕਿ ਔਰ ਕਿਸਾਨਾਂ ਵੱਲੋਂ ਵੀ ਇਹ ਅੱਜ ਸੰਕੇਤ ਗਿਆ ਕਿ ਅਸੀਂ ਵੀ ਜੇ ਸਰਕਾਰ ਵੱਲੋਂ ਕੋਈ ਇਨਵੀਟੇਸ਼ਨ ਆਏਗਾ ਗੱਲਬਾਤ ਦਾ ਤੇ ਅਸੀਂ ਕਰਨ ਨੂੰ ਤਿਆਰ ਹਾਂ। ਸੋ ਮੈਂ ਸਮਝਦਾ ਕਿ ਇਸ ਵੇਲੇ ਕਿਸਾਨ ਲੀਡਰਸ਼ਿਪ ਨੂੰ ਇੱਕ ਨਰੇਟਿਵ ਬਣਨ ਤੋਂ ਬਚਣਾ ਚਾਹੀਦਾ ਹੈ। ਉਹ ਨਰੇਟਿਵ ਇਹ ਨਾ ਹੋਵੇ ਕਿ ਜੇ ਦੇਖੋ ਕਿਸਾਨ ਤਾਂ ਟਸ ਤੋਂ ਮਸ ਨਹੀਂ ਹੋ ਰਹੇ, ਸਰਕਾਰ ਆਪਣਾ ਸਟੈਂਡ ਕਿੱਥੇ ਤੋਂ ਕਿੱਥੇ ਲੈ ਆਈ ਹੈ। ਸੋ ਇਹ ਬਦਲ ਜਿਹੜਾ ਇਸ ਦਾ ਜਵਾਬ ਜਿਹੜਾ ਹੈ ਉਹ ਕਿਸਾਨਾਂ ਦੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਔਰ ਕਿਸਾਨ ਜਥੇਬੰਦੀਆਂ ਨੂੰ ਇੱਕ ਆਲਟਰਨੇਟ ਆਪਣੀ ਪ੍ਰਪੋਜ਼ਲ ਵੀ ਦੇਣੀ ਚਾਹੀਦੀ ਹੈ। ਔਰ ਇੱਕ ਵਿਊ ਇਹ ਵੀ ਆ ਰਿਹਾ ਕਿ ਜੇ 3 ਸਾਲ ਲਈ
ਇਹ ਸਸਪੈਂਡ ਹੋ ਜਾਂਦੇ ਨੇ। ਔਰ ਫਿਰ ਉਸ ਤੋਂ ਬਾਅਦ ਜੇ ਸਸਪੈਂਸ਼ਨ ਤੋਂ ਬਾਅਦ ਜੋ ਕਮੇਟੀ ਬਣੇਗੀ ਜਿਹਦੇ ਵਿੱਚ ਅੱਧੇ ਜਿਹੜੇ ਆ ਕਿਸਾਨ ਜਥੇਬੰਦੀਆਂ ਦੇ ਲੀਡਰ ਔਰ ਕਿਸਾਨਾਂ ਦੁਆਰਾ ਜਿਹੜੇ ਤਜਵੀਜ਼ ਕੀਤੇ ਮਾਹਿਰ ਹੋਣਗੇ ਤੇ ਇੱਕ ਨਿਰਪੱਖ ਜਿਹੜਾ ਉਹ ਪ੍ਰਧਾਨ ਉਹਦਾ ਹੋਏਗਾ ਸਰਕਾਰ ਦੇ ਵੀ। ਉਸ ਤੋਂ ਬਾਅਦ ਜੋ ਡਿਸਕਸ਼ਨ ਤੋਂ ਬਾਹਰ ਨਿਕਲਦਾ ਹੈ, ਇਹ ਸਾਰੀਆਂ ਜਿਹੜੀਆਂ ਇਹ ਰਿਕਮੈਂਡੇਸ਼ਨ ਕਮੇਟੀ ਦੀਆਂ ਉਹ ਸਿੱਧੀਆਂ ਪਾਰਲੀਮੈਂਟ ਕੋਲੇ ਨਾ ਜਾਣ, ਸਗੋਂ ਸਟੇਟ ਅਸੈਂਬਲੀ 'ਚ, ਹਰ ਸਟੇਟ ਦੀ ਅਸੈਂਬਲੀ 'ਚ ਇਹ ਡਿਸਕਸ਼ਨ ਹੋਵੇ, ਡਿਬੇਟ ਹੋਵੇ ਤੇ ਫਿਰ ਦੇਖਦੇ ਹਾਂ ਕਿ ਕਿਹੜਾ ਕਿਸਾਨਾਂ ਦੇ ਉਲਟ ਜਾਂਦਾ ਤੇ ਕਿਹੜਾ ਹੱਕ 'ਚ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਕੋਈ ਸਟੇਟ ਜਿਹੜੀ ਲੀਡਰਸ਼ਿਪ ਹੈ, ਭਾਵੇਂ ਉਹ ਮੈਂ ਕਹਿੰਦਾ ਬੀਜੇਪੀ ਰੂਲਡ ਵੀ ਹੋਵੇ, ਉਹ ਬਹੁਤ ਔਖਾ ਹੋਏਗਾ ਉਹਦੇ ਲਈ ਕਿ ਉਹ ਕਿਸਾਨਾਂ ਦੇ ਉਲਟ ਜਾ ਸਕੇ, ਕਿਉਂਕਿ 70 ਕਰੋੜ ਦੇਸ਼ ਦੀ ਜਿਹੜੀ ਵਸੋਂ ਹੈ ਉਹ ਸਿੱਧੇ ਤੌਰ ਤੇ ਇਸ ਧੰਦੇ ਨਾਲ ਜੁੜੀ ਹੋਈ ਹੈ, ਅਫੈਕਟ ਹੁੰਦੀ ਹੈ। ਔਰ ਨਾ ਕੇਵਲ ਇਹ, ਸਗੋਂ ਫੌਜ ਦੇ ਵਿੱਚ, ਸਗੋਂ ਪੈਰਾਮਿਲਟਰੀ ਫੋਰਸਿਸ, ਪੁਲਿਸ ਦੇ ਵਿੱਚ ਇੱਕ ਕਿਸਾਨ ਤੇ ਜਵਾਨ ਜਿਹੜੇ ਨੇ ਇੱਕੋ ਘਰ ਚੋਂ ਆ ਰਹੇ ਨੇ। ਮੈਨੂੰ ਲੱਗਦਾ ਕਿ ਜਿਸ ਕਿਸਮ ਨਾਲ ਹੁਣ ਕੁਝ ਰਿਪੋਰਟਾਂ ਆਈਆਂ ਜਿਹੜੇ ਨੇ ਗੁੱਜਰਾਂ ਨੂੰ ਜੱਟਾਂ ਦੇ ਅਗੇਂਸਟ ਕਰ ਦਿਓ, ਹੀਰਾਂ ਨੂੰ ਜੱਟਾਂ ਦੇ ਅਗੇਂਸਟ ਕਰ ਦਿਓ, ਇਹ ਸਰਕਾਰ ਨੂੰ ਇਸ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਔਰ ਇਹ ਠੀਕ ਨਹੀਂ ਹੈ, ਕਿਉਂਕਿ ਇਹਦੇ ਨਾਲ ਦੇਸ਼ ਦੀ ਜਿਹੜੀ ਸੁਰੱਖਿਆ ਹੈ ਤੇ ਅਖੰਡਤਾ ਉਹਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਸਿਰਫ ਆਪਣੀ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਦੇਸ਼ ਦੀ ਸਮੁੱਚੀ ਗਵਰਨੈਂਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਗਵਰਨੈਂਸ ਇੱਕ ਚੀਜ਼ ਹੈ ਤੇ ਇਲੈਕਸ਼ਨ ਜਿੱਤਣਾ ਇੱਕ ਹੋਰ ਚੀਜ਼ ਹੈ। ਸੋ ਮੈਨੂੰ ਲੱਗਦਾ ਇਹ ਸਮੁੱਚੇ ਸੰਦਰਭ 'ਚ ਰੱਖ ਕੇ ਸਰਕਾਰ ਨੂੰ ਵੀ ਰੀਥਿੰਕਿੰਗ ਕਰਨ ਦੀ ਲੋੜ ਹੈ। ਔਰ ਅੱਜ ਮੈਂ ਦੇਖ ਰਿਹਾ ਸੀ, ਸ਼ਾਇਦ ਕੱਲ ਕਿਹਾ ਹੋਵੇ, ਅਕਾਲ ਤਖਤ ਦੇ ਜਥੇਦਾਰ ਨੇ ਵੀ, ਜਿਹੜੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹ ਵੀ ਕਿਸਾਨਾਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਵੀ ਇਹ ਜਿਹੜਾ ਇਹਦੇ ਬਾਰੇ ਗੱਲਬਾਤ ਕਰੋ, ਇੱਕ ਕਦਮ ਇੱਧਰ ਉੱਧਰ ਜਾਂ ਉਹ ਜਿਹੜੇ ਉਹਨਾਂ ਦੇ ਆਪਣੇ ਵਿਊਜ਼ ਹੋ ਸਕਦੇ, ਮੇਰੇ ਆਪਣੇ ਇੱਕ ਓਪੀਨੀਅਨ ਹੈ। ਸੋ ਮੈਨੂੰ ਲੱਗਦਾ ਕਿ ਕਿਸਾਨ ਲੀਡਰਸ਼ਿਪ ਨੂੰ ਇਹ ਇਸ ਤੋਂ ਬਾਅਦ ਹਿਸਟਰੀ ਤੋਂ ਹਮੇਸ਼ਾ ਬੰਦਾ ਸਿੱਖਦਾ ਹੈ, ਕੱਲ ਦੀਆਂ ਘਟਨਾਵਾਂ ਤੋਂ ਅੱਜ ਇਹ ਸਬਕ ਮਿਲਦਾ ਹੈ। ਇਹ ਸਿੱਖਦੇ ਹੋਏ ਮੈਨੂੰ ਲੱਗਦਾ ਕਿ ਇਹ ਇਸ ਕਿਸਮ ਦਾ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੀਦਾ, ਤਾਂ ਕਿ ਜਿਹੜਾ ਸਰਕਾਰ ਹੈ ਬਾਲ ਕਿਸਾਨਾਂ ਦੇ ਪਾਲੇ 'ਚ ਸੁੱਟ ਕੇ ਖੇਡ ਨਾ ਸਕੇ, ਸਗੋਂ ਬਾਲ ਜਿਹੜੀ ਹੈ ਉਹ ਸਰਕਾਰ ਦੇ ਪਾਲੇ 'ਚ ਜਾਵੇ। ਜੀ ਜੀ ਜੀ, ਬਿਲਕੁਲ ਬਿਲकुल। ਕੂਟਨੀਤਿਕ ਪੱਧਰ ਤੇ ਬਹੁਤ ਸਾਰੀ ਚੀਜ਼ਾਂ ਸੋਚਣੀਆਂ ਪੈਣਗੀਆਂ ਕਿਸਾਨ ਜਥੇਬੰਦੀਆਂ ਨੂੰ ਵੀ। ਪ੍ਰੋਫੈਸਰ ਅਜੈਬ ਸਿੰਘ ਜੀ, ਇੱਕ ਹੋਰ ਇਸ਼ੂ ਹੈ ਕਿ ਇਹ 26 ਜਨਵਰੀ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਅੱਗੇ ਸੀ, ਪੁਲਿਸ ਜਿਹੜੀ ਉਹਦੇ ਪਿੱਛੇ ਸੀ, ਪੁਲਿਸ ਸਾਇਲੈਂਟ ਮੋਡ ਦੇ ਵਿੱਚ ਸੀ। ਪਰ 26 ਜਨਵਰੀ ਤੋਂ ਬਾਅਦ ਪੁਲਿਸ ਅੱਗੇ ਆ ਗਈ, ਸਰਕਾਰ ਉਹਦੀ ਬੈਕ ਤੇ ਹੋ ਗਈ। ਇਹ ਸਰਕਾਰ ਦੇ ਨਜ਼ਰੀਏ ਦੇ ਵਿੱਚ ਜਿਹੜੀ ਤਬਦੀਲੀ ਵਾਪਰੀ ਹੈ, ਇਹਦੇ ਕੀ ਸੰਕੇਤ ਨੇ ਤੇ ਇਹਦੇ ਕੀ ਸਿੱਟੇ ਤੁਹਾਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ? ਦੇਖੋ, ਪੁਲਿਸ ਕੋਈ, ਪਹਿਲੀ ਗੱਲ ਤਾਂ ਕੋਈ ਇੰਡੀਪੈਂਡੈਂਟ ਫੋਰਸ ਨਹੀਂ ਹੈ। ਪੁਲਿਸ ਜਿਹੜੀ ਹੈਗੀ ਹੈ ਸਟੇਟ ਦਾ ਇੱਕ ਪਾਰਟ ਹੈ, ਜਿਹਨੂੰ ਵਕਤੀ ਤੌਰ ਦੇ ਉੱਤੇ ਮੌਕੇ ਦੀ ਜਿਹੜੀ ਸਰਕਾਰ ਹੈ ਉਹਨੇ ਇੰਸਟਰਕਸ਼ਨ ਦੇਣੀਆਂ ਹੁੰਦੀਆਂ। ਅਗਰ ਉਹ ਇੰਸਟਰਕਸ਼ਨ ਦਿੰਦੀ ਹੈ ਕਿ ਤੁਸੀਂ ਮੂਕ ਸਪੈਕਟੇਟਰ ਬਣੇ ਰਹਿਣਾ ਹੈ, ਬਿਲਕੁਲ ਪਾਰਟਿਸਿਪੇਟ ਨਹੀਂ ਕਰਨਾ, ਉਸ ਤਰ੍ਹਾਂ ਖੜਨਗੇ। ਅਗਰ ਉਹਨੇ ਕਹਿਤਾ ਕਿ ਪਾਵਰ ਦੀ ਵਰਤੋਂ ਕਰਨੀ ਹੈ, ਕਿੰਨੀ ਕਰਨੀ ਹੈ, ਜੇ ਹੁਣ ਫਰਜ਼ ਕਰ ਲਓ 26-27 ਦੀਆਂ ਘਟਨਾਵਾਂ ਲੈ ਲਓ, ਦੋ ਕਿਸਮ ਦੀ ਪਾਵਰ ਉਹਨੇ ਵਰਤੀ ਹੈ, ਵਾਟਰ ਕੈਨਨ ਤੇ ਅਥਰੂ ਗੈਸ। ਜੀ, ਹਾਲਾਂਕਿ ਗੋਲੀ ਕਿਉਂ ਨਹੀਂ ਚਲਾਤੀ ਉਹਨਾਂ ਨੇ? ਘੋਲ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਦੇਖਿਆ, ਉਦੋਂ ਧੜਾ-ਧੜ ਗੋਲੀਆਂ ਚਲਾਈਆਂ, ਬੰਦੇ ਮਾਰੇ ਹੈਗੇ। ਇੱਥੇ ਹੁਣ ਜਿਹੜੀ ਪਾਲਿਸੀ ਹੈਗੀ ਹੈ ਇਹਨਾਂ ਦੀ, ਉਹ ਜਿਹੜੀ ਪਹਿਲਾ ਦੌਰ ਜਿਹੜਾ ਲਾਲ ਕਿਲੇ ਵਾਲਾ ਸੀਗਾ, ਉਹਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਇਹ ਐਕਸ਼ਨ ਓਨਾ ਨਹੀਂ ਹੋਇਆ ਜਿੰਨਾ ਅਸੀਂ ਚਾਹੁੰਦੇ ਸੀ। ਪਰ ਨਾਲ ਦੀ ਨਾਲ ਜਿਹੜੀਆਂ ਤਿਰੰਗਾ ਯਾਤਰਾਵਾਂ ਸ਼ੁਰੂ ਕਰਕੇ ਪ੍ਰੈਸ਼ਰ ਨਾਲ ਦੀ ਨਾਲ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੁਸੀਂ ਗਾਜੀਪੁਰ ਦੀ ਉਹ ਦੇਖੀ ਹੋਣੀ ਆ ਪੋਜੀਸ਼ਨ, ਪਹਿਲਾਂ ਉਹਨਾਂ ਦੀ ਬਿਜਲੀ ਕੱਟੀ, ਫਿਰ ਬਿਲਕੁਲ ਅਣਮਨੁੱਖੀ ਜਿਹੜੀਆਂ ਹੈਗੀਆਂ ਕਦਰਾਂ ਕੀਮਤਾਂ ਤੇ ਉਤਰਦਿਆਂ ਉਹਨਾਂ ਦਾ ਪਾਣੀ ਸਪਲਾਈ ਬੰਦ ਕੀਤੀ, ਟਾਇਲਟ ਦੀ ਸਪਲਾਈ ਬੰਦ ਕੀਤੀ। ਸਿੰਘੂ ਬਾਰਡਰ ਤੇ ਵੀ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦੀ ਸਰਕਾਰ ਵੱਲੋਂ ਪਾਣੀ ਸਪਲਾਈ ਕਰਨ ਦੇ ਬਾਵਜੂਦ ਵੀ ਉਹ ਟੈਂਕਰਾਂ ਨੂੰ ਵੀ ਰੋਕਿਆ ਗਿਆ। ਤਾਂ ਇੱਥੇ ਤੱਕ ਦੀ ਨੀਚਤਾ ਦੇ ਵਿੱਚ ਜੇ ਕੋਈ ਮਤਲਬ ਸਰਕਾਰ ਉਤਰਦੀ ਹੈਗੀ, ਉਹ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ? ਜਿਹੜੀ ਪੁਲਿਸ ਹੈਗੀ ਹੈ, ਤਾਂ ਆਪਾਂ ਲੰਮੇ ਸਮੇਂ ਤੋਂ ਦੇਖਦੇ ਰਹੇ ਹਾਂ, ਕਿੰਨੀਆਂ ਹੀ ਸਟਰਗਲਾਂ ਦੇ ਵਿੱਚ। ਇਹ ਤੇ ਬਕਾਇਦਾ ਉਹਨਾਂ ਦੀ ਪਾਲਿਸੀ ਹੁੰਦੀ ਹੈ ਕਿ ਕਿਸ ਟਾਈਮ ਤੇ ਕਿਸ ਹੱਦ ਤੱਕ ਜਾਣਾ ਤੁਸੀਂ। ਅਗਰ ਉਹਨਾਂ ਨੇ ਅੱਗੇ ਲਾਉਣੀ ਹੈ ਤਾਂ ਅੱਗੇ ਲੱਗਦੀ ਹੈ, ਅਗਰ ਪਿੱਛੇ ਲਾਉਣਾ ਤਾਂ ਪਿੱਛੇ ਲੱਗਦੀ ਹੈ। ਇੱਕ ਘਟਨਾ ਨਹੀਂ ਹੈ, ਅਨੇਕਾਂ ਘਟਨਾਵਾਂ।
ਪਰ ਇਹ ਜਿਹੜੀ ਚੀਜ਼ ਹੈਗੀ ਆ ਪ੍ਰੋਫੈਸਰ ਸਾਹਿਬ ਨੇ ਦੱਸੀ ਹੈ, ਮੈਂ ਉਹਦੇ ਉੱਤੇ 1 ਮਿੰਟ ਲਈ ਬੋਲਣਾ ਚਾਹਾਂਗਾ। ਇਹ ਬਿਲਕੁਲ ਇੱਕ ਆਲਟਰਨੇਟਿਵ ਪ੍ਰਪੋਜ਼ਲ ਜ਼ਰੂਰ ਦੇਣੀ ਚਾਹੀਦੀ ਹੈ। ਜਿਵੇਂ ਇਹ ਇੱਕ ਮਤਲਬ ਆਪਾਂ ਨੂੰ ਇਹ ਆਸ ਨਹੀਂ ਹੈਗਾ ਵੀ ਉਹ ਮੰਨ ਲੈਣਗੇ, ਪਰ ਆਸ ਨਾ ਹੋਣ ਦੇ ਬਾਵਜੂਦ ਵੀ ਜਿਵੇਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਬੜੀ ਸੁਗੜਤਾ ਦਿਖਾਈ ਹੈ ਇਸ ਗੱਲ ਦੇ ਵਿੱਚ ਕਿ ਸਾਨੂੰ ਪਤਾ ਹੈ ਕਿ ਇਹਨਾਂ ਨੇ ਦੇਣਾ ਕੁਛ ਨਹੀਂ ਸਾਨੂੰ, ਪਰ ਫਿਰ ਵੀ ਅਸੀਂ ਜਾ ਰਹੇ ਹਾਂ, ਅਸੀਂ ਗੱਲਬਾਤ ਲਈ ਜਾ ਰਹੇ ਹਾਂ। 11 ਦੌਰ ਚੱਲਣ ਦਾ ਕਾਰਨ ਹੀ ਇਹ ਸੀਗਾ। ਪਰ ਨਾਲ ਦੀ ਨਾਲ ਉਹਨਾਂ 11 ਦੌਰ ਜਿਹੜੇ ਦੌਰ ਸੀਗੇ ਉਹਨਾਂ ਦੇ ਵਿੱਚ ਇੱਕੋ ਹੀ ਫਾਰਮੂਲਾ ਰਿਹਾ, ਇਹ ਜਿਹੜੀ ਇਹਦੀ ਸੀਮਤਾਈ ਹੈਗੀ ਹੈ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ। ਰੱਦ ਕਰਾਉਣ ਦਾ ਮਤਲਬ ਘੁੰਮਣ ਸਾਹਿਬ ਦੀ ਤਜਵੀਜ਼ ਦਾ ਵੀ ਇਹੀ ਬਣਦਾ ਹੈ। 3 ਸਾਲ ਦਾ ਪੀਰੀਅਡ ਜੇ ਐਕਸਟੈਂਸ਼ਨ ਹੁੰਦੀ ਹੈ ਉਦੋਂ ਨੂੰ ਸਰਕਾਰ ਹੀ ਨੇੜੇ ਆ ਜਾਣੀ ਹੈ। ਤੇ ਦੂਜੀ ਗੱਲ ਜਿਹੜੀ ਸਟੇਟਾਂ ਦੇ ਵਿੱਚ ਡਿਸਕਸ ਕਰਨਾ, ਇਹ ਉਹਨਾਂ ਦੀ ਜਿਹੜੀ ਸੈਂਟਰ ਸਰਕਾਰ ਨੂੰ ਐਗਰੀਕਲਚਰ ਦੇ ਉੱਤੇ ਆਪਣਾ ਅਧਿਕਾਰ ਜਤਾਉਣਾ ਚਾਹੁੰਦੇ ਨੇ, ਇਹ ਵੀ ਰੱਦ ਹੁੰਦਾ ਹੈ। ਜੇ ਉਹਨਾਂ ਨੂੰ ਸਟੇਟਾਂ ਦੇ ਵਿੱਚ ਡਿਸਕਸ ਕਰਨ ਦੀ ਪ੍ਰਪੋਜ਼ਲ ਆਉਂਦੀ ਹੈ, ਬਿਲਕੁਲ ਸਹੀ ਗੱਲ ਹੈ ਇਹਨਾਂ ਦੀ, ਤਾਂ ਨੈਚੁਰਲੀ ਉਹ ਆਪਣੇ ਅਧਿਕਾਰ ਤੋਂ ਜਿਹੜਾ ਸੈਂਟਰ ਦਾ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਐਗਰੀਕਲਚਰ ਦੇ ਉੱਤੇ, ਉਹ ਤੋਂ ਪਿੱਛੇ ਹਟਣਗੇ ਜਿਸ ਨੂੰ। ਤਾਂ ਹੁਣ ਇਹ ਆਪਣੇ ਆਪ 'ਚ ਹੀ ਉਹ ਡਿਫੈਂਸਿਵ ਪੋਜੀਸ਼ਨ 'ਚ ਜਾਣਗੇ। ਇਹਦੇ ਉੱਤੇ ਆਰਗੂ ਕਰਨਾ ਚਾਹੀਦਾ ਹੈਗਾ, ਇਹ ਰੱਖਣਾ ਚਾਹੀਦਾ ਵੀ ਦੇਖੋ ਅਸੀਂ ਤਾਂ ਇੱਕ ਕਦਮ ਪਿੱਛੇ ਹਟੇ ਹਾਂ। ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਜੇ ਕਿ 2 ਕਦਮ ਪਿੱਛੇ, ਸਾਡੀ ਇੰਡੀਕੇਸ਼ਨ ਇਹ ਜਾਵੇ ਵੀ ਦੇਖੋ ਯਾਰ ਇਹ ਪਿੱਛੇ ਹਟ ਰਹੇ ਨੇ। ਭਾਵੇਂ ਪ੍ਰੈਕਟੀਕਲੀ ਮਤਲਬ ਕੋਈ ਪਿੱਛੇ ਹਟਣ ਵਾਲੀ ਗੱਲ ਨਹੀਂ, ਇਹ ਵੀ ਉਨਾ ਹੀ ਸਟਰੋਂਗ ਹੈ ਜਿੰਨਾ ਰੱਦ ਕਰਨ ਦੀ ਮੰਗ ਕਰਨ ਦੇ ਜੇ ਇਦਾਂ ਦੀ ਪ੍ਰਪੋਜ਼ਲ ਰੱਖੀ ਜਾਂਦੀ। ਮੈਂ ਸਮਝਦਾ ਇਹ ਬਹੁਤ ਵਧੀਆ ਆਈਡੀਆ ਹੈਗਾ। ਤੇ ਇਸੇ ਕਰਕੇ ਜਿਹੜੇ ਹੈਗੇ ਆ ਸਾਡੇ ਮਤਲਬ ਅਰਥ ਸ਼ਾਸਤਰੀ, ਖਾਸ ਕਰਕੇ ਘੁੰਮਣ ਜੀ, ਜਿੰਨਾ ਇਹਨਾਂ ਦਾ ਰੋਲ ਹੈਗਾ, ਤਾਂ ਇਸ ਪ੍ਰਸੰਗ ਦੇ ਵਿੱਚ ਵੀ ਮੈਨੂੰ ਲੱਗਦਾ ਇਹਨਾਂ ਨੂੰ ਸਲਾਹ ਲੈਣੀ ਚਾਹੀਦੀ ਹੈ ਇੱਦਾਂ ਦੇ ਸੱਜਣਾਂ ਦੀ। ਬਿਲਕੁਲ ਬਿਲਕੁਲ ਸੰਘਰਸ਼ ਹੈ ਜੀ। ਆਪਾਂ ਸਮਾਂ ਬਹੁਤ ਹੋ ਗਿਆ, ਗੱਲਾਂ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਨੇ, ਪਰ ਮੈਨੂੰ ਲੱਗਦਾ ਕਿ ਆਪਾਂ ਸਾਰੀਆਂ ਗੱਲਾਂ ਅੱਜ ਨਹੀਂ ਕਰ ਸਕਾਂਗੇ। ਮੈਂ ਤੁਹਾਨੂੰ ਆਖਰੀ ਸਵਾਲ ਮੇਰੇ ਵੱਲੋਂ ਕਰੂੰਗਾ, ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡਾ ਕੋਈ ਸਾਥੀ ਪੁੱਛਣਾ ਚਾਹੁੰਦਾ ਹੋਊਗਾ ਆਪਾਂ ਉੱਤੇ ਫੋਕਸ ਕਰਾਂਗੇ। ਪ੍ਰੋਫੈਸਰ ਘੁੰਮਣ ਸਾਹਿਬ, ਮੈਂ ਤੁਹਾਡੇ ਤੋਂ ਜਿਹੜਾ ਹੁਣ ਲਗਭਗ ਆਖਰੀ ਸਵਾਲ ਹੋਊਗਾ ਆਪਣਾ, ਉਹ ਇਹ ਹੈ ਕਿ ਸਿੰਘੂ ਟਿਕਰੀ ਤੇ ਤੀਜਾ ਗਾਜੀਪੁਰ, ਹਨਾ। ਗਾਜ਼ੀਪੁਰ ਇੱਕ ਨਵਾਂ ਮਤਲਬ ਜਿਹੜਾ ਸੈਂਟਰ ਦੇ ਤੌਰ ਤੇ, ਵੱਡੇ ਸੈਂਟਰ ਦੇ ਤੌਰ ਤੇ ਡਿਵੈਲਪ ਹੋਇਆ, ਹਾਲਾਂਕਿ ਪਹਿਲਾਂ ਵੀ ਸੀ। 26 ਤੋਂ ਬਾਅਦ ਜਿਹੜਾ ਘਟਨਾਕ੍ਰਮ ਗਾਜ਼ੀਪੁਰ ਤੇ ਵਾਪਰਿਆ, ਪਹਿਲਾਂ ਪੁਲਿਸ ਦੀ ਦਹਿਸ਼ਤ, ਉਸ ਤੋਂ ਬਾਅਦ ਟਿਕੈਤ ਸਾਹਿਬ ਦੀ ਅਪੀਲ, ਤੇ ਅਪੀਲ ਤੋਂ ਬਾਅਦ ਵੱਡੇ ਪੱਧਰ ਤੇ ਲੋਕਾਂ ਦਾ ਆਉਣਾ, ਜਦੋਂ ਸਰਕਾਰ ਉਹਨਾਂ ਤੇ ਇਸ ਸੰਘਰਸ਼ ਤੇ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ ਹੋਣ ਦਾ ਇਲਜ਼ਾਮ ਲਾ ਰਹੀ ਹੋਵੇ, ਉਦੋਂ ਗਾਜ਼ੀਪੁਰ ਵਰਗਾ ਇੱਕ ਨਵਾਂ ਸੈਂਟਰ ਡਿਵੈਲਪ ਹੋ ਜਾਣ ਦੇ ਕੀ ਅਰਥ ਨਿਕਲਦੇ ਨੇ ਤੇ ਕਿਸਾਨ ਸੰਘਰਸ਼ ਤੇ ਕੀ ਪ੍ਰਭਾਵ ਪੈਣਾ? ਦੇਖੋ, ਪਹਿਲੀ ਗੱਲ ਤਾਂ ਦੀਪ ਜੀ ਇਹ ਹੈ ਕਿ ਹੁਣ ਤੱਕ ਸਰਕਾਰ ਨੇ ਜਾਂ ਸਰਕਾਰ ਦੀਆਂ ਏਜੰਸੀਆਂ ਨੇ ਜਾਂ ਮੀਡੀਆ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹਨੂੰ ਪੰਜਾਬ ਦਾ ਸੰਘਰਸ਼ ਬਣਾ ਦਿੱਤਾ ਜਾਵੇ, ਇਹਨੂੰ ਸਿੱਖਾਂ ਦਾ ਸੰਘਰਸ਼ ਬਣਾ ਦਿੱਤਾ ਜਾਵੇ, ਇਹਨੂੰ ਖਾਲਿਸਤਾਨ ਦਾ ਸੰਘਰਸ਼ ਬਣਾ ਦਿੱਤਾ। ਇਹ ਬਣਿਆ ਨਹੀਂ, ਲੋਕਾਂ ਨੇ ਇਹ ਨਰੇਟਿਵ ਨਹੀਂ ਬਾਈ ਕੀਤਾ। ਪਹਿਲੀ ਗੱਲ ਤੇ ਇਹ ਹੈ। ਦੂਜੀ ਕਿ ਨਾ ਕੇਵਲ ਪੰਜਾਬ ਤੋਂ, ਹਰਿਆਣਾ ਤੋਂ, ਮੈਂ ਕਹਿੰਦਾ ਜੇ ਹਰਿਆਣੇ ਦੇ ਕਿਸਾਨਾਂ ਦੀ ਮਦਦ ਨਾ ਮਿਲਦੀ 26 ਨਵੰਬਰ ਨੂੰ, ਤਾਂ ਪੰਜਾਬ ਦੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਹੀ ਨਹੀਂ ਸੀ ਸਕਦੇ। ਔਰ 2 ਮਹੀਨਿਆਂ ਤੋਂ ਜੋ ਹਰਿਆਣੇ ਦੇ ਕਿਸਾਨ ਜਾਂ ਰਾਜਸਥਾਨ ਦੇ ਕੁਛ ਜਾਂ ਵੈਸਟਰਨ ਯੂਪੀ ਦੇ ਜਾਂ ਹੋਰ ਸਟੇਟਾਂ ਤੋਂ ਜਾਂ ਵੱਖ-ਵੱਖ ਸਟੇਟਾਂ ਤੋਂ, ਦੂਰੀ ਵੀ ਮੈਟਰ ਕਰਦੀ ਹੈ, ਵੱਖ-ਵੱਖ ਸਟੇਟਾਂ ਤੋਂ, ਬਹੁਤ ਸਾਊਥ ਤੋਂ ਵੀ, ਈਸਟ ਤੋਂ, ਵੈਸਟ ਤੋਂ ਜਿਹੜੇ ਜਥੇ ਆ ਰਹੇ ਨੇ, ਇਹਨਾਂ ਨੂੰ ਸਪੋਰਟ ਮਿਲ ਰਹੀ ਹੈ। ਔਰ ਇਹ 450 ਏਜੰਸੀਆਂ ਜਿਹੜੀਆਂ ਆਪਣਾ ਜਥੇਬੰਦੀਆਂ ਕਿਸਾਨਾਂ ਦੀਆਂ, ਉਹ ਸਪੋਰਟ ਕਰ ਰਹੇ, ਕਿਸਾਨਾਂ ਹੋਰ ਵਰਗ ਸਪੋਰਟ ਕਰ ਰਹੇ ਨੇ। ਇਹ ਆਪਣੇ ਆਪ 'ਚ ਇੱਕ ਇੰਡੀਕੇਟਰ ਹੈ ਕਿ ਜਿਹੜਾ ਇਹ ਸੰਘਰਸ਼ ਹੈ, ਇਹ ਕਿਸਾਨਾਂ ਦੇ ਅੰਦੋਲਨ ਤੋਂ ਕਿਧਰੇ ਜ਼ਿਆਦਾ ਹੈ। ਹੁਣ ਤੱਕ ਜੋ ਲੋਕਾਂ ਦੀ ਆਵਾਜ਼ ਨਹੀਂ ਬਣ ਸਕੀ, ਕਿਸਾਨ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ ਨੇ, ਇਸੇ ਕਰਕੇ ਕਿਸਾਨਾਂ ਨੂੰ ਮਦਦ ਮਿਲ ਰਹੀ ਹੈ। ਸੋ ਜਿਹੜਾ ਤੁਸੀਂ ਗਾਜ਼ੀਪੁਰ ਦਾ ਜ਼ਿਕਰ ਕੀਤਾ ਹੈ, ਉਹ 26 ਜਨਵਰੀ ਤੋਂ ਬਾਅਦ ਉਹਨੂੰ ਹੋਰ ਬਲ ਮਿਲਿਆ। ਔਰ ਉੱਥੇ ਜਿਹੜੇ ਮਹਾਪੰਚਾਇਤਾਂ ਜਿਹੜੀਆਂ ਯੂਪੀ 'ਚ ਹੋਈਆਂ ਨੇ, ਉਹਨਾਂ ਨੇ ਸਪੋਰਟ ਜਿਹੜੀ ਹੈ ਲੈਂਡ ਕੀਤੀ ਹੈ, ਤੇ ਨਾਲ ਇਹ ਕਿਹਾ ਕਿ ਤੁਸੀਂ ਤਕੜੇ ਹੋ ਕੇ ਡਟੇ ਰਹੋ, ਅਸੀਂ ਹੋਰ ਜਿਹੜੇ ਹੈ, ਔਰ ਪੰਜਾਬ ਦੇ, ਹਰਿਆਣੇ ਦੇ, ਬਾਕੀ ਸਟੇਟਾਂ ਦੇ ਜਿਹੜੀ ਬਹੁਤ ਜਿਨ੍ਹਾਂ ਦੀ ਰਿਪਰਜੈਂਟੇਸ਼ਨ ਆ ਉੱਥੇ, ਉਹਨਾਂ ਦੇ ਹਰ ਪਿੰਡ 'ਚ ਇਹ ਇੱਕ ਲਾਮਬੰਦੀ ਹੋ ਰਹੀ ਹੈ ਕਿ ਅਸੀਂ ਇੱਕ ਸਿਸਟੇਮੈਟਿਕ ਢੰਗ ਨਾਲ ਉੱਥੇ ਭੇਜਦੇ ਰਵਾਂਗੇ। ਔਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਸਪੋਰਟ ਮਿਲ ਰਹੀ ਹੈ, ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ
ਕਿ ਇਹ ਆਮ ਕੋਈ ਟ੍ਰੇਡ ਯੂਨੀਅਨ ਦਾ ਸੰਘਰਸ਼ ਨਹੀਂ ਹੈ, ਕੋਈ ਹੋਰ ਕਿਸੇ ਤਬਕੇ ਦਾ ਸੰਘਰਸ਼ ਨਹੀਂ ਹੈ, ਕੋਈ ਮਜ਼ਦੂਰਾਂ, ਇਹ ਬਹੁਤ ਵੱਡਾ ਸੰਘਰਸ਼ ਹੈ ਜਿਹਦੇ ਵਿੱਚ ਸਾਰੇ ਜਿਹੜੇ ਤਬਕੇ ਨੇ, ਸਾਰੇ ਵਰਗ ਸਪੋਰਟ ਕਰ ਰਹੇ ਨੇ। ਔਰ ਕਿਸਾਨੀ ਦੇ ਕੋਲ ਜਿਹੜਾ ਇੱਕ ਲੰਗਰ ਚਲਾਉਣ ਦੀ ਪ੍ਰਥਾ ਹੈ ਉਹ ਬਹੁਤ ਸਟਰੈਂਥ ਹੈ। ਔਰ ਕਿਸਾਨੀ ਦੇ ਕੋਲ ਇੱਕ ਜਿਹੜਾ ਪੇਸ਼ੈਂਸ ਹੈ ਕਿ 6 ਮਹੀਨੇ ਤੁਸੀਂ ਫਸਲ ਬੀਜ ਕੇ ਰੱਬ ਆਸਰੇ ਛੱਡ ਦਿਓ, ਉਹ ਇੱਕ ਬਹੁਤ ਇਤਿਹਾਸ ਹੈ। ਔਰ ਜਿਹੜਾ 1907 ਦਾ ਪਗੜੀ ਸੰਭਾਲ, ਜੱਟਾ ਪਗੜੀ ਸੰਭਾਲ ਹੋਏ, ਉਹਨੂੰ ਵੀ ਨਹੀਂ ਭੁੱਲਣਾ ਚਾਹੀਦਾ। ਉਹ ਹੋ ਸਕਦਾ ਅੱਜ ਦੇ ਸੰਦਰਭ 'ਚ ਛੋਟਾ ਹੋਵੇ, ਪਰ ਉਸ ਵੇਲੇ ਦੀ ਸਰਕਾਰ ਵੀ ਜਾਬਰ ਸਰਕਾਰ ਸੀ ਔਰ ਉਸ ਵੇਲੇ ਵੀ ਕਿਸਾਨਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਜ਼ਮੀਨ ਜਿਹੜੀ ਹੈ ਉਹ ਚਲੀ ਜਾਏਗੀ। ਔਰ ਉਸ ਵੇਲੇ ਵੀ ਉਹਨਾਂ ਨੇ ਸਕਸੈਸਫੁਲ ਜਿਹੜਾ ਘੋਲ ਲੜਿਆ। ਤੇ ਫਿਰ 1934-35 ਦੇ ਵਿੱਚ ਜਿਹੜਾ ਉਹ ਛੋਟੂ ਰਾਮ ਨੇ, ਸਰ ਛੋਟੂ ਰਾਮ ਨੇ ਜੋ ਕਾਨੂੰਨ ਬਣਾਏ, ਉਹਦੇ ਬਾਰੇ ਡਿਬੇਟ ਹੋ ਸਕਦੀ ਹੈ, ਪਰ ਉਹ ਸਾਰਾ ਉਸ ਸੰਘਰਸ਼ ਦਾ ਹਿੱਸਾ ਸੀ। ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਚੋਂ ਕਿਸੇ ਨੇ ਵੇਖਿਆ ਹੋਵੇ ਐਡਾ ਪੀਸਫੁਲ ਸੰਘਰਸ਼ ਜਿਹੜਾ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਤੇ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਉਹ ਇੱਕ ਰੈਸ਼ਨਲ ਥਿੰਕਿੰਗ ਕਰੇ, ਉਹ ਕਿਸਾਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਉਹਨਾਂ ਤੇ ਬਹੁਤ ਸੰਜੀਦਗੀ ਨਾਲ ਵਿਚਾਰ ਕਰੇ ਤੇ ਦੇਸ਼ ਦੀ ਸਿਕਿਉਰਿਟੀ, ਅਖੰਡਤਾ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨਾਲ ਜਿਹੜਾ ਕੋਈ ਸਾਰਥਕ ਗੱਲ ਕਰਕੇ ਸਿੱਟੇ ਤੇ ਪਹੁੰਚਣ, ਤਾਂ ਕਿ ਕਿਸਾਨ ਜੋ ਹੈ ਜਿਹੜਾ ਕਿ ਠੰਡਾਂ ਦੇ ਵਿੱਚ ਬੈਠੇ ਨੇ, ਉੱਥੇ ਬੜੀ ਮੁਸ਼ਕਲ ਹਾਲਤਾਂ 'ਚ ਬੈਠੇ ਨੇ, ਮੈਂ ਕਹਿੰਦਾ ਕੋਈ ਮੰਤਰੀ, ਕੋਈ ਅਫਸਰ ਇਹਨਾਂ ਦਾ 2 ਰਾਤਾਂ ਨਹੀਂ ਕੱਢ ਸਕਦਾ ਉੱਥੇ। ਉਹ ਆ ਕੇ ਆਪਣੇ ਘਰਾਂ 'ਚ ਆਪਣਾ ਕੰਮ ਕਰਨ, ਕੰਮ ਤੋਂ ਉਹ ਵਿਚਾਰੇ ਪਤਾ ਨਹੀਂ ਕਿਵੇਂ ਸਾਰ ਰਹੇ ਨੇ। ਸੋ ਇਹ ਸਾਰੇ ਪ੍ਰੋਸੈਸ ਨੂੰ ਇੱਕ ਹਿਊਮਨ ਐਂਗਲ ਤੋਂ ਵੀ ਦੇਖਣ ਦੀ ਲੋੜ ਹੈ, ਨਾ ਕੇਵਲ ਇੱਕ ਆਪਣੀ ਜਿਹੜੀ ਹੈ ਜਿੱਦਬਾਜ਼ੀ ਦੇ ਐਂਗਲ ਤੋਂ ਵੇਖਣ ਦੀ ਲੋੜ ਹੈ। ਪਰ ਸਰਕਾਰ ਦਾ ਜੇ ਕੁਝ ਨਹੀਂ ਘਟਦਾ, ਜੇ ਕਿਸੇ ਗਲਤੀ ਹੋ ਵੀ ਗਈ ਹੈ ਤਾਂ ਉਹਨੂੰ ਰਿਵਿਊ ਕਰਕੇ ਦੁਬਾਰਾ ਉਹ ਠੀਕ ਕੀਤੀ ਜਾ ਸਕਦੀ ਹੈ। ਜੀ ਪ੍ਰੋਫੈਸਰ ਜੈਬ ਸਿੰਘ ਜੀ, ਆਖਰੀ ਸਵਾਲ ਤੁਹਾਨੂੰ, ਕਿ 3-4 ਵੱਡੀਆਂ ਚੁਣੌਤੀਆਂ ਨੇ ਇਸ ਵੇਲੇ ਕਿਸਾਨ ਮੋਰਚੇ ਨੂੰ। ਇੱਕ ਪਾਸੇ ਨੌਜਵਾਨਾਂ ਦੇ ਨਾਲ ਤਾਲਮੇਲ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮਾਂ ਇਸ ਵੇਲੇ ਆ ਰਹੀਆਂ ਨੇ, ਉਹ ਨੌਜਵਾਨਾਂ ਦਾ ਇੱਕ ਵੱਖਰਾ ਵਰਜ਼ਨ ਜਿਹੜਾ ਸਾਹਮਣੇ ਆਉਂਦਾ ਜਥੇਬੰਦੀਆਂ ਦੇ ਪੈਰਲਲ। ਦੂਜਾ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਵਿੱਚੋਂ ਅਲੱਗ ਦਿਸ਼ਾ ਲੈ ਰਹੀਆਂ ਨੇ, ਅਲੱਗ ਡਾਇਰੈਕਸ਼ਨ ਲੈ ਰਹੀਆਂ ਨੇ। ਇੱਕ ਉਹ ਇਸ਼ੂ ਹੈ ਸਰਕਾਰ ਦਾ ਹਮਲਾ ਜਿਹੜਾ ਹੋਇਆ ਉਹ ਇਸ਼ੂ ਹੈ, ਤੇ ਲੋਕਾਂ ਦੇ ਵਿੱਚ ਜਿਹੜਾ ਥੋੜੀ ਜਿਹੀ ਕਿਤੇ ਨਿਰਾਸ਼ਾ, ਕਿਤੇ ਪੈਸਿਵਨੈਸ ਆਈ ਸੀ, ਉਹ ਵੀ ਇੱਕ ਇਸ਼ੂ ਹੈ। ਇਹਨਾਂ ਚਾਰੇ ਇਸ਼ੂਜ਼ ਦੇ ਵਿਚਕਾਰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਕੀ ਚੇਂਜਸ ਕਰਨੀਆਂ ਚਾਹੀਦੀਆਂ ਨੇ ਜਾਂ ਕੀ ਨਵੀਆਂ ਗੱਲਾਂ ਅਪਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਇਹ ਅੰਦੋਲਨ ਜਿਹੜਾ ਅਗਲੇ ਦਿਨਾਂ ਦੇ ਵਿੱਚ ਹੋਰ ਮਜ਼ਬੂਤ ਹੋ ਸਕੇ? ਦੇਖੋ, ਇਹਦੇ ਵਿੱਚ ਮੈਂ 2 ਗੱਲਾਂ ਸੁਜੈਸਟ ਕਰਨੀਆਂ ਚਾਹੁੰਦਾ ਜੀ। ਇੱਕ ਤਾਂ ਇਹ ਕਿ ਜਿੰਨਾ ਇਹ 26, 25, 26, 27 3 ਦਿਨਾਂ ਦੇ ਮਤਲਬ ਮੈਂ ਉੱਥੇ ਜਿਹੜਾ ਇਹਨਾਂ ਬਾਰਡਰਾਂ ਦੇ ਉੱਤੇ ਤੁਰ ਫਿਰ ਕੇ ਜਿਹੜਾ ਓਬਜ਼ਰਵ ਕੀਤਾ ਜਾਂ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਰੋਜ਼ਾਨਾ ਦੀ ਰੂਟੀਨ ਚੱਲ ਰਹੀ ਹੈ ਉਹਦੇ ਵਿੱਚ ਦੇਖ ਰਿਹਾ, ਜਿਹੜੀਆਂ ਸਟੇਜਾਂ ਲੱਗਦੀਆਂ, ਜਿੰਨੀ ਵੱਡੀ ਗਿਣਤੀ ਉੱਥੇ ਹੈ ਟਰਾਲੀਆਂ ਦੇ ਵਿੱਚ ਜਿਹੜੇ ਘਰ ਬਸੇ ਹੋਏ ਨੇ, ਉਹਨਾਂ ਦੀ ਜਿੰਨੀ ਸਟਰੈਂਥ ਹੈਗੀ ਹੈ, ਤਾਂ ਉਹਦਾ ਮੇਰੇ ਹਿਸਾਬ ਨਾਲ 1-2% ਹੀ ਸਟੇਜਾਂ ਤੇ ਹੁੰਦਾ। ਸਟੇਜਾਂ ਤੇ ਠੀਕ ਹੈ, ਦੇਖਣ ਨੂੰ ਇਕੱਠ ਬਹੁਤ ਵੱਡਾ ਲੱਗਦਾ, ਪਰ ਜੇ ਤੁਸੀਂ ਟੋਟਲ ਜਿਹੜੀ ਸਟਰੈਂਥ ਦੀ ਪਰਸੈਂਟੇਜ ਲਓ ਤਾਂ ਉਹ ਬਹੁਤ ਘੱਟ ਹੈ। ਤੇ ਇਹਦੇ ਵਿੱਚ ਕੀ ਹੈਗਾ ਕਿ ਉਹਨਾਂ ਨੌਜਵਾਨਾਂ ਦੀ ਤੇ ਟਰਾਲੀ ਵਾਈਜ਼ 15-15, 20-20 ਟਰਾਲੀਆਂ ਦੀ ਕੋਈ ਐਕਸਟੈਂਡਡ ਮੀਟਿੰਗਾਂ ਟਾਈਪ ਜਿਹੜਾ ਲੀਡਰਸ਼ਿਪ ਨੂੰ ਚਲਾਉਣਾ ਚਾਹੀਦਾ ਸਿਸਟਮ। ਤਾਂ ਜਿਹੜਾ ਉੱਥੇ ਸਟੇਜ ਤੇ ਕੀ ਹੋ ਰਿਹਾ ਹੈ, ਨਾ ਤਾਂ ਉੱਥੇ ਕਮਿਊਨੀਕੇਸ਼ਨ ਹੈ, ਨਾ ਉੱਥੇ ਨੈਟਵਰਕ ਚੱਲਦਾ। ਖਾਸ ਕਰਕੇ ਟਿੱਕਰੀ ਬਾਰਡਰ ਦੇ ਏਰੀਏ ਦੇ ਵਿੱਚ ਤਾਂ ਸਿਗਨਲ ਨਾਂ ਦਾ ਕੋਈ ਚੀਜ਼ ਹੀ ਨਹੀਂ ਹੈ। ਈਵਨ ਫੋਨ ਵੀ ਤੁਹਾਡਾ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਦੂਸਰਾ ਮੈਂ ਸਮਝਦਾ ਵੀ ਜਿਵੇਂ ਤੁਸੀਂ ਗਾਜ਼ੀਪੁਰ ਦੇ ਮਤਲਬ ਉਹਨੂੰ ਸੈਂਟਰ ਦੀ ਗੱਲ ਕੀਤੀ ਆ, ਉਹ ਸੈਂਟਰ ਦੇ ਤੌਰ ਤੇ ਉੱਭਰਿਆ ਹੈਗਾ। ਰਾਜਸਥਾਨ ਦੇ ਵਿੱਚ ਵੀ ਬਹੁਤ ਵੱਡੀ ਪੰਜਾਬੀਆਂ ਦੀ ਵੈਲਟ ਸੀਗੀ, ਜਿਵੇਂ ਸ਼੍ਰੀ ਗੰਗਾਨਗਰ, ਹਨੂਮਾਨਗੜ੍ਹ, ਕੋਟਾ, ਇਹ 3 ਤੋਂ ਜਿਹੜਾ ਸ਼ਾਹਜਹਾਂਪੁਰ ਆਏ ਸੀਗੇ ਪੰਜਾਬੀ, ਉਹ ਪੰਜਾਬੀ ਬੈਲਟ ਦੇ ਸੀਗੇ। ਉਹ 31 ਦਸੰਬਰ ਨੂੰ ਉਹਨਾਂ ਨੇ ਬਾਰਡਰ ਦੇ ਬੈਰੀਕੇਡ ਤੋੜੇ, ਅੱਗੇ ਲੰਘੇ, ਅੱਗੇ ਸੰਘਵਾਲੀ ਚੌਂਕ ਦੇ ਉੱਤੇ 22 ਕਿਲੋਮੀਟਰ ਦੇ ਉੱਤੇ ਉਹਨਾਂ ਨੂੰ ਰੋਕਿਆ ਗਿਆ। ਉਸ ਤੋਂ ਬਾਅਦ 3 ਤਰੀਕ ਨੂੰ ਉਹਨਾਂ ਨੇ ਦੁਬਾਰਾ ਉਹ ਬੈਰੀਕੇਡ ਤੋੜ ਕੇ ਉਹਨਾਂ ਨੂੰ ਸੰਘਵਾਲੀ ਚੌਂਕ ਵਾਲਿਆਂ ਨੂੰ ਵੀ ਉੱਥੋਂ ਮੁਕਤ ਕਰਾਇਆ ਪੁਲਿਸ ਦੇ ਦਾਇਰੇ ਦੇ ਵਿੱਚੋਂ। ਹੁਣ ਉਹ ਮਸਾਨੀ ਬਰਾਜ ਦੇ ਕੋਲੇ ਆ ਕੇ ਉੱਥੇ ਤੁਸੀਂ ਦੇਖਿਆ 3 ਤਰੀਕ ਨੂੰ ਕਿੰਨੀ ਬੁਰੀ ਤਰ੍ਹਾਂ ਉਹਦੇ ਤੇ ਸ਼ੈੱਲ ਮਾਰੇ ਗਏ ਅਥਰੂ ਗੈਸ ਦੇ, ਤੇ ਜਿਹਦੇ ਸਿੱਟੇ ਵਜੋਂ ਇੱਕ ਜਿਹੜੀ ਹੈਗੀ ਟਰਾਲੀ ਨੂੰ ਅੱਗ ਵੀ ਲੱਗੀ ਆ। ਉਹਦਾ ਮੈਂ ਚਾਹੂੰਗੀ ਗਵਾਹ ਵੀ ਹਾਂ, ਮੈਂ 3 ਦਿਨ ਉਹਨਾਂ ਦੇ ਸਾਥ ਬਿਤਾਏ ਨੇ। ਪਰ ਮੇਰੀ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਇਹ ਅਪੀਲ ਹੈ ਕਿ ਉਹ ਜਿੱਥੋਂ ਤੱਕ ਮੈਂ ਨੋਟ ਕੀਤਾ, ਉਹ ਬਿਲਕੁਲ ਨੌਜਵਾਨ ਨੇ ਜਿਹੜੇ ਉਹ ਅਨਐਕਸਪੀਰੀਅੰਸਡ ਨੇ,
ਉਹ ਕੋਈ ਲੰਬੇ ਸਮੇਂ ਦੀ ਉਹਨਾਂ ਦੀ ਜਥੇਬੰਦੀ ਨਹੀਂ ਸੀ। ਇਸ ਪੰਜਾਬੀਆਂ ਦੇ ਜਿਹੜੇ ਸੰਘਰਸ਼ ਦੇ ਪ੍ਰਭਾਵ ਥੱਲੇ ਆ ਕੇ ਹੀ ਉਹਨੇ ਫਟਾਫਟ ਇੱਕਦਮ ਜਿਹੜਾ ਹੈਗਾ ਕਾਫਲਿਆਂ ਦੇ ਕਾਫਲੇ ਉਹ ਚੱਲ ਪਏ ਤੇ ਉਹਨਾਂ ਨੂੰ ਨੇੜੇ ਲਾਉਣ ਦੀ ਲੋੜ ਹੈ। ਹੁਣ ਉੱਥੇ ਮੇਰਾ ਜਿਹੜਾ ਹੈਗਾ, ਜਿਵੇਂ ਜੋਗਿੰਦਰ ਯਾਦਵ ਜੀ ਦਾ ਗਰੁੱਪ ਹੈਗਾ, ਲੈਫਟਿਸਟਾਂ ਦੇ ਗਰੁੱਪ ਹੈਗਾ, 4-5 ਉੱਥੇ ਗਰੁੱਪ ਹੈਗੇ ਆ ਜਿਹੜੇ ਅਜੇ ਵੀ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਰੁਕੇ ਹੋਏ ਨੇ, ਜਦੋਂ ਕਿ ਉਹਦੀ ਕੋਈ ਤੁਕ ਨਹੀਂ ਬਣਦੀ ਮੇਰੇ ਹਿਸਾਬ ਦੇ ਨਾਲ। ਉਹਨਾਂ ਨੂੰ ਨਾਲ ਆਉਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਐਜੂਕੇਟ ਕਰਕੇ ਸਾਹਮਣਾ ਚਾਹੀਦਾ ਸੀ। ਉਹ ਨਾ ਅੱਗੇ ਤੋਂ ਸਾਹਮਿਆ ਕਿਸੇ ਨੇ, ਨਾ ਪਿਛਲਿਆਂ ਨੇ ਸਾਹਮਿਆ, ਉਹ ਵਿਚਾਲੇ ਫਸੇ ਹੋਏ ਨੇ। ਤੇ ਇਦਾਂ ਦਾ ਜਿਹੜਾ ਰਵੱਈਆ ਹੈਗਾ, ਮਤਲਬ ਅੱਜ ਦੀ ਹਾਲਤ ਦੇ ਵਿੱਚ ਮੈਂ ਸਮਝਦਾ ਵੀ ਉਹਨੂੰ ਰੀਕਨਸਿਡਰ ਕਰਨਾ ਚਾਹੀਦਾ। ਜੇ ਹੁਣ ਦੇਖਿਆ ਜਾਵੇ 26-27 ਨੂੰ ਜਿਹੜੇ ਸਾਡੇ ਬਾਰਡਰਾਂ ਤੇ ਮਤਲਬ ਜਿਹੜਾ ਵਾਪਰਿਆ ਸੀ, ਉਹ ਵੀ ਤਾਂ ਇਹੀ ਸੀ। ਲੀਡਰਸ਼ਿਪ ਦਾ ਇਹ ਫੈਸਲਾ ਸੀ ਕਿ ਜਿੱਥੇ ਬੈਰੀਕੇਡ ਆ ਜਾਣਗੇ ਉੱਥੇ ਅਸੀਂ ਬੈਠ ਜਾਣਾ, ਧਰਨੇ ਮਾਰ ਕੇ ਅਸੀਂ ਅੱਗੇ ਨਹੀਂ ਜਾਣਾ ਜੀ। ਪਰ ਇੱਕ ਸਾਫ਼ ਹੈ, ਪ੍ਰਤੱਖ ਫੈਕਟ ਹੈ, ਭਾਵੇਂ ਬਿਟਰ ਟਰੂਥ ਕਹਿ ਲਓ, ਇਹਨੂੰ ਕੁਝ ਕਹਿ ਲਓ, ਕਿ ਉੱਥੇ ਨੌਜਵਾਨਾਂ ਨੇ ਮਤਲਬ ਜਿਹੜਾ ਹੈਗਾ ਉਹ ਬੈਰੀਕੇਡ ਤੋੜਤੇ। ਇਹ ਵੀ ਆਇਆ ਹੈਗਾ ਕਿ ਇੱਕ ਦੋ ਬਾਰਡਰਾਂ ਦੇ ਉੱਤੇ ਇੱਕ ਦਿਨ ਦੀ ਡਿਲੇ ਹੋਈ, ਇੱਕ ਦੇ ਉੱਤੇ ਤੁਰੰਤ ਹੀ ਜਾਣਾ ਪੈ ਗਿਆ, ਨਾਲ ਜਾਣਾ ਪੈ ਗਿਆ। ਤਾਂ ਕਈ ਮੌਕੇ ਇਹ ਜਿਹੇ ਹੁੰਦੇ ਨੇ ਕਿ ਸਾਡੀ ਅਸੈਸਮੈਂਟ ਦੇ ਵਿੱਚ ਕੋਈ ਫਰਕ ਰਹਿ ਜਾਂਦਾ, ਲੀਡਰਸ਼ਿਪ ਨੂੰ ਰੀਅਸੈਸ ਵੀ ਕਰਦੀ ਹੈ। ਮੈਂ ਉੱਥੋਂ ਦੇ ਸੀਨੀਅਰ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਸੀ, ਪਰ ਉਹ ਉਸੇ ਤਰ੍ਹਾਂ ਹੀ ਉਸ ਗੱਲ ਦੇ ਉੱਤੇ ਅੜੇ ਹੋਏ ਨੇ ਵੀ ਅਸੀਂ ਨਹੀਂ ਜੀ ਜਾਂਦੇ। ਫਿਰ ਇੱਥੇ ਆ ਕੇ ਕਈ ਉਰੋਂ ਵਾਲੇ ਆਪਣੇ ਲੀਡਰਾਂ ਨਾਲ ਵੀ ਗੱਲਬਾਤ ਕੀਤੀ, ਪਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਨਹੀਂ। ਮੈਂ ਉਹਨਾਂ ਨੂੰ ਕਿਹਾ ਵੀ ਫਿਰ ਜੇ ਪੰਜਾਬ ਦੇ ਵਿੱਚ ਅਸੀਂ ਐਂ ਕਰ ਸਕਦੇ ਹਾਂ, ਰੀਅਸੈਸ ਕਰਕੇ ਅਸੀਂ ਦਿੱਲੀ ਜਾ ਸਕਦੇ ਹਾਂ, ਤੇ ਰਾਜਸਥਾਨ ਦੇ ਪ੍ਰਸੰਗ ਦੇ ਵਿੱਚ ਕਿਉਂ ਨਹੀਂ? ਹਾਲਾਂਕਿ ਜੋਗਿੰਦਰ ਯਾਦਵ ਜੀ ਖੁਦ ਉਹ ਸ਼ਾਹਜਹਾਂਪੁਰ ਦੇ ਏਰੀਆ ਨੂੰ ਬਿਲੋਂਗ ਕਰਦੇ ਨੇ, ਤੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਹੈਗਾ ਆਪਣੀ ਰੱਖਿਆ ਹੋਇਆ ਵਰਕਰਾਂ ਨੂੰ। ਇਹ ਗੱਲ ਮਤਲਬ ਮੈਂ ਬੇਨਤੀ ਕਰਦਾ ਇਸ ਚੈਨਲ ਤੋਂ ਵੀ, ਸੰਯੁਕਤ ਮੋਰਚਾ ਦੀ ਲੀਡਰਸ਼ਿਪ ਨੂੰ ਵੀ, ਸਾਡੇ ਸੀਨੀਅਰ ਲੀਡਰਾਂ ਨੂੰ ਵੀ, ਕਿ ਉਹ ਇਸ ਨੂੰ ਰੀਕਨਸਿਡਰ ਕਰਨ। ਇਸ ਤਰ੍ਹਾਂ ਦੀ ਅਪਰੋਚ ਹੈਗੀ ਆ ਜਿਹੜੀ, ਕਿਉਂਕਿ ਪੰਜਾਬ, ਹਰਿਆਣਾ, ਯੂਪੀ, ਇਹਦੇ ਨਾਲ ਜਿਹੜੇ ਦੂਜੀਆਂ ਸਟੇਟਾਂ ਦੀ ਜਿਹੜੀ ਸਾਡੀ ਸਿੰਪਥੀ ਹੈਗੀ ਆ, ਉਹਨੂੰ ਹਰ ਹਾਲਤ ਦੇ ਵਿੱਚ ਜਿੱਤਣ ਦੀ ਲੋੜ ਹੈਗੀ ਆ, ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਜੇ ਉਹਨਾਂ ਤੋਂ ਗਲਤੀਆਂ ਵੀ ਹੋਈਆਂ, ਉਹ ਨੌਜਵਾਨ ਇਦਾਂ ਦੇ ਨਹੀਂ ਹੈਗੇ ਜਿਵੇਂ ਇੱਥੋਂ ਵਾਲਿਆਂ ਨੇ ਮਤਲਬ ਸਾਜ਼ਿਸ਼ ਕਰਕੇ ਸਾਰੇ ਸੰਘਰਸ਼ ਨੂੰ ਢਾਹ ਲਾਈ ਹੈ। ਉਹਨਾਂ ਦਾ ਦਿੱਲੀ ਦਾ ਇੱਕ ਟਾਰਗੇਟ ਸੀਗਾ, ਤੇ ਉਸ ਟਾਰਗੇਟ ਲਈ ਉਹਨਾਂ ਨੇ ਇੱਕ ਮੁੰਡੇ ਦੇ ਤਾਂ ਇੱਥੇ 4 ਟੰਕੇ ਵੀ ਲੱਗੇ, ਹੈਡ ਇੰਜਰੀ ਹੋਈ, ਉਹਨੂੰ 35 ਮਤਲਬ ਸਿਕਿਉਰਿਟੀ ਫੋਰਸਿਸ ਨੇ ਜਿਹੜਾ ਹੈਗਾ ਜਵਾਨਾਂ ਨੇ ਕੁੱਟਿਆ, ਤੇ ਉਹ ਦੂਜੇ ਟਰੈਕਟਰ ਵਾਲੇ ਨੇ ਟਰੈਕਟਰ ਘੁਮਾ ਕੇ ਉਹਨੂੰ ਘੇਰੇ ਦੇ ਵਿੱਚ ਛਡਾਇਆ। ਮਤਲਬ ਇੱਕ ਦੀ ਲੱਤ ਟੁੱਟੀ ਹੈ, ਇੱਕ ਦੀ ਅੱਡੀ ਟੁੱਟੀ ਹੈ, ਬਹੁਤ ਬੁਰੀ ਤਰ੍ਹਾਂ ਬਰੂਟਲ। ਤੇ ਜਿਹੜੇ ਆਹ ਸ਼ੈੱਲ ਵੱਜੇ ਨੇ ਉਹਨਾਂ ਦੇ ਵਿੱਚ ਤਾਂ ਗਿਣਤੀ ਕੋਈ ਨਹੀਂ ਕਿ ਕਿੰਨਿਆਂ ਦੀਆਂ ਚਮੜੀਆਂ ਜਲੀਆਂ ਨੇ। ਸੋ ਇਹ ਮੇਰੇ ਮਤਲਬ 2 ਸੁਝਾਅ ਹੈਗੇ ਆ, ਬਹੁਤ ਇੰਪੋਰਟੈਂਟ ਸੁਝਾਅ ਨੇ। ਸੱਚਮੁੱਚ ਅਸੀਂ ਗੁਜ਼ਾਰਿਸ਼ ਕਰਾਂਗੇ ਕਿਸਾਨ ਜਥੇਬੰਦੀਆਂ ਨੂੰ ਕਿ ਇਹਨਾਂ ਗੱਲਾਂ ਤੇ ਫੋਕਸ ਕਰਨ। ਹੋਰ ਬਹੁਤ ਸਾਰੀਆਂ ਗੱਲਾਂ ਨੇ, ਆਪਾਂ 2-3 ਦਿਨਾਂ ਬਾਅਦ ਫਿਰ ਕੁਝ ਹੋਰ ਗੱਲਾਂ ਤੇ ਵੀ ਆਪਾਂ ਫੋਕਸ ਕਰਾਂਗੇ। ਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਦੋਸਤ, ਜੋ ਕੰਵਰ ਬਰਾੜ ਹੋਰੀ ਕੁਝ ਪੁੱਛਣਾ ਚਾਹੁੰਦੇ ਸੀ, ਤੇ ਬਾਕੀ ਦੋਸਤਾਂ ਨੂੰ ਵੀ ਅਪੀਲ ਹੈ ਜੋ ਕੋਈ ਸਵਾਲ ਕਰਨਾ ਚਾਹੁੰਦੇ ਨੇ, ਸਾਡੇ ਦੋਨੇ ਬੁਲਾਰੇ ਪਲੀਜ਼ ਨੋਟ ਕਰ ਲੈਣ ਸਵਾਲ, ਤੇ ਆਪਾਂ ਇਕੱਠੇ ਉਹਨਾਂ ਦਾ ਤੁਸੀਂ ਬਾਅਦ ਦੇ ਵਿੱਚ ਜਵਾਬ ਦੇ ਦਿਓ, ਜਿਹੜੇ ਜਿੰਨੇ ਵੀ ਸਵਾਲ ਆਉਣਗੇ, 1 ਜਾਂ 2 ਜਾਂ 3। ਹਾਂਜੀ ਕੰਵਰ ਬਰਾੜ ਜੀ। ਧੰਨਵਾਦ ਜੀ। ਬਹੁਤ ਸੋਹਣਾ ਲੱਗਾ ਵਿਚਾਰ ਦੋਵੇਂ ਪ੍ਰੋਫੈਸਰ ਸਾਹਿਬਾਨ ਦਾ, ਤੇ ਖਾਸ ਤੌਰ ਤੇ ਘੁੰਮਣ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਇਹਦਾ ਹਿਊਮਨ ਪਾਰਟ ਵੀ ਹੈਗਾ। ਇਹ ਇਕੱਲਾ ਇਹੀ ਨਹੀਂ ਵੀ ਕਿਸਾਨ ਉੱਥੇ ਅੱਜ ਬੈਠੇ ਨੇ ਆਪਦੇ ਬਿੱਲਾਂ ਨੂੰ ਵਾਪਸ ਕਰਾਉਣ ਲਈ, ਪਰ ਸਰਕਾਰ ਨੂੰ ਇਹਨੂੰ ਹਿਊਮਨ ਤੌਰ ਤੇ ਵੀ ਦੇਖਣਾ ਚਾਹੀਦਾ ਕਿ ਲੋਕਾਂ ਤੇ ਸਿਹਤ ਤੇ ਲੋਕਾਂ ਦੇ ਉੱਥੇ ਠੰਡ ਦੇ ਵਿੱਚ, ਬਾਰਿਸ਼ ਦੇ ਵਿੱਚ ਬੈਠੇ ਉਹਦਾ ਕੀ ਹੋ ਰਿਹਾ। ਤੇ ਘੁੰਮਣ ਸਾਹਿਬ ਤੁਸੀਂ ਦਸੰਬਰ ਦੇ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਚਿੱਠੀ ਲਿਖੀ ਸੀ ਸਰਕਾਰ ਨੂੰ, ਬਹੁਤ ਵਧੀਆ ਲੱਗਾ। ਤੇ ਉਹਦਾ ਸ਼ਾਇਦ ਮੈਨੂੰ ਲੱਗਦਾ ਕੋਈ ਤੁਹਾਨੂੰ ਜਵਾਬ ਨਹੀਂ ਆਇਆ ਹੋਣਾਗਾ, ਤਾਂ ਮੈਂ ਤੁਹਾਨੂੰ ਉਹ ਨਹੀਂ ਪੁੱਛੂੰਗਾ ਵੀ ਤੁਹਾਨੂੰ ਕੀ ਜਵਾਬ ਆਇਆ। ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਸੀਗਾ ਕਿ ਮੈਨੂੰ ਹਰ ਰੋਜ਼ ਇਹ ਹੈਰਾਨੀ ਹੁੰਦੀ ਹੈ ਕਿ ਕਿਸਾਨ ਅੱਜ ਟੇਬਲ ਤੇ ਬੈਠ ਕੇ ਸਰਕਾਰ ਨਾਲ ਗੱਲ ਕਰ ਰਿਹਾ, ਪਰ ਆਪਣੀਆਂ ਸੂਬਾ ਸਰਕਾਰਾਂ ਕੋਲੇ, ਮੈਂ ਇਕੱਲੀ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਹੋਰ ਵੀ ਸੂਬਾ ਸਰਕਾਰਾਂ, ਇਹਨਾਂ ਕੋਲੇ ਕੋਈ ਕਾਊਂਟਰ ਆਫਰ ਨਹੀਂ ਹੈ ਅੱਜ ਕਿ ਇਹ ਕੇਂਦਰ ਸਰਕਾਰ ਨਾਲ ਟੇਬਲ ਤੇ ਬਹਿ ਕੇ ਕੋਈ ਕਾਊਂਟਰ ਆਫਰ ਦੇ ਕੇ ਇਹ ਸਾਰੀ ਚੀਜ਼ ਦਾ ਨਿਪਟਾਰਾ ਕਰਾਉਣ। ਤੁਸੀਂ ਇਹਨੂੰ ਕਿਸ ਨੂੰ ਕਸੂਰਵਾਰ ਮੰਨਦੇ ਹੋ? ਇਹ ਕੀ ਅਸੀਂ ਆਪਦੇ ਤੌਰ ਤੇ ਕੋਈ ਰਿਸਰਚ ਨਹੀਂ ਕੀਤੀ ਗਈ ਸੂਬਾ ਸਰਕਾਰ ਨੇ ਜਾਂ ਸੂਬੇ ਦੇ ਵਿੱਚ ਜਿਹੜੇ ਬੁੱਧੀਜੀਵੀ ਲੋਕ ਨੇ? ਤੇ ਕ੍ਰਿਡ ਦੀ ਤੁਹਾਡੀ ਜਿਹੜੀ ਹੈਗੀ ਆ ਲਿੰਕ, ਉਹਦੇ ਤੌਰ ਤੇ ਵੀ ਜੇ ਤੁਸੀਂ ਦੱਸਣਾ ਚਾਹੋ ਕਿ ਕ੍ਰਿਡ ਨੇ ਕੋਈ ਇਹੋ ਜਿਹਾ ਪ੍ਰੋਜੈਕਟ ਕੀਤਾ ਪਿਛਲੇ 5 ਸਾਲ 'ਚ ਜਿਹੜਾ ਇਹਦੇ ਨਾਲ ਡਾਇਰੈਕਟ ਹੋਵੇ? ਤੇ ਕੁਇਕ ਕੁਐਸਚਨ ਟਿਵਾਣਾ ਸਾਹਿਬ, ਜੇ ਤੁਹਾਡੇ ਵਰਗੀ ਲਾਇਬ੍ਰੇਰੀ ਸਾਰੇ ਘਰਾਂ 'ਚ ਹੋਵੇ ਪੰਜਾਬ 'ਚ, ਤਾਂ ਮੈਨੂੰ ਲੱਗਦਾ ਦੁਬਾਰਾ ਅੰਦੋਲਨ ਕਰਨ ਦੀ ਲੋੜ ਨਹੀਂ ਗੀ।
ਤੇ ਮੈਨੂੰ ਤੁਹਾਡਾ ਸਵਾਲ ਇਹ ਸੀਗਾ ਤੁਹਾਡੇ ਲਈ ਕਿ ਤੁਸੀਂ ਗਰਾਊਂਡ ਤੇ ਵਿਚਰਨ ਵਾਲੇ ਚਿੰਤਕ ਹੋ, ਤੋ ਜੇ ਮੰਨ ਲਓ ਕੁਝ ਵੀ ਨਹੀਂ ਹਾਈਪੋਥੈਟਿਕਲੀ ਬਦਲਦਾ ਆਉਣ ਵਾਲੇ 5 ਸਾਲਾਂ ਦੇ ਵਿੱਚ, ਤਾਂ ਤੁਸੀਂ ਆਮ ਕਿਸਾਨ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ? ਉਹ ਕਿਸਾਨ ਕਿੱਥੇ ਖੜਾ ਹੋਊਗਾ? ਅੱਜ ਆਪਣੇ 25% ਤੋਂ ਜ਼ਿਆਦਾ GDP ਕਿਸਾਨੀ ਤੋਂ ਆਉਂਦੀ ਹੈ, ਤਾਂ ਤੁਸੀਂ ਉਹਨੂੰ ਕਿਸਾਨ ਨੂੰ ਕਿਵੇਂ ਦੇਖਦੇ ਹੋ? ਉਹ ਕਿਸਾਨ ਖੇਤੀਬਾੜੀ ਦੇ ਵਿੱਚ ਜਿਵੇਂ ਪਹਿਲਾਂ ਮੱਲਾ ਮਾਰਦਾ ਰਿਹਾ ਉਵੇਂ ਹੀ ਮਾਰਦਾ ਰਹੂਗਾ, ਕਿ ਕਿਸਾਨਾਂ ਦੇ ਅਸੀਂ ਸਾਰੇ ਪੁੱਤ ਜਿਹੜੇ ਬਾਹਰ ਆਈ ਜਾਂਦੇ ਹੈਗੇ ਆ ਦੂਜੇ ਮੁਲਕਾਂ ਦੇ ਵਿੱਚ, ਉਸ ਚੀਜ਼ ਦਾ ਉਹਨਾਂ ਦੀ ਜ਼ਿੰਦਗੀ ਤੇ ਕੋਈ ਡਾਇਰੈਕਟ ਇੰਪੈਕਟ ਹੋਊਗਾ? ਸੌਰੀ, ਆਈ ਹੈਵ ਟੇਕਨ ਮੋਰ ਟਾਈਮ ਦੈਨ ਆਈ ਨੀਡ। ਜੀ ਬਹੁਤ ਇੰਪੋਰਟੈਂਟ ਸਵਾਲ ਨੇ, ਦੋਨਾਂ ਚਿੰਤਕਾਂ ਨੂੰ ਪਲੀਜ਼ ਨੋਟ ਕਰ ਲੈਣ। ਮੈਂ ਦੂਜੇ ਦੋਸਤਾਂ ਦੇ ਸਵਾਲ ਵੀ ਨਾਲ ਹੀ ਲਵਾਂਗਾ, ਤਾਂ ਕਿ ਬਸ ਸਮੇਂ ਨੂੰ ਥੋੜਾ ਜਿਹਾ ਬਚਾ ਕੇ ਸਾਰੀਆਂ ਗੱਲਾਂ ਨੂੰ ਇਕੱਠੇ ਕਨਕਲੂਡ ਕਰਾਂਗੇ। ਜਗਪਾਲ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ, ਇੱਕ ਗੱਲ ਹੋਈ ਹੈਗੀ ਵੀ ਘੁੰਮਣ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਇਹਨਾਂ ਕਾਨੂੰਨਾਂ ਨੂੰ 3 ਸਾਲਾਂ ਤੱਕ ਡਿਲੇ ਕਰ ਦਿੱਤਾ ਜਾਵੇ ਜੀ। ਪਰ ਜਦੋਂ ਅਸੀਂ ਇਹ ਜਾਣਦੇ ਹਾਂ ਕਿ ਕਾਂਗਰਸ ਹੈ, ਜਿਹੜੀਆਂ ਵੀ ਨੈਸ਼ਨਲ ਪਾਰਟੀਜ਼ ਨੇ, ਚਾਹੇ ਕਾਂਗਰਸ ਹੈ ਚਾਹੇ BJP ਹੈ, ਪਾਲਿਸੀਜ਼ ਇੱਕੋ ਹੀ ਨੇ। ਚਾਹੇ ਕਾਂਗਰਸ ਜੋ ਮਰਜ਼ੀ ਕਹੇ, ਪਰ ਉਹਦੀ ਪਾਲਿਸੀ ਉਹੀ ਹੈ। ਫਿਰ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਜਿਹੜਾ ਇਹ ਅੰਦੋਲਨ ਹੈਗਾ, ਜਾਂ ਕਾਂਗਰਸ ਇਹ ਪਾਲਿਸੀਆਂ ਦੁਬਾਰੇ ਲੈ ਕੇ ਆਊਗੀ? ਜੇਕਰ ਉਹ ਪਾਲਿਸੀਆਂ ਨਹੀਂ ਲੈ ਕੇ ਆਉਂਦੀ, ਕਿ ਸਾਡੇ ਜਿਹੜਾ ਕੇਡਰ ਹੈਗਾ, ਸਾਡੀ ਕਿਸਾਨੀ ਦੇ ਵਿੱਚ ਐਡੀ ਵੱਡੀ ਨਿਰਾਸ਼ਤਾ ਨਹੀਂ ਫੈਲ ਜੂਗੀ ਕਿ ਉਹ ਅੰਦੋਲਨ, ਇਸ ਤਰ੍ਹਾਂ ਦਾ ਅੰਦੋਲਨ ਦੁਬਾਰੇ ਉੱਠ ਹੀ ਨਹੀਂ ਸਕੂਗਾ? ਇਹਨਾਂ ਚੀਜ਼ਾਂ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈਗੀ, ਜੇਕਰ ਅਸੀਂ ਇੱਥੋਂ ਕੁਝ ਨਹੀਂ ਕੱਢਦੇ। ਓਕੇ, ਹੋਰ ਕੋਈ ਦੋਸਤ ਜੋ ਕੋਈ ਸਵਾਲ ਕਰਨਾ ਚਾਹੁੰਦੇ? ਸੁਖਜੀਵਨ, ਅੰਮ੍ਰਿਤਪਾਲ, ਜਰਨੈਲ ਸਿੰਘ। ਮੇਰਾ ਇੱਕ ਸਵਾਲ ਸੀ ਜੀ ਸੁਖਜੀਵਨ। ਜਿੱਦਾਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕੁਝ ਵਿਦਿਆਰਥੀ ਜਥੇਬੰਦੀਆਂ ਤੇ ਵੀ ਮਤਲਬ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਗਲਤ ਭੂਮਿਕਾ ਨਿਭਾਈ ਹੈ, ਤੇ ਕੀ ਉਹਨਾਂ ਨੂੰ ਇੱਕੋ ਦਮ ਗਦਾਰ ਕਹਿ ਦੇਣਾ ਜਾਂ ਉਹਨਾਂ ਤੇ ਇਸ ਤਰ੍ਹਾਂ ਐਡੀ ਵੱਡੀ ਸਟੇਜ ਤੋਂ ਇਲਜ਼ਾਮ ਲਾ ਦੇਣੇ, ਇਹਦੀ ਬਜਾਏ ਉਹਨਾਂ ਨਾਲ ਬੈਠ ਕੇ ਗੱਲ ਨਹੀਂ ਕੀਤੀ ਜਾ ਸਕਦੀ ਸੀ, ਜਦੋਂ ਕਿ ਉਹ ਪਿਛਲੇ ਬਹੁਤ ਮਹੀਨਿਆਂ ਤੋਂ ਜਥੇਬੰਦੀਆਂ ਇਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ? ਕਿਉਂਕਿ ਬਾਕੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਉਹ ਤਾਂ ਪਹਿਲਾਂ ਹੀ ਬਾਹਰ ਸੀਗੇ। ਸਵਾਲ ਹੈ ਜੀ। ਹੋਰ ਕੋਈ ਦੋਸਤ ਜੇ ਕੋਈ ਗੱਲਬਾਤ ਕਰਨੀ ਚਾਹੁੰਦਾ ਹੈ? ਨਹੀਂ ਤਾਂ ਫਿਰ ਸਾਡੇ ਜਿਹੜੇ ਚਿੰਤਕ ਨੇ ਇਹਨਾਂ ਸਵਾਲਾਂ ਦੇ ਜਵਾਬ ਦੇਣਗੇ। ਹਾਂਜੀ, ਪ੍ਰੋਫੈਸਰ ਘੁੰਮਣ ਸਾਹਿਬ। ਬਹੁਤ ਹੀ ਵਧੀਆ ਸਵਾਲ ਜਿਹੜੇ ਨੇ ਰੇਜ਼ ਕੀਤੇ ਨੇ। ਕਮਰ ਬਰਾੜ ਜੀ ਨੇ 2 ਇਸ਼ੂ ਰੇਜ਼ ਕੀਤੇ ਕਿ ਸੂਬਾ ਸਰਕਾਰਾਂ ਦਾ ਕੀ ਰੋਲ ਰਿਹਾ ਜਾਂ ਇਹਨਾਂ ਨੂੰ ਕੀ ਹੋਰ ਕਰਨਾ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਸੂਬਾ ਸਰਕਾਰ ਉਹ BJP ਰੂਲਡ ਨੇ, ਤੇ ਕੋਈ ਵੀ BJP ਰੂਲਡ ਜਿਹੜਾ ਹੈ ਉਹ ਸਰਕਾਰ, ਜੋ ਸੈਂਟਰ ਦੀ ਸਰਕਾਰ ਹੈ, ਉਸ ਦੇ ਉਲਟ ਜਾਣ ਦੀ ਹਿੰਮਤ ਨਹੀਂ ਰੱਖਦੀ। ਜਿੱਥੋਂ ਤੱਕ ਗੈਰ BJP ਸਰਕਾਰਾਂ ਦਾ ਸੰਬੰਧ ਹੈ, ਉਹਦੇ ਵਿੱਚ ਪੰਜਾਬ ਦੀ ਅਸੈਂਬਲੀ ਨੇ ਯੂਨੈਨਿਮਸਲੀ ਇੱਕ ਮਤਾ ਵੀ ਪਾਇਆ ਸੀ। ਉਹਦੀ ਕੀ ਅਹਿਮਤ ਬਣਦੀ ਹੈ ਕੀ ਨਹੀਂ, ਜੇ ਉਹ ਗਵਰਨਰ ਤੋਂ ਅੱਗੇ ਪ੍ਰੈਜ਼ੀਡੈਂਟ ਨਹੀਂ ਜਾਂਦਾ, ਪ੍ਰੈਜ਼ੀਡੈਂਟ ਆਪਣੀ ਕੰਸੈਂਟ ਨਹੀਂ ਦਿੰਦਾ, ਤਾਂ ਉਹਦਾ ਪੋਲੀਟੀਕਲੀ ਤਾਂ ਗੇਨ ਹੈ, ਪਰ ਔਨ ਗਰਾਊਂਡ ਕੋਈ ਬਹੁਤ ਗੇਨ ਨਹੀਂ ਹੈ। ਹਾਂ, ਇੱਕ ਚੀਜ਼ ਕਹੀ ਜਾ ਸਕਦੀ ਹੈ ਕਿ ਇੱਕ ਰੇੜਕਾ ਜ਼ਰੂਰ ਬਣਦਾ ਹੈ, ਕਿਸਾਨਾਂ ਕੋਲ ਇੱਕ ਮੁੱਦਾ ਜ਼ਰੂਰ ਬਣਦਾ ਹੈ। ਇਸ ਤਰ੍ਹਾਂ ਰਾਜਸਥਾਨ ਦੀ ਅਸੈਂਬਲੀ ਨੇ ਵੀ ਇਸ ਕਿਸਮ ਦਾ ਕੀਤਾ ਹੈ। ਹੁਣ ਸ਼ਾਇਦ ਦਿੱਲੀ ਦੇ ਵੀ ਵਾਲੇ ਵੀ ਸੋਚ ਰਹੇ ਨੇ ਕੁਝ ਕਰਨ ਦੀ। ਸੋ ਇਹ ਤਾਂ ਇੱਕ ਲੈਵਲ ਤੇ ਹੋਇਆ, ਪਰ ਦੂਜੇ ਲੈਵਲ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਇੱਕ ਖਾਸ ਕਿਸਮ ਦਾ ਇਨਰਸ਼ੀਆ ਉਹਨਾਂ 'ਚ ਹੈ ਕਿ ਜਿਸ ਲੈਵਲ ਤੇ ਬਾਹਰ ਰਹਿ ਕੇ ਵੀ ਪ੍ਰੋਐਕਟਿਵ ਹੋ ਕੇ ਮਦਦ ਕਰਨੀ ਚਾਹੀਦੀ ਸੀ, ਉਹ ਨਹੀਂ ਹੋਈ। ਸਟੇਟਮੈਂਟਾਂ ਜ਼ਰੂਰ ਆਈਆਂ ਨੇ, ਸਟੇਟਾਂ ਵੱਲੋਂ ਵੀ, ਪੋਲੀਟੀਕਲ ਪਾਰਟੀਆਂ ਵੱਲੋਂ ਵੀ, ਪਤਾ ਨਹੀਂ। ਔਰ ਤੀਜੀ ਗੱਲ ਜਿਹੜੀ ਹੈ ਕਿ ਜਿਸ ਕਿਸਮ ਨਾਲ ਇਹ ਕਾਨੂੰਨ ਸਟੇਟਾਂ ਦੀ ਖੁਦਮੁਖਤਾਰੀ ਨੂੰ ਖੋਹਦੇ ਨੇ, ਉਸ ਲੈਵਲ ਤੇ ਵੀ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਜਾਂ ਸਟੇਟਾਂ ਦੀਆਂ ਪੋਲੀਟੀਕਲ ਪਾਰਟੀਆਂ ਨੇ ਰੀਜਨਲ, ਉਸ ਲੈਵਲ ਤੇ ਉਸ ਦਾ ਵਿਰੋਧ ਨਹੀਂ ਹੋਇਆ। ਇਹ ਹੋਣਾ ਚਾਹੀਦਾ ਸੀ। ਔਰ ਚੌਥੀ ਗੱਲ, ਜਿਸ ਕਿਸਮ ਨਾਲ ਰਾਜ ਸਭਾ 'ਚ ਬਿਨਾਂ ਵੋਟਿੰਗ ਤੋਂ ਇਹ ਪਾਸ ਕਰਵਾਇਆ ਗਿਆ ਕਾਨੂੰਨ, ਉਹਨਾਂ ਤੇ ਪੋਲੀਟੀਕਲ ਪਾਰਟੀਆਂ ਨੂੰ ਜੋ
ਵਾਹ ਵੇਲਾ ਖੜਾ ਕਰਨਾ ਚਾਹੀਦਾ ਸੀ, ਜਿਹੜਾ ਮੁੱਦਾ ਬਣਾਉਣਾ ਚਾਹੀਦਾ ਸੀ, ਜੋ ਐਜੀਟੇਸ਼ਨ ਕਰਨੀ ਚਾਹੀਦੀ ਸੀ, ਉਹ ਨਹੀਂ ਕਰ ਸਕੇ। ਸੋ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਤੇ ਇੱਕ ਪੋਲੀਟੀਕਲ ਪਾਰਟੀਆਂ 'ਚ ਖਾਸ ਕਿਸਮ ਦੀ ਨਿਰਾਸ਼ਤਾ ਜਾਂ ਇਨਰਸ਼ੀਆ ਹੈ, ਜਿਹੜਾ ਕਿ ਦੁਬਾਰਾ ਸੋਚਣ ਦੀ ਲੋੜ ਹੈ। ਔਰ ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹਾਂਗਾ ਕਿ ਪਹਿਲਾਂ ਮੈਨੂੰ ਨਹੀਂ ਪਤਾ ਸਟੇਟਾਂ ਨੇ ਕਿਸ ਸਮਝ ਵਿੱਚੋਂ ਆਪਣੇ GST ਤੇ ਸਾਈਨ ਕਰ ਦਿੱਤੇ, ਔਰ GST ਜਿਹੜੀ ਹੈ ਬਹੁਤ ਕੰਟਰੀ 'ਚ ਨਹੀਂ ਹੈ। ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਨੇ ਆਪਣੇ ਹੱਥ ਵੱਢ ਕੇ ਕਿਉਂ ਸੈਂਟਰ ਨੂੰ ਫੜਾਏ, ਕਿਉਂ ਆਪਣੀ ਫਾਈਨੈਂਸ਼ੀਅਲ ਆਟੋਨਮੀ ਉਹਨਾਂ ਨੂੰ ਦਿੱਤੀ? ਔਰ ਜਿਹੜਾ ਅਸੀਂ ਐਕਟ ਆਫ ਗਾਡ ਦੇਖਿਆ ਕਿ ਹੱਥ ਪੱਲੇ ਹੀ ਝਾੜ ਕੇ ਕਿ ਹੁਣ ਅਸੀਂ ਤੁਹਾਡਾ ਕੰਪਨਸੇਸ਼ਨ ਨਹੀਂ ਦੇ ਸਕਦੇ, ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਮੈਨੂੰ ਲੱਗਦਾ ਕਿ ਸਟੇਟ ਹੁਣ ਵੀ ਜੇ ਹੋਵੇ ਤਾਂ ਸਟੇਟਾਂ ਨੂੰ ਇਹ ਜਦੋਜਹਿਦ ਕਰਨੀ ਚਾਹੀਦੀ ਹੈ ਕਿ ਤੁਸੀਂ ਇਨਕਮ ਟੈਕਸ ਜਿਹੜਾ ਕਲੈਕਟ ਕਰਦੇ ਹੋ ਲੈ ਜਾਓ, GST ਸਾਰਾ ਸਾਡਾ ਹੋਏਗਾ। ਕਿਉਂ 50% ਸੈਂਟਰ ਖੜੇ ਬਈ, 50% ਹਰ ਸਟੇਟ ਚੋਂ ਖੜ ਕੇ ਸੈਂਟਰ ਦਾ ਬਹੁਤ ਪਾਵਰਫੁਲ ਹੋ ਗਿਆ। ਦੂਜਾ ਜਿਹੜਾ ਹੁਣ ਇਸ ਵੇਲੇ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ, ਉਹ ਇਹ ਹੈ ਕਿ ਅੱਜ ਜੇ ਕੱਲ GST ਰਾਹੀਂ ਉਹਨਾਂ ਦੀ ਫਾਈਨੈਂਸ਼ੀਅਲ ਆਟੋਨਮੀ ਗਈ, ਅੱਜ ਐਗਰੀਕਲਚਰ ਦੇ ਜਿਹੜੇ ਕਾਨੂੰਨ ਬਣੇ ਨੇ ਸਟੇਟਾਂ ਨੇ ਉਹ ਜਦੋਜਹਿਦ ਨਹੀਂ ਕੀਤੀ ਕਿ ਸਟੇਟਾਂ ਦਾ ਅਧਿਕਾਰ ਹੈ। ਪੋਲੀਟੀਕਲ ਪਾਰਟੀਆਂ ਵੱਲੋਂ ਇਹ ਮੁੱਖ ਤੌਰ ਤੇ ਮੁੱਦਾ ਨਹੀਂ ਬਣਿਆ। ਮੈਂ ਇੱਕ ਬਹੁਤ ਦਾਅਵੇ ਨਾਲ ਕਹਿ ਸਕਦਾ ਜਿਹੜਾ ਕਿ ਬਣਨਾ ਚਾਹੀਦਾ ਸੀ ਕਿ ਕੀ ਕਾਰਨ ਹੈ ਕਿ ਜਿਹੜਾ ਕੰਸਟੀਟਿਊਸ਼ਨਲ ਰਾਈਟ ਹੈ ਸਟੇਟਾਂ ਦਾ ਉਹ ਅਪਹੋਲਡ ਨਹੀਂ ਹੋ ਰਿਹਾ, ਔਰ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਮੁੱਦਾ ਬਣਾ ਕੇ ਅੱਗੇ ਨਹੀਂ ਲੈ ਸਕੇ। ਉਹ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਚਾਹੀਦਾ ਹੈ। ਦੂਜਾ ਜਿਹੜਾ ਕਮਰ ਬਰਾੜ ਜੀ ਨੇ ਕਿਹਾ ਕਿ ਕ੍ਰਿਡ ਦਾ ਰੋਲ, ਦੇਖੋ ਕ੍ਰਿਡ ਇੱਕ ਨੈਸ਼ਨਲ ਲੈਵਲ ਦੀ ਸੰਸਥਾ ਹੈ ਔਰ ਇਹਦੇ ਵਿੱਚ ਸਾਡੇ ਕੋਲ PRI ਯੂਨਿਟ ਬਹੁਤ ਸਟਰੋਂਗ ਹੈ, ਔਰ ਅਸੀਂ ਐਜੂਕੇਸ਼ਨ ਤੇ ਵੀ ਕੰਮ ਕਰਦੇ ਹਾਂ, ਰੂਰਲ ਇਕੋਨਮੀ ਤੇ ਕੰਮ ਕਰਦੇ ਹਾਂ, ਇੰਡਸਟਰੀ ਤੇ ਕੰਮ ਕਰਦੇ ਹਾਂ, ਔਰ ਪਿਛਲੇ ਸਮੇਂ 'ਚ FPO ਤੇ ਕੰਮ ਹੋਇਆ, ਫਾਰਮਰਸ ਇੰਡੈਟਡਨੈਸ ਤੇ ਕੰਮ ਹੋਇਆ, ਕ੍ਰਾਈਸਿਸ ਜਿਹੜਾ ਅਗਰੇਰੀਅਨ ਹੈ ਉਸ ਤੇ ਕੰਮ ਹੋਇਆ। ਮੇਰਾ ਆਪਣਾ ਕੰਮ ਜਿਹੜਾ ਇੱਕ ਅਮਰਜਿੰਗ ਵਾਟਰ ਜਿਹੜੀ ਮੇਰੀ ਬੁੱਕ ਵੀ 2018 'ਚ ਆਈ ਹੈ, ਮੈਂ 4-5 ਸਾਲ ਲੱਗ ਕੇ ਉੱਤੇ ਕੰਮ ਕੀਤਾ ਹੈ, ਉਹ ਸੀ ਕਿ ਕਿਵੇਂ ਸਾਡਾ ਗਰਾਊਂਡ ਵਾਟਰ ਡਿਪਲੀਟ ਹੋ ਰਿਹਾ ਔਰ ਕਿਵੇਂ ਸਾਡਾ ਜਿਹੜਾ ਕਣਕ ਝੋਨਾ ਹੈ ਇਹ ਕੇਂਦਰ ਦੀਆਂ ਨੀਤੀਆਂ ਨੇ ਪ੍ਰਮੋਟ ਕਰਕੇ, ਤੇ ਹੁਣ ਕਿਵੇਂ ਸਾਨੂੰ ਕਹਿ ਰਹੇ ਨੇ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਰਹੀ ਕਣਕ ਝੋਨੇ ਦੀ ਕਿਉਂਕਿ ਸਾਡਾ ਜਿਹੜਾ ਕੇਂਦਰੀ ਭੰਡਾਰ 'ਚ ਉਹ ਖਹਿੜਾ ਛਡਾਉਣਾ ਚਾਹੁੰਦੇ ਨੇ। ਇਸ ਤੇ ਵੀ ਅਸੀਂ ਕੰਮ ਕੀਤਾ ਹੈ ਔਰ ਮੈਨੂੰ ਲੱਗਦਾ ਬਹੁਤ ਵੱਡੇ ਮੁੱਦੇ ਨੇ ਜਿਹੜੇ ਵਿਚਾਰਨ ਦੀ ਲੋੜ ਹੈ। ਔਰ ਅੱਜ ਜੇ ਇਹ ਰਿਪੀਲ ਵੀ ਹੋ ਜਾਂਦੇ ਨੇ ਐਕਟ, ਕਿਸਾਨੀ ਦਾ ਜਿਹੜਾ ਸੰਕਟ ਹੈ ਉਹਨੂੰ ਨਵੇਂ ਸਿਰੋਂ ਆਂਕਣਾ ਪਏਗਾ, ਨਵੇਂ ਸਿਰੋਂ ਜਦੋਜਹਿਦ ਕਰਨੀ ਪਏਗੀ ਕਿ ਕਿਸਾਨੀ ਤੇ ਇੱਕ ਬਹੁਤ ਵੱਡਾ ਔਨਸਲਾਟ ਹੈ। ਔਰ ਕ੍ਰਿਡ ਆਪਣੇ ਇੱਕ ਲਿਮਟਿਡ ਜੇ ਹਿਸਾਬ ਕਿਤਾਬ 'ਚ ਕੰਮ ਕਰਦਾ ਹੈ, ਔਰ ਜਿੱਥੋਂ ਤੱਕ ਕ੍ਰਿਡ ਦਾ ਹੁਣ ਰੋਲ ਹੈ ਕਿ 2 ਉੱਥੋਂ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਤੇ ਮੈਂ, ਅਸੀਂ ਲਗਾਤਾਰ ਇਸ ਤੇ ਲਿਖ ਰਹੇ ਹਾਂ, ਬੋਲ ਰਹੇ ਹਾਂ, ਪੜ੍ਹ ਰਹੇ ਹਾਂ। ਸਭ ਤੋਂ ਪਹਿਲਾਂ ਜੇ 9, 10, 11 ਜੂਨ ਨੂੰ ਪੰਜਾਬੀ ਦੇ 2 ਅਖਬਾਰਾਂ ਅਜੀਤ ਤੇ ਟ੍ਰਿਬਿਊਨ 'ਚ ਲੇਖ ਆਏ ਨੇ ਤੇ ਉਸ ਕ੍ਰਿਡ ਦੇ 2 ਪ੍ਰੋਫੈਸਰਾਂ ਦੇ ਹੀ ਆਏ ਸਨ। ਉਸ ਤੋਂ ਬਾਅਦ ਇੱਕ ਪੰਜਾਬੀ 'ਚ ਲੋਕਾਂ ਤੱਕ ਜਾਣਕਾਰੀ ਚੱਲ ਗਈ ਕਿ ਕਾਨੂੰਨ ਕੀ ਨੇ, ਔਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੀਡੀਆ ਹੋਵੇ ਜਿੱਥੇ ਅਸੀਂ ਗੱਲ ਨਾ ਕੀਤੀ ਹੋਵੇ, ਜਾਂ ਅੰਗਰੇਜ਼ੀ ਦੇ ਅਖਬਾਰ ਜਾਂ ਹੋਰ ਹੈ। ਸੋ ਮੈਨੂੰ ਲੱਗਦਾ ਇਹ ਰੋਲ ਕ੍ਰਿਡ ਨਿਭਾ ਰਿਹਾ ਹੈ ਜੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਆਪਣਾ ਬਣਦਾ ਰੋਲ ਜਿਹੜਾ ਨਹੀਂ ਨਿਭਾ ਰਹੀਆਂ, ਪਤਾ ਨਹੀਂ ਰੱਬ ਜਾਣੇ ਕਿਉਂ। ਜੀ 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 ਪ੍ਰੋਫੈਸਰ ਜੈਪ ਸਿੰਘ ਜੀ, ਇਹਨਾਂ ਸਵਾਲਾਂ ਦੇ ਪ੍ਰਸੰਗ ਦੇ ਵਿੱਚ ਤੇ ਓਵਰਆਲ ਆਪਣੀ ਇੱਕ ਸਵਾਲ ਜਗਪਾਲ ਸਿੰਘ ਜੀ ਨੇ ਕੀਤਾ ਸੀ ਕਿ ਇਹ ਠੀਕ ਹੈ ਉਹਨਾਂ ਦੀ ਗੱਲ ਕਿ ਕਾਂਗਰਸ ਦੇ BJP ਦੀਆਂ ਪਾਲਿਸੀ 'ਚ ਕੋਈ ਫਰਕ ਨਹੀਂ। ਇਹ ਜਿਹੜੀਆਂ ਨਵ ਆਧਾਰਵਾਦੀ ਨੀਤੀਆਂ ਜਿਹਨਾਂ ਦੀ ਮੈਂ ਬਹੁਤ ਸ਼ੁਰੂ 'ਚ ਗੱਲ ਕੀਤੀ ਸੀ, ਜੋ ਵੀ ਹੈ ਇਹ ਕਾਂਗਰਸ ਰਜੀਮ ਵੇਲੇ ਹੀ ਸ਼ੁਰੂ ਹੋਈਆਂ ਸਨ। ਉਸ ਤੋਂ ਬਾਅਦ ਇਹਨਾਂ ਦਾ ਅੱਗੇ ਚੱਲਦਾ ਰਿਹਾ, ਪਰ ਥੋੜਾ ਬਹੁਤਾ ਉਹਨਾਂ ਦਾ ਫਰਕ ਜਾਂ ਤਾਂ ਉਹ ਕਹਿ ਲਓ ਕਿ ਕੋਲੀਸ਼ਨ ਗਵਰਨਮੈਂਟ ਸੀ ਜਾਂ ਕਿਤੇ ਲੈਫਟ ਦਾ UPA 1 'ਚ ਉਹਨਾਂ ਨਾਲ ਸੀਗਾ। ਥੋੜਾ ਬਹੁਤਾ ਇਹ ਹੈ ਕਿ ਕੁਝ ਨਵੀਆਂ ਪਾਲਿਸੀ ਲਾਗੂ ਕਰਨ ਦੇ ਨਾਲ ਨਾਲ ਉਹਨਾਂ ਨੇ ਇੱਕ ਸੋਸ਼ਲ ਵੈਂਟ ਵੀ ਰੱਖਿਆ, ਕੁਝ ਇਹੋ ਜਿਹੀਆਂ ਪਾਲਿਸੀਆਂ ਵੀ ਲਿਆਂਦੀਆਂ ਜਿਨ੍ਹਾਂ ਨਾਲ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਵੀ ਮਿਲਦੀ ਰਹੀ। ਪਰ ਇਹ ਜੋ ਹੁਣ ਸਰਕਾਰ ਕਰ ਰਹੀ ਹੈ ਇਹ ਰਾਹਤ ਵਾਲੇ ਪਾਸੇ ਤਾਂ ਧਿਆਨ ਨਹੀਂ ਦੇ ਰਹੀ ਤੇ ਪਰ ਸਕਵੀਜ਼ ਕਰਨ ਵਾਲੇ ਪਾਸੇ ਜਿਹੜਾ ਉਹ ਧਿਆਨ ਦੇ ਰਹੀ ਹੈ। ਤੇ ਇਹ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਹੈ
ਕਿ ਕਾਂਗਰਸ ਦੀਆਂ ਪਾਲਿਸੀਜ਼ ਉਹਨਾਂ ਤੋਂ ਵੱਖਰੀਆਂ ਹੋਣਗੀਆਂ। ਹਾਂ, ਕੱਲ ਨੂੰ ਜੇ ਸਰਕਾਰ ਇਹਨਾਂ ਦੀ ਬਣਦੀ ਹੈ ਤੇ ਇਹਨਾਂ ਦੇ ਜੋ ਵਾਅਦੇ ਨੇ ਮਜਬੂਰੀ ਵਸ ਇਹ ਰਿਪੀਲ ਵੀ ਕਰ ਸਕਦੀਆਂ ਨੇ ਇਹਨਾਂ ਐਕਟਾਂ ਨੂੰ, ਪਰ ਬਾਈ ਐਂਡ ਲਾਰਜ ਇੱਕ ਸੋਚ ਇਹਨਾਂ ਦੀ ਇੱਕੋ ਹੈ। ਔਰ ਜੇ ਮੈਂ ਲਾਸਟ ਟਾਈਮ ਬਹੁਤ ਘੱਟ ਹੈ, 4, 5, 6 ਅਕਤੂਬਰ ਨੂੰ ਮੇਰੇ 3 ਲਗਾਤਾਰ ਲੇਖ ਜਿਹੜੇ ਅਜੀਤ 'ਚ ਛਪੇ ਸੀਗੇ, ਇਨਵਾਈਟਡ ਸੀਗੇ, ਉਹਨਾਂ 'ਚ ਮੈਂ ਬਹੁਤ ਕਲੀਅਰਲੀ ਇਹ ਗੱਲ ਤਿੰਨਾਂ 'ਚ ਹੀ ਇਹ ਕਾਨੂੰਨਾਂ ਨੂੰ ਦੇ ਕੰਟੈਕਸਟ ਵਿੱਚ ਵੀ ਤੇ ਕਾਨੂੰਨ ਤੋਂ ਬਾਹਰ ਵੀ ਕਿ ਪੋਲੀਟੀਕਲ ਪਾਰਟੀਆਂ ਤੇ ਸਰਕਾਰਾਂ ਕੰਮ ਕਿਹਦੇ ਲਈ ਕਰਦੀਆਂ ਨੇ। ਇਹ ਸਟੇਟ ਤੇ ਸਰਕਾਰਾਂ ਉਸੇ ਤਬਕੇ ਲਈ ਕੰਮ ਕਰਦੀਆਂ ਨੇ ਜਿਹੜੇ ਤਬਕੇ ਦੀ ਉਹ ਰਿਪਰੈਜ਼ੈਂਟੇਸ਼ਨ ਕਰਦੀਆਂ ਨੇ, ਤੇ ਜਿਹੜਾ ਤਬਕਾ ਉਹਨਾਂ ਨੂੰ ਫੰਡਿੰਗ ਤੇ ਫਾਈਨਾਂਸਿੰਗ ਕਰਦਾ ਹੈ ਉਹਨਾਂ ਨੂੰ। ਔਰ ਬਾਕੀ ਜਿਹੜੀਆਂ ਇੰਟਰਨੈਸ਼ਨਲ ਫੋਰਸਿਸ ਨੇ, ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ, IMF, WTO ਔਰ ਜਿਹੜਾ ਵਰਲਡ ਬੈਂਕ ਹੈ, ਅੱਜ ਵੀ IMF ਦਾ ਲਗਾਤਾਰ ਆਈ ਜਾ ਰਿਹਾ। ਕਦੀ ਉਹ ਉਹਨਾਂ ਦੀ ਚੀਫ ਇਕਨੋਮਿਸਟ ਗੀਤਾ ਉਹਦੇ ਵੱਲੋਂ ਆ ਜਾਂਦਾ ਹੈ, ਕਦੀ ਉਹ ਡਾਇਰੈਕਟਰ ਵੱਲੋਂ ਆ ਜਾਂਦਾ ਕਿ ਇਹ ਕਾਨੂੰਨ ਤਾਂ ਬਹੁਤ ਅੱਛੇ ਨੇ ਪਰ ਸਰਕਾਰਾਂ ਨੂੰ ਥੋੜਾ ਬਹੁਤਾ ਇਹ ਸੋਚ ਲੈਣਾ ਚਾਹੀਦਾ ਸੀ, ਜਾਂ ਇਹਨਾਂ ਦਾ ਹੁਣ ਗਰੋਥ ਰੇਟ ਬੜਾ ਹੋਣਾ ਹੈ। ਗਰੋਥ ਰੇਟ ਤਾਂ ਭਾਈ ਤੁਹਾਡਾ -8% ਪਹਿਲਾਂ ਸ਼ਰਿੰਕ ਹੋ ਗਈ, ਤੇ ਹੁਣ ਜੇ 11% ਗਰੋਥ ਰੇਟ ਹੋਏਗਾ ਤੇ ਡਜ਼ਨਟ ਮੀਨ ਕਿ 11% ਗਰੋਥ ਰੇਟ ਹੈ, ਉਹ 3% ਹੋਏਗਾ। ਸੋ ਮੈਨੂੰ ਲੱਗਦਾ ਇਸ ਕਿਸਮ ਦੀ ਸਟੈਟਿਸਟੀਕਲ ਜਗਲਰੀ ਵੀ ਜਿਹੜੀ ਹੈ ਉਹ ਵੀ ਐਕਸਪੋਜ਼ ਕਰਨ ਦੀ ਲੋੜ ਹੈ। ਜੀ, ਬਹੁਤ ਬਹੁਤ ਅੱਛਾ ਤੁਹਾਡਾ। ਪ੍ਰੋਫੈਸਰ ਜੈਪ ਸਿੰਘ, ਤੁਸੀਂ ਕਨਕਲੂਡਿੰਗ ਟਿੱਪਣੀ ਆਪਣੀ ਪਲੀਜ਼ ਦਿਓ ਤੇ ਆਪਾਂ ਪ੍ਰੋਗਰਾਮ ਦਾ ਸਮਾਪਨ ਕਰੀਏ। ਇਹਦੇ 'ਚ 2 ਸਵਾਲ ਹੈਗੇ ਆ, ਜੇ ਉਹਨਾਂ ਨੂੰ ਤੁਸੀਂ ਉਹਦੇ ਤੇ, ਇੱਕ ਤਾਂ ਕਮਲ ਦਾ ਰਹਿੰਦਾ ਹੈ ਕਿ ਕਿਸਾਨ ਦੀ ਜ਼ਿੰਦਗੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਥਿਤੀ ਨਹੀਂ ਬਦਲਦੀ ਤਾਂ ਕੀ ਇੰਪੈਕਟ ਪਏਗਾ। ਇਹਦੇ ਸੰਖੇਪ ਦੇ ਵਿੱਚ ਹੀ ਮੈਂ ਕਹਿਣਾ ਚਾਹੁੰਦਾ, ਉਹ ਵੈਸੇ ਤਾਂ ਮਤਲਬ ਪ੍ਰੋਫੈਸਰ ਸਾਹਿਬ ਨੇ ਉਹ ਗੱਲ ਕਰ ਦਿੱਤੀ ਹੈਗੀ ਕਿ ਐਕਚੁਅਲੀ ਜੇ ਰਿਪੀਲ ਵੀ ਹੋ ਜਾਂਦੇ ਨੇ, ਜਿੰਨਾ ਚਿਰ ਤੱਕ ਮਨੁੱਖੀ ਪੱਖੀ ਤੇ ਨੇਚਰ ਪੱਖੀ ਇੱਕ ਆਲਟਰਨੇਟਿਵ ਸਿਸਟਮ ਨਹੀਂ ਆਉਂਦਾ ਇਹਨਾਂ ਪਾਲਿਸੀਆਂ ਦੀ ਥਾਂ ਤੇ, ਜਿਹੜੀਆਂ ਅੱਜ ਐਗਰੀਕਲਚਰ ਸੈਕਟਰ ਦੇ ਵਿੱਚ ਚੱਲ ਰਹੀਆਂ ਨੇ ਪ੍ਰਵੇਲਿੰਗ ਪਾਲਿਸੀ ਦੀ ਥਾਂ ਤੇ, ਉਹਨਾਂ ਚਿਰ ਤੱਕ ਕਿਸਾਨ ਦਾ ਜਿਹੜਾ ਹੈਗਾ ਉਹ ਭਵਿੱਖ ਸੁਰੱਖਿਅਤ ਨਹੀਂ ਹੈਗਾ। ਬੇਸਿਕਲੀ ਫੰਡਾਮੈਂਟਲੀ ਤਾਂ ਇਹ ਜਿਹੜੀਆਂ ਬੁਨਿਆਦੀ ਪਾਲਿਸੀਆਂ ਨੇ, ਜਿਹੜੀਆਂ ਪ੍ਰੋਫਿਟ ਮੋਟਿਵ ਨੂੰ ਲੈ ਕੇ ਚੱਲ ਰਹੀਆਂ ਨੇਗੀਆਂ, ਹਰ ਚੀਜ਼ ਨੂੰ ਜਿਨ੍ਹਾਂ ਨੇ ਮੰਡੀ 'ਚ ਵਿਕਣ ਲਈ ਜਿਣਸ ਬਣਾਇਆ ਹੋਇਆ, ਇਸ ਨੂੰ ਬਦਲ ਕੇ ਕਿ ਮਨੁੱਖੀ ਲੋੜਾਂ ਦੇ ਅਨੁਸਾਰ ਜਿਹੜੀ ਪਦਾਇਸ਼ ਹੈਗੀ ਆ ਉਹ ਕੀਤੀ ਜਾਵੇ, ਨੇਚਰ ਦੇ ਅਨੁਸਾਰ, ਨੇਚਰ ਦੇ ਲਾਜ਼ ਨੂੰ ਧਿਆਨ 'ਚ ਰੱਖ ਕੇ, ਵਾਤਾਵਰਨ ਨੂੰ ਧਿਆਨ 'ਚ ਰੱਖ ਕੇ ਉਸ ਤਰ੍ਹਾਂ ਦਾ ਜਿਹੜਾ ਐਗਰੀਕਲਚਰ ਦਾ ਸਿਸਟਮ ਸਟੈਬਲਿਸ਼ ਕੀਤਾ ਜਾਵੇ। ਦੂਜੀ ਗੱਲ ਜਿਹੜੀ ਇਹਦੇ ਵਿੱਚ ਇਸ ਮੂਵਮੈਂਟ ਨੇ ਜਿੰਨੀ ਅਵੇਅਰਨੈਸ ਦਿੱਤੀ ਹੈਗੀ, ਇਹ ਬਹੁਤ ਪੋਜ਼ਿਟਿਵ ਪੱਖ ਹੈ। ਮਤਲਬ ਬਹੁਤਾ ਇਹਦੇ ਵਿੱਚੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਇਹ ਸਦਾ ਸਰਕਾਰਾਂ ਨਹੀਂ ਰਹਿੰਦੀਆਂ, ਸੈਂਟਰ ਸਰਕਾਰ ਕੋਈ ਜ਼ਰੂਰੀ ਨਹੀਂ ਹੈਗੀ ਕਿ ਜੇ ਇਹ ਫਰਜ਼ ਕਰ ਲਓ, ਸਪੋਜ਼ ਕਰਨ ਦੇ ਤੌਰ ਦੇ ਉੱਤੇ ਲੈ ਲਓ ਵੀ ਜਿਹਦੀ ਪੋਸੀਬਿਲਿਟੀ ਨਹੀਂ ਹੈਗੀ ਕਿ ਕਿਸਾਨਾਂ ਨੂੰ ਹਰਾ ਦਿੰਦੀ ਹੈ, ਇਹ ਜ਼ਬਰ ਕਰ ਲੈਂਦੀ ਹੈ, ਜ਼ਬਰੀ ਪਾਲਿਸੀਆਂ ਠੋਸ ਦਿੰਦੀ ਹੈ, ਉਹਦਾ ਰਿਐਕਸ਼ਨ ਉਸ ਤੋਂ ਵੀ ਵੱਡਾ ਹੋਏਗਾ ਜਿੰਨੀ ਅਵੇਅਰਨੈਸ ਕ੍ਰੀਏਟ ਹੋ ਗਈ ਹੈ। ਇੱਕ ਸੀਗਾ ਸੁਖਜੀਵਨ ਜੀ ਦਾ ਮਤਲਬ ਸਵਾਲ ਸੀਗਾ ਕਿ ਇੱਕਦਮ ਜਿਹੜਾ ਗਦਾਰ ਕਹਿ ਦੇਣਾ ਕਿਸੇ ਜਥੇਬੰਦੀਆਂ ਨੂੰ ਜਾਂ ਨੌਜਵਾਨ ਜਥੇਬੰਦੀਆਂ ਨੇ ਮਤਲਬ ਉੱਥੇ ਡਿਸਿਪਲਿਨ ਤੋੜਿਆ ਕਿ ਇਹ ਕੀ ਠੀਕ ਹੈ, ਉਹਨਾਂ ਨੂੰ ਸਮਝਾਉਣਾ ਬੁਝਾਉਣਾ ਨਹੀਂ ਚਾਹੀਦਾ। ਠੀਕ ਹੈ, ਪਰਸਨਲ ਓਪੀਨੀਅਨ ਮੇਰੀ ਵੀ ਇਹ ਹੈਗੀ ਹੈ ਕਿ ਕਈ ਮਾਮਲਿਆਂ ਦੇ ਵਿੱਚ ਕਿਉਂਕਿ ਸੰਕਟ 'ਚ ਫਸੇ ਹੁੰਦੇ ਨੇ ਲੀਡਰਸ਼ਿਪ ਜਿਹੜੀ, ਉਦੋਂ ਸਾਰੀਆਂ ਗੱਲਾਂ ਤੇ ਬੈਲੈਂਸ ਰੱਖਣਾ ਬਹੁਤ ਔਖਾ ਹੁੰਦਾ ਹੈ। ਉਹ ਵੀ ਆਖਿਰਕਾਰ ਨੂੰ ਹਿਊਮਨ ਬੀਇੰਗ ਨੇ ਕਈ ਵਾਰੀ ਹੋ ਜਾਂਦਾ ਹੈ, ਪਰ ਇਹਦੇ ਤੇ ਰਿਸਟ੍ਰੇਂਟ ਰੱਖਣ ਦੀ ਜ਼ਰੂਰਤ ਹੈ। ਜਿਉਂ-ਜਿਉਂ ਮਤਲਬ ਜਿਹੜੇ ਸਾਡੇ 'ਚ ਕੋਈ ਦਰਾੜਾਂ ਲੱਭਣਗੀਆਂ ਉਹਦਾ ਫਾਇਦਾ ਸਰਕਾਰ ਨੂੰ ਹੋਏਗਾ, ਸਾਨੂੰ ਬਾਹ ਲੱਗਦੇ ਉਸ ਤਰ੍ਹਾਂ ਦਾ ਮੌਕਾ ਨਹੀਂ ਦੇਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਇੱਕ ਸਟੇਜ ਦੀ ਐਗਜ਼ਾਮਪਲ ਵੀ ਦਿੱਤੀ ਸੀ ਕਿ ਨਾਲ ਦੀ ਨਾਲ ਉਸੇ ਟਾਈਮ ਦੇ ਉੱਤੇ ਪੁਲਿਸ ਦਾ ਅਟੈਕ ਹੋਇਆ, ਉਸੇ ਟਾਈਮ ਤੇ ਇਹ ਬੋਲਤਾ ਕਿ ਇਹ ਮੋਦੀ ਦੀ ਸਟੇਜ ਹੈ। ਮਤਲਬ ਘੱਟੋ ਘੱਟ ਕੁਛ ਪਲ ਉਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਹੁੰਦਾ, ਕਈ ਗੱਲਾਂ ਨੂੰ ਮੌਕੇ ਅਨੁਸਾਰ ਉਹਦੀ ਟਾਈਮਿੰਗ ਦਾ ਖਿਆਲ ਰੱਖਿਆ ਜਾ ਸਕਦਾ। ਦੋਸਤੋ, ਬਹੁਤ ਮਹੱਤਵਪੂਰਨ ਨੁਕਤੇ ਸੀ ਤੇ ਬਹੁਤ ਮਹੱਤਵਪੂਰਨ ਗੱਲਾਂ ਬਾਤਾਂ ਕੀਤੀਆਂ ਨੇ ਸਾਡੇ ਦੋਵੇਂ ਚਿੰਤਕਾਂ ਨੇ। ਸਵਾਲ ਸਾਡੇ ਮਨਾਂ ਦੇ ਵਿੱਚ ਬਹੁਤ ਸਾਰੇ ਨੇ ਅਜੇ, ਕਿਉਂਕਿ ਇੰਨਾ ਜ਼ਿਆਦਾ ਪਲ ਜਿਹੜੇ ਹਾਲਾਤ ਬਦਲ ਰਹੇ ਨੇ ਤੇ ਸਾਡੀਆਂ ਜਿਹੜੀਆਂ ਸੰਵੇਦਨਾਵਾਂ, ਸਾਡੀਆਂ ਜਿਹੜੀਆਂ ਚਿੰਤਾਵਾਂ, ਸਾਡੇ ਫਿਕਰ ਜਿਹੜੇ ਉਸ ਮੋਰਚੇ ਦੇ ਨਾਲ ਜੁੜੇ ਹੋਏ ਨੇ। ਇੱਥੋਂ ਵੀ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਸੰਜੀਦਾ ਰੂਪ ਦੇ ਵਿੱਚ ਉਸ ਮੋਰਚੇ ਨਾਲ ਜੁੜੇ ਹੋਏ ਆ। ਜਦੋਂ ਸਾਡੇ ਚਿਹਰੇ ਬੁੱਝ ਜਾਂਦੇ ਸੀ ਕਿਸੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਕਿਵੇਂ ਵਾਪਰ ਗਿਆ, ਤੇ ਜਿਵੇਂ ਰਾਤੋਂ ਰਾਤ ਸਥਿਤੀਆਂ ਬਦਲੀਆਂ ਉਹਨਾਂ ਦੇ ਨਾਲ ਸਾਡੇ ਚਿਹਰਿਆਂ ਤੇ ਫਿਰ ਰੌਣਕਾਂ ਆਈਆਂ।
ਉਹ ਸਾਰਾ ਕੁਝ ਸਾਡੀਆਂ ਚਿੰਤਾਵਾਂ ਨੇ, ਸਾਡੇ ਫਿਕਰ ਨੇ, ਸਾਡੀਆਂ ਉਸ ਮੋਰਚੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਨੇ। ਲਗਾਤਾਰ ਅਸੀਂ ਇਸ ਮਸਲੇ ਨੂੰ ਟੱਚ ਕਰਦੇ ਰਹਾਂਗੇ। ਅਗਲੇ ਦਿਨਾਂ ਦੇ ਵਿੱਚ ਫਿਰ ਇਸ ਮਸਲੇ ਤੇ ਡਿਬੇਟ ਆਪਾਂ ਜਾਰੀ ਰੱਖਾਂਗੇ। ਕੱਲ ਅਸੀਂ ਇਸੇ ਇਸ਼ੂ ਤੇ ਸੰਘਰਸ਼ਾਂ ਦੇ ਦੌਰ ਵਿੱਚ ਸ਼ਾਇਰੀ ਦਾ ਅਗਲਾ ਐਪੀਸੋਡ ਲੈ ਕੇ ਆਵਾਂਗੇ ਕਿ ਸਾਡੇ ਸ਼ਾਇਰ, ਸਾਡੇ ਲੇਖਕ ਕੀ ਲਿਖ ਰਹੇ ਨੇ, ਉਹ ਵੀ ਲਗਾਤਾਰ ਅਸੀਂ ਕਰ ਰਹੇ ਹਾਂ। ਕੱਲ ਸ਼ਾਮ ਨੂੰ 8 ਵਜੇ ਤੁਸੀਂ ਉਹਦੇ ਵਿੱਚ ਵੀ ਸਾਡੇ ਨਾਲ ਜੁੜੇ ਰਹਿਣਾ। ਇਹਦਾ ਲਿੰਕ ਵੀ ਤੁਹਾਨੂੰ ਬਣਾ ਕੇ ਭੇਜ ਦਾਂਗੇ ਤੇ ਚਰਚਾ ਚੱਲਦੀ ਰਹੂਗੀ। ਜਿੰਨੇ ਮਰਜ਼ੀ ਦੌਰ ਹੋ ਜਾਣ ਸੰਘਰਸ਼ ਦੇ, ਜਿੰਨੇ ਮਰਜ਼ੀ ਦੌਰ ਹੋ ਜਾਣ ਗੱਲਾਂ ਦੇ, ਤੇ ਆਖਰੀ ਦੌਰ ਜਿਹੜਾ ਜਿੱਤ ਦਾ ਦੌਰ ਹੋਊਗਾ, ਜਿਹਦੀ ਅਸੀਂ ਆਸ ਕਰਦੇ ਹਾਂ, ਉਸ ਜਿੱਤ ਦੇ ਦੌਰ ਦੀ ਕਾਮਨਾ ਕਰਦੇ ਹੋਏ ਤੁਹਾਡਾ ਸਾਰੇ ਵਿਦਵਾਨਾਂ ਦਾ, ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੀ।